हाँ जी, ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ, अस्सलाम वालेकुम, ਹੈਲੋ, ਨਮਸਕਾਰ। ਜਿਹੜੇ ਵੀ ਇਸ ਲਾਈਵ ਦੇ ਨਾਲ ਜੁੜ ਚੁੱਕੇ ਨੇ, ਲਾਈਵ ਦਾ ਨਾਮ ਹੈ ਢੁੱਕਦੀ ਗੱਲ, ਜਿਹਦੇ ਨਾਲ ਕਿ ਤੁਸੀਂ ਜੁੜ ਚੁੱਕੇ ਹੋ। ਤਾਂ ਦੋਸਤੋ, ਅਸੀਂ ਇਹ ਲਾਈਵ ਸ਼ੁਰੂ ਕਰਨ ਜਾ ਰਹੇ ਹਾਂ। ਇਸ ਮੰਚ ਵੱਲੋਂ ਤੁਹਾਡੇ ਨਾਲ ਜੁੜੇ ਹੈਗੇ ਆ ਜਿਹੜੇ ਵੀ ਦੋਸਤ ਦਰਸ਼ਕ ਇਸ ਮੰਚ ਦੇ ਨਾਲ ਜੁੜ ਕੇ ਸਾਡੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ, ਮੈਂ ਉਹਨਾਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਜੀ ਆਇਆ ਆਖਦਾ ਤੇ ਉਸ ਤੋਂ ਬਾਅਦ ਜਿਹੜੀ ਕਰਨ ਵਾਲੀ ਗੱਲ ਹੈਗੀ ਹੈ, ਢੁੱਕਦੀ ਗੱਲ ਹੈ, ਮੈਂ ਉਹ ਸ਼ੁਰੂ ਕਰਦਾ ਹੈਗਾ। ਹਾਂ ਤਾਂ ਹਾਜ਼ਰੀਨ, ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਰੰਗਮੰਚ ਹੈ ਇਹ ਇੱਕ ਕਲਾ ਹੈ। ਇਹ ਕਲਾ ਜਿਹੜੀ ਕਿ ਕਾਫੀ ਸਦੀਆਂ ਤੋਂ ਲਗਾਤਾਰ ਚੱਲਦੀ ਆ ਰਹੀ ਹੈ। ਇਹਦੇ ਵੱਖ-ਵੱਖ ਰੂਪ ਨੇ। ਤੁਸੀਂ ਵੱਖ-ਵੱਖ ਰੂਪਾਂ ਦਾ ਆਨੰਦ ਮਾਣਦੇ ਆ ਰਹੇ ਹੋ। ਤੇ ਜਿਹੜਾ ਰੰਗਮੰਚ ਹੈ ਇਹ ਕਦੇ ਤਾਂ ਸਰਕਾਰੀ ਪ੍ਰਸਤੀ ਜਿਹੜੀ ਹੈਗੀ ਹੈ ਉਹਦੇ ਅਧੀਨ ਚੱਲਦਾ ਰਿਹਾ ਹੈਗਾ, ਮੰਦਿਰਾਂ ਦੇ ਅਹਾਤਿਆਂ ਦੇ ਵਿੱਚ ਚੱਲਦਾ ਰਿਹਾ ਹੈ। ਤੇ ਕਦੇ ਜਿਹੜਾ ਲੋਕ ਮੰਚ ਹੈਗਾ ਇਹ ਲੋਕ ਪੱਖੀ ਜਿਹੜਾ ਮੰਚ ਸੀ, ਇਹ ਲੋਕਾਂ ਦੇ ਨਾਲ, ਲੋਕਾਂ ਨੂੰ ਨਾਲ ਲੈ ਕੇ ਚੱਲਦਾ ਹੋਇਆ ਜਿਹੜਾ ਹੁੰਗਾਰਾ ਭਰਦਾ ਰਿਹਾ ਹੈਗਾ। ਅਸੀਂ ਜੇ ਅਜੋਕੇ ਦੌਰ ਦੇ ਵਿੱਚ ਜਿਹੜਾ ਰੰਗਮੰਚ ਹੈ, ਜੇ ਅਸੀਂ ਉਹਦੀ ਗੱਲ ਕਰੀਏ ਤਾਂ ਅਜੋਕੇ ਦੌਰ ਦਾ ਜਿਹੜਾ ਰੰਗਮੰਚ ਹੈ, ਇਹਦਾ ਜਿਹੜਾ ਰੰਗ ਹੈ ਇਹ ਲੋਕ ਪੱਖੀ ਹੈਗਾ ਹੈ। ਹੁਣ ਜਦੋਂ ਕੋਈ ਵੀ ਜਿਹੜਾ ਮੰਚ ਹੈ, ਕੋਈ ਵੀ ਕਲਾ ਹੈ, ਕੋਈ ਵੀ ਵਿਧਾ ਹੈ, ਜਦੋਂ ਉਹ ਲੋਕ ਪੱਖੀ ਬਣਦੀ ਹੈ ਤਾਂ ਕਿਤੇ ਨਾ ਕਿਤੇ ਇਹ ਜ਼ਰੂਰ ਹੋ ਜਾਂਦਾ ਹੈਗਾ ਕਿ ਉਹ ਆਪਣੇ ਜਿਹੜਾ ਵੀ ਕਾਰਜ ਹੁੰਦਾ ਹੈਗਾ, ਉਸ ਕਾਰਜ ਦੇ ਰਾਹੀਂ ਜੋ ਵੀ ਟਿੱਪਣੀਆਂ ਕਰਦੀ ਹੈ, ਜੋ ਵੀ ਗੱਲਾਂ ਕਰਦੀ ਹੈ, ਜੋ ਵੀ ਉਹਦੇ ਰਾਹੀਂ ਵਿਸ਼ਾ ਲਿਆ ਜਾਂਦਾ ਹੈਗਾ, ਜੋ ਵੀ ਪ੍ਰਸਤੁਤੀ ਹੁੰਦੀ ਹੈ, ਪੇਸ਼ਕਾਰੀ ਹੁੰਦੀ ਹੈ, ਉਹ ਸਾਰੀ ਜਿਹੜਾ ਕੁਝ ਹੈ ਕਿਤੇ ਨਾ ਕਿਤੇ ਜਿਹੜੀ ਸੱਤਾ ਹੁੰਦੀ ਹੈ, ਸਥਾਪਤੀ ਹੁੰਦੀ ਹੈ, ਸਰਕਾਰ ਹੁੰਦੀ ਹੈ, ਕਿਤੇ ਨਾ ਕਿਤੇ ਉਹਦੇ ਚ ਉਹ ਨਿਗੋਚ ਕੱਢਦੀ ਹੈ ਤੇ ਉਹ ਨਿਗੋਚ ਹੀ ਉਹਦੇ ਵਿਰੋਧ ਦਾ ਕਾਰਨ ਬਣਦਾ ਹੈਗਾ। ਸੋ ਅਜੋਕੇ ਦੌਰ ਦਾ ਜਿਹੜਾ ਰੰਗਮੰਚ ਹੈ, ਖਾਸ ਤੌਰ ਤੇ ਅਸੀਂ ਪੰਜਾਬੀ ਰੰਗਮੰਚ ਦੇ ਨਾਲ ਜੁੜੇ ਹੋਏ ਹਾਂ ਤੇ ਮੈਂ ਜਿਹੜੀ ਆਪਣੀ ਗੱਲ ਹੈ ਇਹ ਪੰਜਾਬੀ ਰੰਗਮੰਚ ਦੇ ਸੰਦਰਭ ਚ ਹੀ ਕਰੂੰਗਾ। ਜਿਹੜਾ ਪੰਜਾਬੀ ਰੰਗਮੰਚ ਹੈ, ਬਹੁਤਾ ਪੰਜਾਬੀ ਰੰਗਮੰਚ ਖਾਸ ਤੌਰ ਤੇ ਮੈਂ ਕਹਿ ਸਕਦਾ ਹੈਗਾ ਕਿ ਜਿਹੜਾ ਬਹੁਤਾ ਪੰਜਾਬੀ ਰੰਗਮੰਚ ਹੈ ਇਹ ਲੋਕ ਪੱਖੀ ਹੈ, ਲੋਕਾਂ ਦਾ ਰੰਗਮੰਚ ਹੈ, ਲੋਕਾਂ ਨੂੰ ਨਾਲ ਲੈ ਕੇ ਚੱਲਦਾ, ਲੋਕਾਂ ਦੇ ਨਾਲ ਚੱਲਦਾ ਹੈਗਾ। ਹੁਣ ਇਹ ਜਿਹੜਾ ਰੰਗਮੰਚ ਹੈ ਜਦੋਂ ਲੋਕ ਪੱਖੀ ਗੱਲ ਕਰਦਾ ਹੈ ਤਾਂ ਕਿਤੇ ਨਾ ਕਿਤੇ ਜਿਹੜੀ ਜਿਹੜੀ ਸੱਤਾ ਹੈ, ਸਥਾਪਤੀ ਹੈ, ਕਿਤੇ ਨਾ ਕਿਤੇ ਉਹਦੇ ਨਾਲ ਇਹਦਾ ਕਲੈਸ਼ ਹੋਣਾ ਲਾਜ਼ਮ ਹੈਗਾ। ਖਾਸ ਤੌਰ ਤੇ ਜਿਹੜੀ ਇੱਕ ਸੁਤੰਤਰ ਵਿਧਾ ਹੈ, ਨੁੱਕੜ ਨਾਟਕ ਦੀ ਜਿਹੜੀ ਵਿਧਾ ਹੈ, ਜਿਹੜੀ ਕਿਤੇ ਵੀ ਗਲੀ ਮੁਹੱਲੇ, ਕਿਸੇ ਪਿੰਡ ਦੇ ਵਿੱਚ, ਕਿਸੇ ਥੜੇ ਤੇ ਕਿਤੇ ਵੀ ਸ਼ੁਰੂ ਹੋ ਜਾਂਦੀ ਹੈਗੀ ਹੈ। ਨੁੱਕੜ ਨਾਟਕ ਆਮ ਤੌਰ ਤੇ ਦੇਖਣ ਚ ਇਹ ਆਇਆ ਹੈਗਾ ਕਿ ਉਹ ਕੋਈ ਵੀ ਜਿਹੜੀ ਸਮੱਸਿਆ ਅਜੋਕੇ ਦੌਰ ਦੀ ਜਾਂ ਕਰੰਟ ਜਿਹੜੀ ਪ੍ਰੋਬਲਮ ਹੁੰਦੀ ਹੈ ਉਹਨੂੰ ਆਧਾਰ ਬਣਾ ਕੇ ਨੁੱਕੜ ਨਾਟਕ ਜਿਹੜਾ ਹੈ ਖੇਡਿਆ ਜਾਂਦਾ ਹੈਗਾ। ਸੋ ਅਜਿਹੇ ਜਿਹੜੇ ਨੁੱਕੜ ਨਾਟਕ ਹੈਗੇ ਨੇ, ਆਮ ਤੌਰ ਤੇ ਇਹ ਹੁੰਦਾ ਕਿ ਇਹ ਅਲੱਗ-ਅਲੱਗ ਥਾਵਾਂ ਤੇ ਖੇਡੇ ਜਾਂਦੇ ਨੇ ਤੇ ਉਹ ਜਿਹੜੀਆਂ ਥਾਵਾਂ ਨੇ ਉਹ ਪਹਿਲਾਂ ਉਸ ਢੰਗ ਨਾਲ ਪ੍ਰੋਪਰ ਫਿਕਸ ਵੀ ਨਹੀਂ ਹੁੰਦੀਆਂ, ਸਰਕਾਰ ਤੋਂ ਉਸ ਢੰਗ ਦੀ ਮਨਜ਼ੂਰੀ ਵੀ ਨਹੀਂ ਲਈ ਜਾਂਦੀ ਹੈਗੀ, ਨਾ ਹੀ ਉਸ ਢੰਗ ਨਾਲ ਪਹਿਲਾਂ ਲੋਕਾਂ ਨੂੰ ਸੂਚਿਤ ਕੀਤਾ ਜਾਂਦਾ ਹੈਗਾ। ਤਾਂ ਕੀ ਹੁੰਦਾ ਕਿ ਕਈ ਵਾਰੀ ਜਿਹੜੇ ਰੰਗ ਕਰਮੀ ਹੈਗੇ ਨੇ, ਖਾਸ ਤੌਰ ਤੇ ਨੁੱਕੜ ਨਾਟਕ ਦੇ ਨਾਲ ਜੁੜੇ ਹੋਏ ਜਿਹੜੇ ਰੰਗ ਕਰਮੀ ਨੇ, ਉਹਨਾਂ ਦਾ ਕਲੈਸ਼ ਹੋ ਜਾਂਦਾ ਹੈਗਾ ਰੰਗ ਕਰਮੀਆਂ ਦੇ ਨਾਲ, ਸੱਤਾ ਦੇ ਨਾਲ, ਸਥਾਪਤੀ ਦੇ ਨਾਲ, ਜਾਂ ਜਿਹੜਾ ਸਥਾਪਤੀ ਦਾ ਤੰਤਰ ਹੈਗਾ ਉਹਦੇ ਨਾਲ। ਪਿੱਛੇ ਜੇ ਇੱਕ ਘਟਨਾ ਵਾਪਰੀ ਹੈਗੀ ਹੈ, ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਨੇ, ਪਰ ਪਿੱਛੇ ਜੇ ਲਾਈਮਲਾਈਟ ਹੋਈ ਇੱਕ ਘਟਨਾ ਹੈ ਕਿ ਮੋਗੇ ਦੇ ਵਿੱਚ ਜਿਹੜੇ ਰੰਗ ਕਰਮੀ ਸੀ, ਖਾਸ ਤੌਰ ਤੇ ਅੱਜ ਕੱਲ੍ਹ ਕਿਸਾਨ ਧਰਨੇ ਲੱਗ ਰਹੇ ਨੇ ਬਿੱਲਾਂ ਦੇ ਵਿਰੋਧ ਦੇ ਵਿੱਚ, ਉਸ ਕਿਸਾਨ ਧਰਨੇ ਦੇ ਨਾਲ ਜੁੜੀ ਹੋਈ ਉੱਥੇ ਨਾਟਕ ਕਰ ਰਹੀ, ਨਾਟਕ ਕਰਨ ਜਾ ਰਹੀ, ਨਾਟਕ ਕਰਕੇ ਆ ਰਹੀ ਇੱਕ ਟੀਮ ਜਿਹੜੀ ਹੈ ਉਹਨੂੰ ਰੋਕਿਆ ਜਾਂਦਾ ਹੈਗਾ, ਪੁਲਿਸ ਵੱਲੋਂ ਰੋਕਿਆ ਜਾਂਦਾ ਹੈਗਾ, ਸਰਕਾਰੀ ਤੰਤਰ ਵੱਲੋਂ ਰੋਕੇ ਜਾਣ ਤੋਂ ਬਾਅਦ ਉਹ ਜਿਹੜੀ ਟੀਮ ਹੈ ਉਹਦੇ ਜਿਹੜੇ ਮੈਂਬਰ ਨੇ ਉਹਨਾਂ ਦੇ ਨਾਲ ਜਿਹੜੀ ਹੈਗੀ ਹੈ ਬਦਸਲੂਕੀ ਕੀਤੀ ਜਾਂਦੀ ਹੈ, ਬਦਤਮੀਜ਼ੀ ਕੀਤੀ ਜਾਂਦੀ ਹੈਗੀ ਹੈ। ਉਸ ਨਾਟਕ ਟੀਮ ਦੇ ਵਿੱਚ ਇੱਕ ਕੁੜੀ ਵੀ ਸ਼ਾਮਲ ਹੈਗੀ ਹੈ। ਉਹ ਕੁੜੀ ਜਿਹੜੀ ਹੈ ਉਹਦੇ ਨਾਲ ਵੀ ਜਿਹੜੀ ਖਾਸ ਤੌਰ ਤੇ ਉਹਦੇ ਨਾਲ ਵਧੀਕੀ ਕੀਤੀ ਜਾਂਦੀ ਹੈਗੀ ਹੈ। ਕਿਸੇ ਵੀ ਜਿਹੜੀ ਲੇਡੀ ਕਾਂਸਟੇਬਲ ਵਗੈਰਾ ਜਾਂ ਜਿਹੜਾ ਵੀ ਲੇਡੀ ਉਹ ਹੋ ਸਕਦਾ ਹੈਗਾ, ਉਹ ਉਹਨੂੰ ਪ੍ਰੋਵਾਈਡ ਨਹੀਂ ਕਰਵਾਇਆ ਜਾਂਦਾ ਹੈਗਾ। ਉਸੇ ਥਾਣੇ ਦੇ ਵਿੱਚ ਇੱਕ ਪੁਲਿਸ ਵਾਲਾ ਜਿਹੜਾ ਕਿ ਜਿਹੜਾ ਸ਼ਰਾਬੀ ਸੀ, ਉਹਨੇ ਬਹੁਤ ਜ਼ਿਆਦਾ ਬਦਤਮੀਜ਼ੀ ਕੀਤੀ। ਹਾਲਾਂਕਿ ਇਹ ਮਸਲਾ ਉੱਭਰਨ ਤੋਂ ਬਾਅਦ, ਇਹ ਮਸਲਾ ਸੋਸ਼ਲ ਮੀਡੀਆ ਤੇ ਆਉਣ ਤੋਂ ਬਾਅਦ, ਇਹ ਮਸਲਾ ਲੋਕਾਂ ਦੇ ਵਿੱਚ ਪਹੁੰਚਣ ਤੋਂ ਬਾਅਦ ਇੱਕ ਜਿਹੜਾ ਪ੍ਰੈਸ਼ਰ ਕ੍ਰੀਏਟ ਹੋਇਆ, ਉਹ ਪ੍ਰੈਸ਼ਰ ਜਿਹੜਾ ਹੈ ਉਹਦੇ ਅਧੀਨ ਜਿਹੜੇ ਵੀ ਪੁਲਿਸ ਥਾਣੇ ਵੱਲੋਂ ਬਦਤਮੀਜ਼ੀ ਕੀਤੀ ਗਈ ਸੀ, ਸੰਬੰਧਿਤ ਧਿਰ ਵੱਲੋਂ ਪਬਲਿਕਲੀ ਆ ਕੇ ਮੁਆਫੀ ਮੰਗ ਲਈ ਗਈ ਹੈਗੀ ਆ। ਸਾਡਾ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਹੈ, ਜਿਹਦਾ ਨਾਮ ਅਸੀਂ ਢੁੱਕਦੀ ਗੱਲ ਰੱਖਿਆ ਹੈ,
ਅਸੀਂ ਇਹਦੇ ਵਿੱਚ ਇਹ ਮੁੱਦਾ ਲੈ ਕੇ ਆਏ ਹੈਗੇ ਆ, ਤੁਹਾਡੇ ਨਾਲ ਡਿਸਕਸ ਕਰਨਾ ਹੈਗਾ। ਅਸੀਂ ਜਿਹੜੇ ਕੁਛ ਵਿਦਵਾਨ ਸੱਜਣ ਨੇ ਰੰਗਮੰਚ ਦੇ ਨਾਲ ਜੁੜੇ ਹੋਏ ਨੇ, ਜਿਨ੍ਹਾਂ ਦੇ ਵਿੱਚ ਕਿ ਸਾਡੇ ਕੇਵਲ ਭਾਜੀ ਨੇ ਅੰਮ੍ਰਿਤਸਰ ਤੋਂ, ਡਾਕਟਰ ਸਾਹਿਬ ਸਿੰਘ ਨੇ ਚੰਡੀਗੜ੍ਹ ਤੋਂ, ਦਵਿੰਦਰ ਦਮਨ ਜੀ ਨੇ, ਸੰਜੀਵਨ ਜੀ ਨੇ, ਵਿੱਕੀ ਮਹੇਸ਼ਰੀ ਹੈ। ਇਹ ਸਾਡੇ ਜਿਹੜੇ ਕੁਛ ਰੰਗਮੰਚ ਦੇ ਜਿਹੜੇ ਆਪਾਂ ਕਹਿ ਸਕਦੇ ਹੈਗੇ ਆ ਰੰਗਕਰਮੀ, ਵੱਡੇ ਰੰਗਕਰਮੀ, ਨਾਮਵਰ ਰੰਗਕਰਮੀ ਹੈਗੇ ਨੇ। ਅਸੀਂ ਇਹਨਾਂ ਨੂੰ ਇੱਥੇ ਬੁਲਾਇਆ ਹੈਗਾ। ਮੁੱਦਾ ਕੀ ਹੈ? ਮੁੱਦਾ ਇਹ ਹੈਗਾ ਕਿ ਇਹ ਮੋਗੇ ਵਾਲੀ ਘਟਨਾ ਵਾਪਰ ਗਈ। ਘਟਨਾ ਵਾਪਰਨ ਤੋਂ ਬਾਅਦ ਕੀ ਹੋਇਆ ਕਿ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਨੇ ਮੁਆਫੀ ਮੰਗ ਲਈ ਹੈਗੀ ਆ। ਹੁਣ ਮੁੱਦਾ ਮੇਨ ਇਹ ਹੈ ਕਿ ਇੱਕ ਘਟਨਾ ਇਹ ਵਾਪਰ ਚੁੱਕੀ ਹੈ, ਇਸ ਤੋਂ ਬਾਅਦ ਕੀ ਸਾਨੂੰ ਇਹ ਗਰੰਟੀ ਹੈ ਕਿ ਉਹ ਪੁਲਿਸ ਵਾਲੇ ਦੇ ਮੁਆਫੀ ਮੰਗਣ ਤੋਂ ਬਾਅਦ ਦੁਬਾਰਾ ਕਦੇ ਇਹੋ ਜਿਹੀ ਘਟਨਾ ਨਹੀਂ ਵਾਪਰੂਗੀ? ਅੱਜ ਇੱਕ ਸਥਾਨ ਤੇ ਘਟਨਾ ਵਾਪਰੀ ਹੈ, ਕੱਲ ਨੂੰ ਦੂਜੇ ਤੇ ਵਾਪਰ ਸਕਦੀ ਹੈ, ਤੀਜੇ ਤੇ ਵਾਪਰ ਸਕਦੀ ਹੈ। ਸਾਡਾ ਮੁੱਦਾ ਇਹ ਹੈਗਾ ਕਿ ਜਦੋਂ ਸਾਡਾ ਕੋਈ ਵੀ ਰੰਗਕਰਮੀ ਸਾਥੀ ਕਿਤੇ ਵੀ ਕਿਸੇ ਮੁਸੀਬਤ ਦੇ ਵਿੱਚ ਫਸ ਜਾਂਦਾ ਹੈਗਾ, ਕਿ ਉਹਦੀ ਮੁਸੀਬਤ ਦੇ ਵਿੱਚ ਔਨ ਦਾ ਸਪੌਟ ਉਹਨੂੰ ਕੋਈ ਵੀ ਸਹਾਇਤਾ ਦੇਣ ਵਾਸਤੇ ਸਾਡੇ ਕੋਲੇ ਕੋਈ ਵੀ ਕੋਈ ਇਹੋ ਜਿਹੀ ਕੋਈ ਸੰਸਥਾ ਹੈ, ਇਹੋ ਜਿਹਾ ਕੋਈ ਮੰਚ ਹੈ, ਇਹੋ ਜਿਹਾ ਕੋਈ ਨੰਬਰ ਹੈ ਜਿਹਦੇ ਤੇ ਉਹ ਕਾਲ ਕਰਕੇ ਆਪਣੀ ਜਿਹੜੀ ਮੌਜੂਦਾ ਸਥਿਤੀ ਹੈਗੀ ਹੈ ਉਹਦੇ ਨਾਲ ਉਹ ਸੰਬੰਧਿਤ ਧਿਰ ਨੂੰ, ਐਡਮਿਨਿਸਟ੍ਰੇਸ਼ਨ ਨੂੰ ਰੂਬਰੂ ਕਰਵਾ ਸਕੇ। ਹੁਣ ਕੋਈ ਬੰਦਾ ਫੜਿਆ ਜਾਂਦਾ, ਫੜੇ ਜਾਣ ਤੋਂ ਬਾਅਦ ਅਸੀਂ ਉਹਦੀ ਨਿਖੇਧੀ ਕਰ ਸਕਦੇ ਹੈਗੇ ਆ, ਅਸੀਂ ਬਾਅਦ ਦੇ ਵਿੱਚ ਉਸ ਬਾਰੇ ਗੱਲਾਂ ਬਾਤਾਂ ਕਰ ਸਕਦੇ ਹਾਂ, ਪਰ ਔਨ ਦਾ ਸਪੌਟ ਜੇ ਕੋਈ ਪੁਲਿਸ ਵਾਲਾ ਫੜ ਲੈਂਦਾ, ਜੇ ਉਹਦਾ ਬਿਹੇਵ ਹਿੰਸਕ ਹੋ ਜਾਂਦਾ ਹੈਗਾ, ਉਹ ਹਿੰਸਕ ਬਿਹੇਵ ਦੇ ਵਿੱਚ ਕੁਝ ਵੀ ਵਾਪਰ ਸਕਦਾ ਹੈਗਾ। ਉਹ ਜਿਹੜਾ ਕੁਝ ਵੀ ਵਾਪਰ ਸਕਦਾ ਹੈਗਾ ਉਹਨੂੰ ਅਸੀਂ ਬਚਾਉਣ ਵਾਸਤੇ, ਉਹਦੇ ਤੋਂ ਰੱਖਿਆ ਕਰਨ ਵਾਸਤੇ ਅਸੀਂ ਇੱਥੇ ਇਕੱਠੇ ਹੋਏ ਆ ਕਿ ਕੀ ਸਾਡੇ ਕੋਲੇ ਕੋਈ ਇਹੋ ਜਿਹਾ ਸੋਲੂਸ਼ਨ ਹੈਗਾ ਜਿਹਦੇ ਨਾਲ ਕਿ ਅਸੀਂ ਤੁਰਤ ਫੁਰਤ ਜਿਹੜੀ ਹੈਗੀ ਆ, ਜਿਹਨੂੰ ਅਸੀਂ ਕਹਿ ਸਕਦੇ ਹੈਗੇ ਆ ਕਿ ਮੁੱਢਲੀ ਸਹਾਇਤਾ, ਉਹ ਅਸੀਂ ਦੇ ਸਕਦੇ ਹੈਗੇ ਕਿਸੇ ਵੀ ਢੰਗ ਨਾਲ। ਸੋ ਸਭ ਤੋਂ ਪਹਿਲਾਂ ਮੈਂ ਆਪਣੀ ਇਹ ਗੱਲ ਜਿਹੜੀ ਕਿ ਸੁਣ ਚੁੱਕੇ ਨੇ ਸਾਡੇ ਨਾਲ ਜੁੜੇ ਹੋਏ ਡਾਕਟਰ ਕੇਵਲ ਧਾਲੀਵਾਲ ਜੀ, ਕੇਵਲ ਧਾਲੀਵਾਲ ਜੀ ਇਸ ਮੁੱਦੇ ਤੇ ਜਿਹੜਾ ਸਾਰਾ ਕੁਝ ਵਾਪਰਿਆ ਹੈਗਾ ਤੇ ਅੱਗੇ ਭਵਿੱਖ ਦੇ ਵਿੱਚ ਇਹ ਸਾਰੀਆਂ ਸਮੱਸਿਆਵਾਂ ਨੂੰ ਨਜਿੱਠਣ ਵਾਸਤੇ ਕੀ ਕਾਰਗਰ ਢੰਗ ਹੋ ਸਕਦੇ ਨੇ ਉਹਦੇ ਤੇ ਗੱਲ ਕਰਨਗੇ। ਮੈਂ ਬੇਨਤੀ ਕਰਦਾ ਹੈਗਾ ਕੇਵਲ ਧਾਲੀਵਾਲ ਜੀ ਨੂੰ ਕਿ ਜਿੰਨੀ ਮੈਂ ਸਾਰੀ ਗੱਲਬਾਤ ਕੀਤੀ ਹੈਗੀ ਹੈ ਉਹਨੂੰ ਆਧਾਰ ਬਣਾ ਕੇ, ਕਿਉਂਕਿ ਤੁਸੀਂ ਇੱਕ ਅਹੁਦੇ ਤੇ ਬੈਠੇ ਹੈਗੇ ਹੋ, ਇੱਕ ਤੁਹਾਡੇ ਕੋਲੇ ਅਹੁਦਾ ਹੈ, ਤੁਹਾਡੇ ਕੋਲੇ ਰੁਤਬਾ ਹੈ, ਉਸ ਰੁਤਬੇ ਦੇ ਆਧਾਰ ਤੇ ਕਿ ਤੁਸੀਂ ਕੀ ਸਾਨੂੰ ਕੋਈ ਸੋਲੂਸ਼ਨ ਦੇ ਸਕਦੇ ਹੈਗੇ ਹੋ ਇਹਦੇ ਨਾਲ ਸੰਬੰਧਿਤ। ਹਾਂਜੀ ਕੇਵਲ ਧਾਲੀਵਾਲ ਜੀ। ਸਰਬਜੀਤ, ਮੈਂ ਜਿਵੇਂ ਤੁਹਾਡੀ ਸਾਰੀ ਗੱਲ ਸੁਣੀ ਔਰ ਇਹ ਸਾਰੀ ਘਟਨਾ ਵੀ ਜਿਵੇਂ ਮੈਂ ਅਖਬਾਰ ਵਿੱਚ ਜਾਂ ਮੀਡੀਆ ਦੇ, ਸੋਸ਼ਲ ਮੀਡੀਆ ਤੇ ਅਖਬਾਰ ਵਿੱਚ ਤਾਂ ਇੰਨੀ ਨਹੀਂ ਸੀ, ਪਰ ਸੋਸ਼ਲ ਮੀਡੀਆ ਤੇ ਜ਼ਿਆਦਾ, ਕਿਉਂਕਿ ਅੱਜ ਕੱਲ ਸਾਰੇ ਜਿਹੜੇ ਅਖਬਾਰਾਂ ਦੇ ਉਹ ਲੋਕਲ ਹੋ ਗਏ ਨੇ ਕਿ ਉਹ ਖਬਰ ਲੋਕਲ ਰਹਿ ਜਾਂਦੀ ਹੈ। ਇਹ ਵੀ ਇੱਕ ਬੜੀ ਵੱਡੀ ਕਿ ਦੂਰ ਤੱਕ ਗੱਲ ਹੀ ਨਹੀਂ ਪਹੁੰਚਦੀ ਸਾਡੀ। ਇਹਦੇ ਵਿੱਚ ਇਹ ਜਿਵੇਂ ਸਭ ਤੋਂ ਪਹਿਲੇ ਤਾਂ ਮੈਨੂੰ ਲੱਗਦਾ ਕਿ ਸਾਨੂੰ ਇਸ ਘਟਨਾ ਦੀ, ਜਿਵੇਂ ਅਸੀਂ ਪਹਿਲੇ ਵੀ ਕਿ ਅਸੀਂ ਇਹਦੀ ਨਿਖੇਧੀ ਵੀ ਕਰਨੀ ਚਾਹੀਦੀ ਹੈ ਤੇ ਡਟ ਕੇ ਇਹਦੇ ਖਿਲਾਫ ਖੜਨਾ ਚਾਹੀਦਾ ਕਿ ਇਹੋ ਜਿਹੀ ਘਟਨਾ ਜਿਹੜੀ ਦੁਬਾਰਾ ਕਦੀ ਵੀ ਨਾ, ਜਿਹੜੀ ਕਿ ਸਾਡੇ ਕਿਸੇ ਵੀ ਆਰਟਿਸਟ ਦੇ ਨਾਲ, ਸਿਰਫ ਥੀਏਟਰ ਵਾਲਿਆਂ ਨਾਲ ਹੀ ਨਹੀਂ ਬਲਕਿ ਕਿਸੇ ਵੀ ਤਰ੍ਹਾਂ ਦੇ ਕੋਈ ਕਲਾਕਾਰ ਦੇ ਨਾਲ ਅਜਿਹੀ ਘਟਨਾ ਜਿਹੜੀ ਵਾਪਰਨੀ ਨਹੀਂ ਚਾਹੀਦੀ। ਪਰ ਇਹ ਵਰਤਾਰਾ ਜਿਹੜਾ ਮੈਂ ਸਮਝਦਾ ਇਹ ਕੋਈ ਨਵਾਂ ਵਰਤਾਰਾ ਨਹੀਂ ਹੈ ਔਰ ਇਹ ਚੰਗਾ ਵਰਤਾਰਾ ਵੀ ਨਹੀਂ ਹੈ, ਕਿਉਂਕਿ ਰੰਗਮੰਚ ਨੇ ਜਿਹੜੀ ਆਪਣੇ ਹਿੱਸੇ ਦੀ ਗੱਲ ਕਰਨੀ ਹੈ ਇਹਨੇ ਕਰਦੇ ਰਹਿਣਾ ਵਾ ਔਰ ਇਹਨੇ ਹਮੇਸ਼ਾ ਹੀ ਸਥਾਪਤੀ ਦੇ ਜਿਹੜਾ ਖਿਲਾਫ ਗੱਲ ਕਰਨੀ ਹੈ। ਔਰ ਮੇਰਾ ਖਿਆਲ ਹੈ ਕਈ ਵਾਰੀ ਅਸੀਂ ਇਹ ਜਿਹੜੇ ਜਿਸ ਤਰ੍ਹਾਂ ਦੀ ਘਟਨਾ ਜਿਵੇਂ ਮੈਨੂੰ ਸੁਣਨ ਨੂੰ ਮਿਲੀ ਜਾਂ ਪੜ੍ਹਨ ਨੂੰ ਮਿਲੀ ਸੋਸ਼ਲ ਮੀਡੀਆ ਦੇ ਉੱਤੇ ਵੀ ਨਾਟਕ ਕਰਨ ਤੋਂ ਬਾਅਦ ਟੀਮ ਵਾਪਸ ਜਾ ਰਹੀ ਸੀ ਔਰ ਉਹਨਾਂ ਨੂੰ ਰਸਤੇ ਵਿੱਚ ਰੋਕ ਕੇ ਉਹਨਾਂ ਨਾਲ ਬਦਤਮੀਜ਼ੀ ਕੀਤੀ ਗਈ, ਉਹਨਾਂ ਨੂੰ ਥਾਣੇ ਲਿਜਾਇਆ ਗਿਆ ਤੇ ਉਹ ਸਾਰਾ ਕੁਝ ਦੱਸਣ ਦੇ ਬਾਵਜੂਦ ਵੀ ਕੁੜੀ ਉਹਨਾਂ ਦੇ ਨਾਲ ਸੀ, ਕੁੜੀ ਜਿਹੜੀ ਕਿ ਖੁਦ ਯੂਨੀਵਰਸਿਟੀ ਦੀ ਜਿਹੜੀ ਕਿ ਸਟੂਡੈਂਟ ਰਹੀ ਹੈ, ਉਥੋਂ ਪਾਸ ਆਊਟ ਹੈ ਯੂਨੀਵਰਸਿਟੀ ਤੋਂ। ਇਹ ਵੀ ਗੱਲ ਸ਼ਾਇਦ ਏਡੀ ਵੱਡੀ ਨਹੀਂ ਕਿ ਪਾਸ ਆਊਟ ਨਾ ਵੀ ਕੁੜੀ ਪਾਸ ਆਊਟ ਹੁੰਦੀ, ਪਰ ਇੱਕ ਕਲਾਕਾਰ ਤਾਂ ਹੈ ਨਾ, ਉਹ ਚਾਹੇ ਅਨਪੜ੍ਹ ਵੀ ਕੁੜੀ ਹੋਵੇ ਜਾਂ ਪੜ੍ਹੀ ਲਿਖੀ ਕੁੜੀ ਹੋਵੇ। ਪਰ ਪੁਲਿਸ ਵੱਲੋਂ ਇਸ ਤਰ੍ਹਾਂ ਦੀ ਵਧੀਕੀ ਕੀਤੀ ਜਾਣਾ ਮੈਂ ਸਮਝਦਾ ਕਿ ਬਹੁਤ ਹੀ ਘਟੀਆ, ਬਹੁਤ ਘਟੀਆ ਕੰਮ ਹੈ। ਪਰ ਜਿਹੜਾ ਸਵਾਲ ਸਰਬਜੀਤ ਨੇ ਉਠਾਇਆ ਪਰ ਆਉਣ ਵਾਲੇ ਭਵਿੱਖ 'ਚ ਇਹੋ ਜਿਹਾ ਕੁਝ ਨਾ ਵਾਪਰੇ, ਇਹਦੇ ਲਈ ਸਾਨੂੰ ਕੋਈ ਇੱਕ ਪਲੇਟਫਾਰਮ ਦੀ ਲੋੜ ਹੈ। ਕੋਈ ਇੱਕ ਪਲੇਟਫਾਰਮ ਕੀ ਸਾਡੇ ਕੋਲ ਇਹੋ ਜਿਹਾ ਕੋਈ ਹੈਗਾ ਵਾ? ਮੇਰਾ ਖਿਆਲ ਹੈ ਕਿ ਇਹਦੀ ਜਿਹੜੀ ਕਦੀ ਅਸੀਂ ਸ਼ੁਰੂਆਤ ਕੀਤੀ ਸੀ
ਇਹਦੇ ਵਿੱਚ ਸੰਜੀਵਨ ਵੀ ਇੱਥੇ ਨਾਲ ਬੈਠੇ ਹੋਏ ਆ, ਡਾਕਟਰ ਸਾਹਿਬ ਸਿੰਘ ਅਸੀਂ ਔਰ ਦਮਨ ਸਾਹਿਬ ਵੀ ਇਹਦੇ ਵਿੱਚ ਹੈ। ਅਸੀਂ ਮੁੱਖ ਜਿਹੜੇ ਸੀਗੇ ਕਿ ਉਹਦੇ ਵਿੱਚ ਕੰਮ ਕਰਨ ਵਾਲੇ ਲੋਕ ਸੀ। ਜਦੋਂ ਅਸੀਂ ਕੇਂਦਰੀ ਪੰਜਾਬੀ ਰੰਗਮੰਚ ਸਭਾ ਦਾ ਗਠਨ ਕੀਤਾ ਔਰ ਬਹੁਤ ਸਾਲਾਂ ਤੱਕ ਅਸੀਂ ਬਹੁਤ ਸਾਰੇ ਇਹੋ ਜਿਹੇ ਮਸਲੇ ਜਿਹੜੇ ਉਸ ਪਲੇਟਫਾਰਮ ਤੋਂ ਉਠਾਏ ਵੀ, ਔਰ ਅਸੀਂ ਹਰ ਸ਼ਹਿਰ ਦੇ ਵਿੱਚ ਜਾ ਕੇ ਅਸੀਂ ਸੈਮੀਨਾਰ ਵੀ ਕੀਤੇ, ਪ੍ਰੋਗਰਾਮ ਵੀ ਆਯੋਜਿਤ ਕੀਤੇ। ਬਲਕਿ 27 ਮਾਰਚ ਦਾ ਜਿਹੜਾ ਵੱਡਾ ਸਮਾਗਮ ਸੀ ਉਹ ਇਸੇ ਹੀ ਜਿਹੜਾ ਵੱਡਾ ਪਲੇਟਫਾਰਮ ਸੀ ਜਿਹਦੇ ਵਿੱਚ ਕਿ ਸਾਰੇ ਸਾਡੇ ਪੰਜਾਬ ਦੇ ਕਲਾਕਾਰ ਜਿਹੜੇ ਸੀ ਉਹਦੇ ਵਿੱਚ ਸ਼ਾਮਲ ਸੀ। ਉਹ ਚ ਸ਼ਰਨ ਭਾਜੀ, ਹਰਚਰਨ ਸਿੰਘ ਹੋਰਾਂ ਤੋਂ ਲੈ ਕੇ ਸਾਡੇ ਤੱਕ ਦੀ ਸਾਰੀ ਪੀੜ੍ਹੀ ਜਿਹੜੀ ਸਾਡੇ ਤੋਂ ਬਾਅਦ ਵਾਲੀ ਪੀੜ੍ਹੀ ਵੀ ਜਿਹੜੇ ਉਹਦੇ ਵਿੱਚ ਸ਼ਾਮਲ ਸੀ। ਪਰ ਉਹ ਬਾਅਦ ਵਿੱਚ 8-10 ਸਾਲ ਇਸ ਤਰ੍ਹਾਂ ਕਾਫੀ ਕੰਮ ਹੋਇਆ, ਪਰ ਹੌਲੀ 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 ਉਹ ਵੀ ਇੱਕ ਸੰਸਥਾ ਜਿਹੜੀ ਕਹਿ ਲਓ ਕਿ ਹੁਣ ਕਹਿ ਲਓ ਕਿ ਉਹ ਖਤਮ ਹੀ ਹੋ ਗਈ। ਭਾਵੇਂ ਕਿ ਮੈਂ ਹੀ ਉਹਦਾ ਮੁਖੀ ਸੀ, ਸਾਹਿਬ ਸਿੰਘ ਸੀ, ਸੰਜੀਵਨ ਹੋਰੀ ਵੀ ਨਾਲ ਸੀਗੇ, ਪਰ ਉਹ ਖਤਮ ਹੋ ਗਈ। ਬਹੁਤ ਸਾਰਾ ਕੰਮ ਕਰਨ ਦੇ ਬਾਵਜੂਦ ਵੀ ਉਹ ਸੰਸਥਾ ਇੱਕ ਖਤਮ ਹੋ ਗਈ। ਪਰ ਮੈਨੂੰ ਲੱਗਦਾ ਕਿ ਜਿਹੇ ਪਲੇਟਫਾਰਮ ਦੀ ਮੌਜੂਦਾ ਸਮਿਆਂ ਵਿੱਚ ਜੋ ਕੁਝ ਸਾਨੂੰ ਅਸੀਂ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਔਰ ਹਰ ਸਟੇਟ ਵਿੱਚ ਜੋ ਹਾਲਾਤ ਵੇਖ ਰਹੇ ਆ, ਜੋ ਸਾਡੇ ਆਲੇ ਦੁਆਲੇ ਵਾਪਰ ਰਿਹਾ ਵਾ, ਔਰ ਜਿਹੜੇ ਚੈਲੰਜ ਸਾਨੂੰ ਮਿਲਦੇ ਪਏ ਆ, ਖਾਸ ਤੌਰ ਤੇ ਕਲਾਕਾਰਾਂ ਨੂੰ, ਲੇਖਕਾਂ ਨੂੰ, ਇਹ ਆਉਣ ਵਾਲੇ ਸਮੇਂ ਵਿੱਚ ਹੋਰ ਡੇਂਜਰਸ ਹੋ ਜਾਣੇ ਆ। ਔਰ ਇਹਦੇ ਵਾਸਤੇ ਸਾਨੂੰ ਇੱਕ ਪਲੇਟਫਾਰਮ ਦੀ ਲੋੜ ਹੈ। ਔਰ ਮੈਂ ਸਮਝਦਾ ਕਿ ਜਿਹੜੇ ਸਵਾਲ ਤੁਸੀਂ ਇਹਦੇ ਵਿੱਚ, ਮੈਂ ਪਹਿਲਾਂ ਟੁੱਕ ਦੀ ਗੱਲ ਵਾਲੇ ਇੱਕ ਪੈਂਫਲੇਟ ਵਿੱਚ ਪੜ੍ਹਦਾ ਪਿਆ ਸੀਗਾ ਕਿ ਕੀ ਇਹ ਆਪਣੇ ਆਪ 'ਚ ਪਹਿਲੀ ਘਟਨਾ ਹੈ? ਇਹ ਪਹਿਲੀ ਘਟਨਾ ਵੀ ਨਹੀਂ ਹੈ। ਇਹੋ ਜਿਹੇ ਵਰਤਾਰੇ ਵੱਖ-ਵੱਖ ਰੂਪ ਵਿੱਚ ਹੋਏ ਨੇ। ਇਹ ਪੁਲਿਸ ਵੱਲੋਂ ਵੀ ਹੋਏ, ਪ੍ਰਸ਼ਾਸਨ ਵੱਲੋਂ ਵੀ ਹੋਏ, ਇਹ ਸਰਕਾਰਾਂ ਵੱਲੋਂ ਵੀ ਹੋਏ, ਜਿਹੜੇ ਕਿ ਇੱਕ ਘਟਨਾ ਨਹੀਂ ਹੈ। ਇਹਨਾਂ ਘਟਨਾਵਾਂ ਦਾ ਅਗਰ ਜ਼ਿਕਰ ਕਰਨ ਲੱਗੋਗੇ ਤਾਂ ਇੱਕ ਵੱਡਾ ਪੂਰੀ ਦੀ ਪੂਰੀ ਕਿਤਾਬ ਲਿਖੀ ਜਾ ਸਕਦੀ ਹੈ। ਇਹ ਜਿਹੜੀਆਂ ਘਟਨਾਵਾਂ ਨੇ, ਵੀ ਇਹਦਾ ਕੋਈ ਪੱਕਾ ਹੱਲ ਹੈ ਕਿ ਇਹ ਵਰਤਾਰੇ ਇਸ ਤਰ੍ਹਾਂ ਵਾਪਰਦੇ ਰਹਿਣਗੇ, ਜਾਂ ਸਭ ਕੁਝ ਏਦਾਂ ਹੀ ਚੱਲਦਾ ਰਹੇਗਾ, ਜਾਂ ਕੀ ਅਸੀਂ ਜ਼ੁਬਾਨੀ ਕਲਾਮੀ ਗੱਲਾਂ ਦੇ ਵਿੱਚ ਹੀ ਇਹ ਸਾਰਾ ਕੁਝ ਅਸੀਂ ਇਹ ਕਰ ਲਾਂਗੇ, ਜਾਂ ਕੁਝ ਅਸੀਂ ਪ੍ਰੈਕਟੀਕਲੀ ਵੀ ਕਿਧਰੇ ਇਕੱਠੇ ਹੋਵਾਂਗੇ। ਮੇਰਾ ਖਿਆਲ ਹੈ ਕਿ ਇਹ ਵਕਤ ਹੈ। ਸਰਬਜੀਤ ਹੋਰਾਂ ਨੇ ਜਿਹੜਾ ਫਿਕਰ ਜ਼ਾਹਰ ਕੀਤਾ ਹੈ, ਔਰ ਜਿਹੜਾ ਇਹ ਜਿਸ ਫਿਕਰ ਨੂੰ ਲੈ ਕੇ ਅੱਜ ਦੀ ਇਹ ਗੱਲਬਾਤ ਦਾ ਸ਼ੁਰੂਆਤ ਹੋਈ ਹੈ, ਇਹ ਚਾਹੇ ਇਹ ਮੋਗੇ ਵਾਲੀ ਘਟਨਾ ਆ, ਚਾਹੇ ਜਦੋਂ ਅੰਮ੍ਰਿਤਸਰ ਦੇ ਵਿੱਚ ਜਦੋਂ ਮੈਂ ਕ੍ਰਿਸ਼ਨ ਨਾਟਕ ਖੇਡ ਰਿਹਾ ਸੀ, ਉਸ ਨੂੰ ਆ ਕੇ ਪੁਲਿਸ ਵੱਲੋਂ, ਪ੍ਰਸ਼ਾਸਨ ਵੱਲੋਂ ਤੇ ਉਸ ਵੇਲੇ ਜਿਹੜੀਆਂ ਕੋਈ RSS ਦੀਆਂ ਜਥੇਬੰਦੀਆਂ, ਸ਼ਿਵ ਸੈਨਾ ਤੇ ਹੋਰ ਕਈ ਸੈਨਾ ਜਿਹੜੀਆਂ ਸੀ, ਉਹਨਾਂ ਨੇ ਮਿਲ ਕੇ ਇਕੱਠਿਆਂ ਨੇ ਤੇ ਇੱਕ ਧਾਰਮਿਕ ਪਖੰਡ ਤੇ ਜਿਹੜਾ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਸਾਂਝਾ ਜਿਹੜਾ ਰੋਲ ਸੀ ਉਸ ਵੇਲੇ, ਉਹਨਾਂ ਨੇ ਕਾਫੀ ਜਿਹੜੀ ਕਿ ਬੇਹੂਦਗੀ ਕੀਤੀ ਸੀ ਉਸ ਵੇਲੇ, ਕਿ ਉਹਨਾਂ ਨੇ ਤਾਂ ਤਲਵਾਰਾਂ, ਪਿਸਤੌਲਾਂ, ਬੰਦੂਕਾਂ ਵੀ ਮੇਰੇ ਆਲੇ ਦੁਆਲੇ ਲਗਾ ਦਿੱਤੀਆਂ ਸੀਗੀਆਂ ਕਿ ਇਹਨੂੰ ਬੰਦ ਕਰਨ ਵਾਸਤੇ। ਸੋ ਮੈਨੂੰ ਲੱਗਦਾ ਕਿ ਇਹੋ ਜਿਹੀਆਂ ਕਈ ਘਟਨਾਵਾਂ ਨੇ ਜਿਹੜੀਆਂ ਕਿ ਵੱਖ-ਵੱਖ ਸਮਿਆਂ ਤੇ, ਜਿਹਦੇ ਵਿੱਚ ਸਾਹਿਬ ਸਿੰਘ ਵੀ ਜਾਂ ਦਮਨ ਸਾਹਿਬ ਵੀ ਗੱਲ ਕਰਨਗੇ ਕਿ ਕਿਵੇਂ ਇਹਨਾਂ ਨੂੰ ਵੀ ਇਹ ਫੇਸ ਕਰਨਾ ਪਈਆਂ ਘਟਨਾਵਾਂ ਜਿਹੜੀਆਂ। ਪਰ ਇਹਦਾ ਮੈਨੂੰ ਲੱਗਦਾ ਹੈ ਕਿ ਜਿਹੜਾ ਇੱਕ ਪਲੇਟਫਾਰਮ ਜਿਹੜੀ ਅੱਜ ਹੁਣ ਸਾਡੇ ਕੋਲ ਸੋਸ਼ਲ ਮੀਡੀਆ ਵੀ ਹੈ, ਸਾਡੇ ਕੋਲ ਫੋਨ ਦੀ ਫੈਸਿਲਿਟੀ ਵੀ ਹੈ ਕਿ ਅਸੀਂ ਸਾਡੇ ਨਾਲ ਜੇ ਕਿਤੇ ਵੀ ਕੋਈ ਅਜਿਹੀ ਘਟਨਾ ਵਾਪਰਦੀ ਹੈ, ਸਾਡੇ ਕੋਲ ਹਰ ਸ਼ਹਿਰ ਦੇ ਵਿੱਚ ਉਸ ਪਲੇਟਫਾਰਮ ਦੀ ਇੱਕ ਇਕਾਈ ਹੋਣੀ ਚਾਹੀਦੀ ਹੈ, ਜਿੱਥੇ ਇਹੋ ਜਿਹੀ ਕੋਈ ਘਟਨਾ ਵਾਪਰੇ ਉਹ ਇਕਾਈ ਜਿਹੜੀ ਹੈ ਇਮੀਡੀਏਟਲੀ ਰਿਸਪੌਂਡ ਕਰੇ, ਇਮੀਡੀਏਟਲੀ ਆਪਣੇ ਸਾਥੀਆਂ ਨਾਲ ਉੱਥੇ ਪਹੁੰਚੇ, ਤਾਂ ਜੋ ਉਹਨਾਂ ਨੂੰ ਜਿਹੜੀ ਕਿ ਮੁੱਢਲੀ ਸਹਾਇਤਾ ਦਿੱਤੀ ਜਾ ਸਕੇ, ਪ੍ਰਸ਼ਾਸਨ ਦੀ ਮਦਦ ਲਈ ਜਾ ਸਕੇ ਕਿ ਇਹ ਜ਼ਿਆਦਤੀ ਹੋ ਰਹੀ ਹੈ ਪੁਲਿਸ ਵੱਲੋਂ ਜਾਂ ਕਿਸੇ ਵੀ ਹੋਰ ਐਰੇ ਗੈਰੇ ਨੱਥੂ ਖੈਰੇ ਵੱਲੋਂ, ਵੀ ਇਹ ਜ਼ਿਆਦਤੀ ਹੋ ਰਹੀ ਹੈ। ਔਰ ਉੱਥੇ ਸਟਰੋਂਗਲੀ ਜਿਹੜਾ ਉਸ ਟੀਮ ਦੇ ਨਾਲ, ਉਹਨਾਂ ਕਲਾਕਾਰਾਂ ਦੇ ਨਾਲ ਜਿਹੜਾ ਸਾਨੂੰ ਖੜਨਾ ਚਾਹੀਦਾ। ਔਰ ਇਹ ਜਿਸ ਤਰ੍ਹਾਂ ਮੈਂ ਹੁਣ ਦੇਖ ਰਿਹਾ ਸੀ, ਕਿਉਂਕਿ ਮੈਂ ਵੀ ਪਿਛਲੇ ਦਿਨਾਂ 'ਚ ਕਾਫੀ ਸਾਰੇ ਸ਼ੋਜ਼ ਕਿਸਾਨ ਧਰਨਿਆਂ ਦੇ ਉੱਤੇ ਜਾ ਕੇ ਕੀਤੇ ਨੇ, ਔਰ ਮੈਂ ਉਹਨਾਂ ਨੂੰ ਸਲੂਟ ਕਰਦਾ, ਕਿਸਾਨਾਂ ਨੂੰ, ਉਹਨਾਂ ਜਥੇਬੰਦੀਆਂ ਨੂੰ, ਕਿ ਉਹਨਾਂ ਨੇ ਜਿਸ ਤਰ੍ਹਾਂ ਦਾ ਡਿਸਿਪਲਿਨ ਦਿਖਾਇਆ, ਜੋ ਉਹਨਾਂ ਨੇ ਅਗਵਾਈ ਦਿੱਤੀ ਹੈ, ਜੋ ਉਹਨਾਂ ਨੇ ਆਪਣੀ ਪਲੈਨਿੰਗ ਕੀਤੀ ਹੈ, ਉਹ ਕਮਾਲ ਦੀ ਹੈ। ਮੈਂ ਹੈਰਾਨ ਸੀ ਕਿ ਇੰਨੀ ਵੱਡੀ ਪਲੈਨਿੰਗ ਕਰਨ ਵਾਲੇ ਲੋਕ ਜੇਕਰ ਇਸ ਧਰਤੀ ਤੇ ਹੈਗੇ ਆ, ਤੇ ਫਿਰ ਕਿਉਂ ਨਹੀਂ ਇੰਨਾ ਕੁਝ ਬਦਲਦਾ ਪਿਆ? ਫਿਰ ਕਿਉਂ ਨਹੀਂ ਬਦਲਦਾ ਪਿਆ ਜਿੱਥੇ ਇੰਨਾ ਡਿਸਿਪਲਿਨ ਹੋਵੇ, ਜਿੱਥੇ ਕਿਸੇ ਤਰ੍ਹਾਂ ਦੀ ਕੋਈ ਵੀ ਇਨਡਿਸਿਪਲਿਨ ਨਹੀਂ, ਹਜ਼ਾਰਾਂ ਤਾਦਾਦ ਵਿੱਚ ਲੋਕ ਨੇ ਆ ਕੇ ਸੜਕਾਂ ਤੇ ਬੈਠੇ ਆ, ਧਰਨਿਆਂ ਤੇ ਬੈਠੇ ਆ, ਪਲੇਟਫਾਰਮ ਦੇ ਉੱਤੇ ਬੈਠੇ ਆ, ਰੇਲਾਂ ਦੇ ਉੱਤੇ ਬੈਠੇ ਹੋਏ ਨੇ। ਯਾਨੀ
ਜੇਕਰ ਸਾਡੇ ਕੋਲ ਅਜਿਹੀ ਸੋਚ ਵਾਲੇ ਲੋਕ ਨੇ ਤੇ ਇਹ ਜਿਹੜੀ ਘਟਨਾ ਵਾਪਰੀ ਹੈ ਰੰਗ ਕਰਮੀਆਂ ਦੇ ਵਿੱਚ, ਔਰ ਅਸੀਂ ਤੇ ਸਭ ਤੋਂ ਵੱਧ ਡਿਸਪਲਿਨ ਦੇਣੇ ਚਾਹੁੰਦੇ ਆ, ਅਸੀਂ ਉਹ ਲੋਕ ਆ ਜਿਹੜੇ ਕਿ ਥੀਏਟਰ ਵਾਲੇ, ਕਿ ਅਸੀਂ ਬੜਾ ਡਿਸਪਲਿਨ ਰੱਖਦੇ ਆ, ਭਾਵੇਂ ਰਿਹਰਸਲਾਂ ਵਿੱਚ ਭਾਵੇਂ ਸ਼ੋਅ ਦੇ ਵਿੱਚ ਟਾਈਮਿੰਗ ਦੇ ਹਿਸਾਬ ਨਾਲ। ਮੈਨੂੰ ਲੱਗਦਾ ਹੈ ਕਿ ਜੇਕਰ ਅਸੀਂ ਕੋਈ ਪਲੇਟਫਾਰਮ ਅਸੀਂ ਅਜਿਹਾ ਇੱਕ ਤਿਆਰ ਕਰ ਲਈਏ, ਔਰ ਇਹ ਇੱਕ ਘਟਨਾ ਸਾਡੇ ਲਈ ਚੈਲੰਜ ਬਣ ਕੇ ਆਈ ਹੈ, ਮੈਨੂੰ ਲੱਗਦਾ ਇਹ ਚੈਲੰਜ ਨੂੰ ਕਬੂਲ ਕਰਨਾ ਚਾਹੀਦਾ ਕਿ ਇਹ ਚੈਲੰਜ ਹੈ ਸਾਡੇ ਲਈ, ਇਹ ਘਟਨਾਵਾਂ ਫੇਰ ਹੋਣੀਆਂ ਨੇ, ਇਹ ਰੁਕਣੀਆਂ ਨਹੀਂ ਹੈ, ਇਹ ਫੇਰ ਹੋਣੀਆਂ, ਕਿਸੇ ਨਾ ਕਿਸੇ ਹੋਰ ਰੂਪ ਚ ਹੋਣੀਆਂ। ਸੋ ਉਹਨਾਂ ਨੂੰ ਟੱਕਰ ਦੇਣ ਲਈ, ਉਹਨਾਂ ਦੇ ਨਾਲ ਸਿੱਝਣ ਵਾਸਤੇ ਸਾਨੂੰ ਇੱਕ ਪਲੇਟਫਾਰਮ ਜਿਹੜਾ ਜਿਵੇਂ ਦਾ ਅਸੀਂ ਪਹਿਲੇ ਕਿਸੇ ਵੇਲੇ ਤਿਆਰ ਕੀਤਾ ਸੀ, ਕੁਝ ਸਾਲ ਅਸੀਂ ਕੰਮ ਵੀ ਕੀਤਾ, ਪਰ ਫਿਰ ਕੁਝ ਕਾਰਨਾਂ ਕਰਕੇ ਉਹ ਖਤਮ ਹੋ ਗਿਆ, ਜਾਂ ਏਦਾਂ ਹੀ ਹੈ ਪਿਆ ਹੋਇਆ। ਪਰ ਕੋਈ ਵੀ ਪਲੇਟਫਾਰਮ ਹੋ ਸਕਦਾ, ਕੋਈ ਵੀ ਉਹਦਾ ਕੋਈ ਸਰਕਰਦਾ ਹੋ ਸਕਦਾ, ਪਰ ਉਹਦੀ ਇਕਾਈ ਹਰ ਸ਼ਹਿਰ ਦੇ ਵਿੱਚ, ਹਰ ਜ਼ਿਲ੍ਹੇ ਦੇ ਵਿੱਚ ਹੋਣੀ ਚਾਹੀਦੀ, ਜਿੱਥੇ ਜਿੱਥੇ ਰੰਗਕਰਮੀ ਹੈਗੇ ਆ, ਥੀਏਟਰ ਵਾਲੇ ਆ, ਕਲਾਕਾਰ ਨੇ, ਔਰ ਇੱਕ ਸਾਂਝਾ ਪਲੇਟਫਾਰਮ ਉਹ ਬਣਨਾ ਚਾਹੀਦਾ। ਔਰ ਅਜਿਹੀ ਘਟਨਾ ਜਿਹੜੀ ਇਮੀਡੀਏਟਲੀ ਕਿਸੇ ਨੂੰ ਵਾਪਰੇ ਤੇ ਉੱਥੇ ਸਾਰਿਆਂ ਨੂੰ ਜਿਹੜਾ ਉਹਦੇ ਤੇ ਰਿਐਕਟ ਕਰਨਾ ਚਾਹੀਦਾ, ਉੱਥੇ ਜਾਣਾ ਚਾਹੀਦਾ, ਪੋਲੀਟੀਕਲੀ ਉਹਦੇ ਵਿੱਚ ਸ਼ਮੂਲੀਅਤ ਹੋਣੀ ਚਾਹੀਦੀ ਹੈ, ਤਾਂ ਜੋ ਅਜਿਹੀਆਂ ਘਟਨਾਵਾਂ ਜਿਹੜਾ ਕਿ ਹੱਲ ਪਾਈ ਜਾ ਸਕੇ, ਰੋਕਿਆ ਜਾ ਸਕੇ। ਸੋ ਮੈਂ ਇਹ ਇੰਨੀਆਂ ਗੱਲਾਂ ਨਾਲ ਆਪਣੀ ਗੱਲ ਖਤਮ ਕਰਦਾ, ਫਿਰ ਗੱਲ ਅੱਗੇ ਤੁਰੇਗੀ ਤੇ ਫਿਰ ਆਪਾਂ ਹੋਰ ਉਹਦੇ ਵਿੱਚ ਵੀ ਸ਼ਾਮਲ ਹੁੰਦੇ। ਜੀ ਜੀ, ਸ਼ੁਕਰੀਆ ਕੇਵਲ ਭਾਜੀ, ਤੁਸੀਂ ਗੱਲਬਾਤ ਕੀਤੀ ਹੈਗੀ ਹੈ ਤੇ ਇਹ ਘਟਨਾ ਦੇ ਨਾਲ ਜੁੜਿਆ ਹੋਇਆ ਹੋਰ ਜਿਹੜਾ ਇਤਿਹਾਸ ਹੈ ਉਹਦੇ ਬਾਰੇ ਵੀ ਸਾਨੂੰ ਦੱਸਿਆ ਹੈਗਾ। ਅਸੀਂ ਵੀ ਜਾਣਦੇ ਹੈਗੇ ਆ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈਗੀ, ਇਸ ਤੋਂ ਪਹਿਲਾਂ ਬਹੁਤ ਵਾਰੀ ਜਿਹੜੀਆਂ ਸਰਕਾਰੀ ਤੇ ਗੈਰ ਸਰਕਾਰੀ ਤਾਕਤਾਂ ਹੈਗੀਆਂ ਨੇ, ਇਹ ਜੂਝਦੀਆਂ ਰਹੀਆਂ ਨੇ ਰੰਗਕਰਮੀਆਂ ਦੇ ਨਾਲ, ਤੇ ਰੰਗਕਰਮੀ ਇਹਨਾਂ ਨਾਲ ਜੂਝਦੇ ਰਹੇ ਨੇ, ਤੇ ਇਹ ਜਿਹੜਾ ਦਵੰਦ ਹੈਗਾ ਚੱਲਦਾ ਹੀ ਰਿਹਾ ਹੈਗਾ। ਤੁਸੀਂ ਇੱਕ ਬੜੀ ਮਹੱਤਵਪੂਰਨ ਜਿਹੜੀ ਗੱਲ ਕੀਤੀ ਹੈ, ਇੱਕ ਮਹੱਤਵਪੂਰਨ ਨੁਕਤਾ ਸੁਝਾਇਆ ਹੈਗਾ ਕਿ ਕੋਈ ਇਹੋ ਜਿਹਾ ਕਲਾਕਾਰਾਂ ਦਾ ਹੀ ਮੰਚ ਬਣਨਾ ਚਾਹੀਦਾ ਹੈਗਾ ਕਿ ਅਸੀਂ ਉਹਦਾ ਇੱਕ ਜਿਹੜਾ ਹੈਗਾ ਪਾਰਟੀਕੂਲਰ ਕਿਸੇ ਬੰਦੇ ਨੂੰ ਥਾਪ ਸਕਦੇ ਹਾਂ, ਪਰ ਉਹਦੀਆਂ ਜਿਹੜੀਆਂ ਇਕਾਈਆਂ ਹੈਗੀਆਂ ਨੇ ਉਹ ਸਾਰੇ ਸ਼ਹਿਰਾਂ ਦੇ ਵਿੱਚ ਜ਼ਰੂਰ ਹੋਣੀਆਂ ਚਾਹੀਦੀਆਂ ਨੇ, ਤਾਂ ਕਿ ਨੇੜੇ ਤੋਂ ਨੇੜੇ ਜਿਹੜਾ ਵੀ ਬੰਦਾ ਉੱਥੇ ਹੈਗਾ ਉਹ ਉਸ ਸਹਾਇਤਾ ਵਾਸਤੇ ਪਹੁੰਚ ਸਕੇ। ਸਾਰੇ ਦੋਸਤ ਜਿਹੜੇ ਕਿ ਇਸ ਢੁਕਦੀ ਗੱਲ ਲਾਈਵ ਨਾਲ ਜੁੜੇ ਹੋਏ ਨੇ, ਉਹ YouTube ਤੇ ਜਾਂ Facebook ਤੇ ਇਹ ਜਿਹੜਾ ਲਿੰਕ ਹੈਗਾ ਇਹਦੇ ਰਾਹੀਂ ਉਹ ਸਾਡੇ ਨਾਲ ਜੁੜ ਸਕਦੇ ਹੈਗੇ ਨੇ। ਦੋਸਤਾਂ ਨੂੰ ਇਹ ਵੀ ਸਨਿਮਰ ਬੇਨਤੀ ਹੈਗੀ ਹੈ ਕਿ ਤੁਸੀਂ ਜਿਹੜੇ ਟਿੱਪਣੀਆਂ ਕਰਨੀਆਂ ਚਾਹੋ, ਕੋਈ ਸਵਾਲ ਪੁੱਛਣਾ ਚਾਹੋ, ਜਿਹੜੇ ਵੀ ਇੱਥੇ ਸਾਡੇ ਮਹਿਮਾਨ ਆਏ ਹੋਏ ਨੇ, ਤੁਸੀਂ ਉਹਨਾਂ ਤੋਂ ਪੁੱਛ ਸਕਦੇ ਹੈਗੇ ਹੋ, ਤੇ ਮੈਂ ਜਿਹੜੇ ਤੁਹਾਡੇ ਸਵਾਲ ਹੈਗਾ ਉਹਨਾਂ ਤੱਕ ਪਹੁੰਚਦੇ ਜ਼ਰੂਰ ਕਰੂੰਗਾ। ਜੇ ਕੋਈ ਦੋਸਤ ਕੋਈ ਮਹੱਤਵਪੂਰਨ ਗੱਲ ਕਰਨਾ ਚਾਹੁੰਦਾ ਹੈਗਾ ਤੇ ਉਹ ਇਸ ਲਾਈਵ ਦਾ ਹਿੱਸਾ ਬਣਨਾ ਚਾਹੁੰਦਾ ਹੈਗਾ, ਤਾਂ ਉਹਨਾਂ ਨੂੰ ਵੀ ਜੀ ਆਇਆਂ ਸਨਿਮਰ ਬੇਨਤੀ ਹੈਗੀ ਹੈ ਕਿ ਇੱਕ ਵਾਰੀ ਤੁਸੀਂ ਜ਼ਰੂਰ ਮੈਂਸ਼ਨ ਕਰ ਦਿਓ ਜੇ ਕੋਈ ਗੱਲ ਕਰਨਾ ਚਾਹੁੰਦੇ ਹੈਗੇ ਹੋ। ਬਸ ਇੱਕ ਸਨਿਮਰ ਬੇਨਤੀ ਹੈ ਕਿ ਤੁਸੀਂ ਜਿਹੜੀ ਥਾਂ ਤੇ ਬੈਠੇ ਹੈਗੇ ਹੋ, ਤੁਹਾਡਾ ਉਹ ਥਾਂ ਤੇ ਇੰਟਰਨੈਟ ਹੋਣਾ ਚਾਹੀਦਾ, ਤਾਂ ਕਿ ਚੱਲਦਾ ਜਿਹੜਾ ਪ੍ਰੋਗਰਾਮ ਹੈਗਾ ਅੱਧ ਵਿਚਕਾਰ ਨਾ ਰੁਕ ਸਕੇ। ਮੈਂ ਇਸ ਜਿਹੜਾ ਪ੍ਰੋਗਰਾਮ ਹੈ ਅਸੀਂ ਦੇਖ ਰਹੇ ਹਾਂ ਢੁਕਦੀ ਗੱਲ, ਇਹਨੂੰ ਪਰਦੇ ਪਿੱਛੋਂ ਚਲਾ ਰਹੇ ਗੁਰਵਿੰਦਰ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ। ਗੁਰਵਿੰਦਰ ਜੀ, ਇੱਕ ਬੇਨਤੀ ਕਰਨ ਲੱਗਿਆ ਹੈਗਾ ਕਿ ਜਿਹੜੇ ਸੁਨੇਹੇ ਆ ਰਹੇ ਨੇ ਦਰਸ਼ਕਾਂ ਦੇ, ਜੇ ਕਿਰਪਾ ਕਰਕੇ ਉਹਨਾਂ ਦੇ ਵਿੱਚੋਂ ਡਿਸਪਲੇ ਕਰਨਾ ਤੁਸੀਂ ਸ਼ੁਰੂ ਕਰ ਦਿਓ ਤਾਂ ਮੈਂ ਉਹ ਸੁਨੇਹੇ ਪੜ੍ਹ ਕੇ ਦੱਸ ਵੀ ਸਕਦਾ ਹੈਗਾ। ਗੁਰਵਿੰਦਰ ਜੀ ਸ਼ੁਕਰੀਆ। ਤਾਂ ਅਸੀਂ ਇਹੀ ਗੱਲ ਨੂੰ ਹੁਣ ਅੱਗੇ ਤੋਰਦੇ ਹੈਗੇ ਆ। ਮੈਂ ਸੰਜੀਵਨ ਜੀ ਕੋਲੇ ਜਾਣਾ ਚਾਹੁੰਦਾ। ਸੰਜੀਵਨ ਜੀ, ਤੁਸੀਂ ਸਾਰੀ ਗੱਲਬਾਤ ਸੁਣ ਲਈ ਹੈਗੀ ਆ, ਤੁਹਾਨੂੰ ਪਤਾ ਹੈਗਾ ਕਿ ਮੁੱਦਾ ਕੀ ਹੈ। ਤੁਹਾਨੂੰ ਕੀ ਲੱਗਦਾ ਹੈਗਾ ਕਿ ਕੀ ਸੋਲੂਸ਼ਨ ਹੋ ਸਕਦਾ ਹੈਗਾ? ਇੱਕ ਸੋਲੂਸ਼ਨ ਸਾਨੂੰ ਸਾਡੇ ਵੱਡੇ ਬਾਈ ਕੇਵਲ ਧਾਲੀਵਾਲ ਜੀ ਨੇ ਸੁਝਾਇਆ ਹੈਗਾ ਕਿ ਇੱਕ ਐਸਾ ਪਲੇਟਫਾਰਮ ਬਣਨਾ ਚਾਹੀਦਾ ਹੈ ਜਿਹਦੀਆਂ ਕਿ ਇਕਾਈਆਂ ਹਰੇਕ ਸ਼ਹਿਰ ਦੇ ਵਿੱਚ ਸਥਾਪਿਤ ਹੋਣੀ ਚਾਹੀਦੀਆਂ ਨੇ। ਤੁਹਾਨੂੰ ਕੀ ਲੱਗਦਾ ਹੈਗਾ ਕਿ ਹੋਰ ਕੀ ਹੋ ਸਕਦਾ ਹੈਗਾ ਜਿਹਦੇ ਰਾਹੀਂ ਕਿ ਜਿਹੜੀਆਂ ਇਹ ਘਟਨਾਵਾਂ ਦੇਖੋ ਵਾਪਰਨੀਆਂ ਨੇ, ਇਹ ਬਿਲਕੁਲ ਨਹੀਂ ਹੋ ਸਕਦਾ ਕਿ ਘਟਨਾ ਬਿਲਕੁਲ ਨਾ ਵਾਪਰੇ, ਪਰ ਗੱਲ ਇਹ ਹੈਗੀ ਹੈ ਕਿ ਜਦੋਂ ਘਟਨਾ ਵਾਪਰ ਰਹੀ ਹੈ ਉਦੋਂ ਸਾਡਾ ਰਿਐਕਸ਼ਨ, ਤੇ ਜਦੋਂ ਘਟਨਾ ਵਾਪਰ ਚੁੱਕੀ ਹੈਗੀ ਉਸ ਤੋਂ ਬਾਅਦ ਦਾ ਜਿਹੜਾ ਸਾਡਾ ਰਿਐਕਸ਼ਨ ਹੈਗਾ ਉਹ ਕੀ ਹੁੰਦਾ ਹੈਗਾ, ਉਹੀ ਸਾਨੂੰ ਵੱਡਾ ਬਣਾਉਂਦਾ ਹੈ। ਸੰਜੀਵਨ ਭਾਜੀ ਨੂੰ ਮੈਂ ਬੇਨਤੀ ਕਰਦਾ ਹੈਗਾ ਕਿ ਤੁਸੀਂ ਆਪਣੇ ਵਿਚਾਰ ਦਿਓ ਇਸ ਮੁੱਦੇ ਬਾਰੇ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਸੰਜੀਵਨ, ਆਪਣਾ ਮਾਈਕ ਔਨ ਕਰ ਲਓ। ਓਕੇ, ਸੌਰੀ ਜੀ ਸਰਬਜੀਤ, ਜਿਹੜੀ ਹੁਣ ਇਹ ਘਟਨਾ ਹੋਈ ਹੈ,
ਜਿਵੇਂ ਜੀ ਕੇਵਲ ਉਹਨਾਂ ਨੇ ਕਿਹਾ ਵੀ ਨਾ ਇਹ ਪਹਿਲੀ ਹੈ ਨਾ ਇਹ ਆਖਰੀ ਹੈ, ਇਹਨਾਂ ਆਪਾਂ ਜਿਹੜੀਆਂ ਮੰਦਭਾਗੀਆਂ ਘਟਨਾਵਾਂ ਇਹਨਾਂ ਨਾਲ ਆਪਾਂ ਸਿੱਝਣਾ ਕਿਵੇਂ ਹੈ, ਇਹਨਾਂ ਦਾ ਜੀ ਮੁਕਾਬਲਾ ਕਿਵੇਂ ਕਰਨਾ ਹੈ, ਮਸਲਾ ਇਹ ਹੈ। ਇਹ ਗੁਰਸ਼ਰਨ ਭਾਜੀ ਨਾਲ ਵੀ ਇੱਕ ਵਾਰ ਨਹੀਂ ਕਈ ਵਾਰ ਇਸ ਕਿਸਮ ਦੇ ਘਟਨਾਵਾਂ ਹੋਈਆਂ। ਇੱਕ ਦਾ ਮੈਂ ਜ਼ਿਕਰ ਕਰਾਂਗਾ, ਲੁਧਿਆਣੇ ਨਾਟਕ ਸੀ ਗੁਰਸ਼ਰਨ ਭਾਜੀ ਦਾ, ਗੁਲਾਬੀ ਪੱਗ, ਸਾਹਿਬ ਸਿੰਘ ਨੇ ਕਰੈਕਟਰ ਕੀਤਾ ਸੀਗਾ। ਉਹ ਕਾਫੀ ਮਤਲਬ ਕੰਟਰੋਵਰਸ਼ੀਅਲ ਰਿਹਾ ਨਾਟਕ, ਤੇ ਉਹ ਤੋਂ ਬਾਅਦ ਜਦੋਂ ਆਪਣੇ ਅੱਤਵਾਦ ਨੂੰ ਕੰਡੈਮ ਕਰ ਰਿਹਾ ਸੀਗਾ ਉਹਨਾਂ ਸਮਿਆਂ 'ਚ, ਬੜੀ ਦਲੇਰੀ ਵਾਲਾ ਕੰਮ ਹੈ। ਜਿਹੜੀ ਹੁਣ ਜਿਵੇਂ ਹੁਣ ਆਪਾਂ ਆਪਣੇ ਜਿਹੜਾ ਕੱਟੜਵਾਦ ਦੇ ਖਿਲਾਫ ਗੱਲ ਕਰੀਏ, ਉਹਨਾਂ ਦਿਨਾਂ 'ਚ ਅੱਤਵਾਦ ਦੇ ਖਿਲਾਫ ਗੱਲ ਕਰਨੀ ਜ਼ੋਖਮ ਭਰਿਆ ਕੰਮ ਸੀ, ਪਰ ਗੁਰਸ਼ਰਨ ਭਾਜੀ ਨੇ ਜਿਹੜੀ ਦਲੇਰੀ ਨਾਲ ਕੰਮ ਕੀਤਾ। ਲੇਕਿਨ ਨਾਟਕ ਤੋਂ ਬਾਅਦ ਪੁਲਿਸ ਨੇ ਆਪਣੇ ਕਲਾਕਾਰ ਘੇਰ ਲਏ। ਦੱਸੋ ਜੀ ਤੁਸੀਂ, ਤੁਹਾਨੂੰ ਦੱਸਦੇ ਆ ਤੁਹਾਨੂੰ ਕਿਵੇਂ, ਤੁਸੀਂ ਕਿਹਾ ਹੈ ਕਿਆ ਨਹੀਂ। ਇਹ ਇੰਨੀ ਧੱਕੇਸ਼ਾਹੀ ਕੀਤੀ ਪੁਲਿਸ ਨੇ ਉੱਥੇ। ਰਾਤ ਨੂੰ ਇੱਕ ਵਾਰ ਤਾਂ ਚਲੇ ਗਏ, ਜਨਵਰੀ ਦਾ ਸਮਾਂ ਸੀਗਾ, ਰਾਤ ਨੂੰ ਫੇਰ ਪੁਲਿਸ ਵਾਲੇ ਆਏ, ਆਪਣੇ ਪਿੱਛੇ ਬੈਠੇ ਸਾਰੇ ਆਰਟਿਸਟ ਆਰਾਮ ਕਰ ਰਹੇ ਸੀ ਜਨਵਰੀ ਦੇ ਮਹੀਨੇ 'ਚ, ਠੰਡ ਦੇ 'ਚ। ਉਹਨਾਂ ਨੇ ਕਿਹਾ ਤੁਸੀਂ ਚਲੋ ਰੋ, ਤੁਸੀਂ ਇੱਥੇ ਰੁਕ ਹੀ ਨਹੀਂ ਸਕਦੇ। ਫਿਰ ਗੁਰਸ਼ਰਨ ਭਾਜੀ ਸਮੇਤ ਸਾਰੇ ਆਰਟਿਸਟਾਂ ਨੇ ਰੇਲਵੇ ਸਟੇਸ਼ਨ ਦੇ ਲੁਧਿਆਣੇ ਰਾਤ ਕੱਟੀ। ਇਹ ਇਸ ਕਿਸਮ ਦੇ ਜਿਹੜੇ ਨਾਟਕਾਂ ਤੇ ਸਪੈਸ਼ਲੀ ਜਿਹੜੇ ਨਾਟਕ ਨੇ, ਕਲਾਕਾਰ ਹੋਰ ਵੀ ਕਈ ਨੇ, ਹਾਲਾਂਕਿ ਕਈਆਂ ਨੂੰ ਕਈ ਜਿਹੜੇ ਕਲਾਕਾਰ ਨੇ ਉਹਨਾਂ ਨੂੰ ਸਰਕਾਰ ਦੀ ਆਪਣੇ ਅਗਵਾਈ ਵੀ, ਉਹਨਾਂ ਨੂੰ ਇੱਕ ਆਪਣੇ ਸਰਪ੍ਰਸਤੀ ਵੀ ਹੁੰਦੀ ਹੈ। ਕਈਆਂ ਕਲਾਕਾਰਾਂ ਨੂੰ ਸ਼ੂਟ ਕਰਦੇ ਨੇ ਕੁਛ ਜਿਹੜੇ ਕਲਾਕਾਰ ਨੇ, ਜਿਵੇਂ ਸਿੰਗਰ ਹੋ ਗਏ, ਕਿ ਇਹ ਜਿਹੜੇ ਗਾਣੇ ਗੂਣੇ ਜਿਹੜੇ ਲੋਕਾਂ ਨੂੰ, ਸਮਾਜ ਨੂੰ ਗੁੰਮਰਾਹ ਕਰਦੇ ਨੇ। ਪਰ ਕਿਉਂਕਿ ਨਾਟਕ ਦੀ ਜਿਹੜੀ ਵਿਧਾ ਹੈ ਇਹ ਲੋਕਾਂ ਦੀ ਗੱਲ ਕਰਦੀ ਹੈ, ਲੋਕਾਂ ਦੇ ਮਸਲੇ ਚੱਕਦੀ ਹੈ ਔਰ ਡੰਗ ਤਿੱਖਾ ਹੈ, ਇਸ ਲਈ ਹਾਕਮ ਨੂੰ ਇਹ ਚੀਜ਼ ਵਾਰਾ ਨਹੀਂ ਖਾਂਦੀ ਵੀ ਲੋਕ ਦਲੇਰ ਹੋਣ। ਜਿਵੇਂ ਹੁਣ ਜਿਹੜਾ ਮਾਹੌਲ 'ਚ ਨਾਟਕਾਂ ਰਾਹੀਂ ਲੋਕਾਂ 'ਚ ਕਿੰਨਾ ਇੱਕ ਉਤਸ਼ਾਹ ਆਉਂਦਾ ਹੈ, ਇੱਕ ਜਜ਼ਬਾ ਪੈਦਾ ਹੁੰਦਾ ਹੈ ਆਪਣੇ ਹੱਕਾਂ ਲਈ, ਆਪਣੇ ਸੰਘਰਸ਼ ਕਰਨ ਦਾ। ਇਹ ਮਾਹੌਲ ਹੈ ਇਸ ਕਿਸਮ ਦਾ, ਇਹਨੂੰ ਆਪਾਂ ਟੈਕਲ ਕਿਵੇਂ ਕਰਨਾ ਹੈ, ਇਹਨੂੰ ਆਪਾਂ ਨੱਥ ਕਿਵੇਂ ਪਾਉਣੀ ਹੈ, ਇਹ ਪਹਿਲੀ ਗੱਲ ਤਾਂ ਜਿਹੜੀ ਆਪਣੀ ਹਾਕਮ ਦੇ ਕੰਨਾਂ ਤੱਕ ਗੱਲ ਪਹੁੰਚਣੀ ਚਾਹੀਦੀ ਹੈ। ਕਿਉਂਕਿ ਮੈਂ ਵਿੱਕੀ ਨਾਲ ਉਦੋਂ ਵੀ ਗੱਲ ਕੀਤੀ ਸੀ, ਪੁਲਿਸ ਨੇ ਮਾਫੀ ਮੰਗ ਲਈ ਕਿਉਂਕਿ ਪ੍ਰੈਸ਼ਰ ਸੀ ਕਲਾਕਾਰਾਂ ਦਾ, ਮੋਗੇ ਦੇ ਰੰਗ ਕਰਮੀਆਂ ਦਾ, ਕਿਸਾਨ ਜਥੇਬੰਦੀਆਂ ਦਾ ਇੰਨਾ ਪ੍ਰੈਸ਼ਰ ਪਿਆ ਪੁਲਿਸ ਤੇ, ਉਹਨਾਂ ਨੇ ਮੌਕੇ ਤੇ ਮਾਫੀ ਮੰਗੀ। ਇਹ ਬੜੀ ਬਹੁਤ ਅੱਛੀ ਜਿੱਤ ਹੈ, ਸਾਡੀ ਪ੍ਰਾਪਤੀ ਹੈ। ਨਹੀਂ ਪੁਲਿਸ ਵਾਲੇ ਮਾਫੀ ਕਿੱਥੇ ਮੰਗਦੇ ਨੇ, ਪੁਲਿਸ ਵਾਲੇ ਤਾਂ ਚੰਗੇ ਭਲੇ ਬੰਦੇ ਨੂੰ ਆਪਣੇ ਬਹੁਤ ਜ਼ਲੀਲ ਕਰਦੇ ਨੇ, ਲੇਕਿਨ ਪੁਲਿਸ ਨੇ ਮਾਫੀ ਮੰਗੀ ਹੈ, ਇੱਕ ਸਾਡੀ ਪ੍ਰਾਪਤੀ ਵੀ ਹੈ। ਲੇਕਿਨ ਇਹਨੂੰ ਉੱਚ ਪੱਧਰੀ ਵੀ ਇਹਦੇ ਬਾਰੇ ਗੱਲ ਹੋਣੀ ਚਾਹੀਦੀ ਸੀ। ਆਪਾਂ ਇਹਨੂੰ ਆਪਣੇ ਲਿਖਤੀ ਤੌਰ ਤੇ CM ਸਾਹਿਬ ਤੱਕ ਗੱਲ ਪਹੁੰਚੇ, DGP ਤੱਕ ਗੱਲ ਪਹੁੰਚੇ, ਹੋਰ ਜਿਹੜੀਆਂ ਸੱਭਿਆਚਾਰਕ ਸੰਸਥਾਵਾਂ ਉਹਨਾਂ ਤੱਕ ਗੱਲ ਪਹੁੰਚੇ, ਕਿਉਂਕਿ ਇਹ ਜਿਵੇਂ ਕਿ ਹੈ ਵੀ ਆਖਰੀ ਘਟਨਾ ਨਹੀਂ ਹੈ ਤੇ ਨਾ ਪਹਿਲੀ ਘਟਨਾ ਹੈ। ਇੱਕ ਵਾਰ ਭਗਵੰਤ ਮਾਨ ਨੂੰ ਘੇਰ ਲਿਆ ਸੀਗਾ, ਡੇਰਾ ਬਸੀ ਨਾਕੇ ਨਵੇਂ ਲੱਗੇ ਸੀ ਟੋਲ ਪਲਾਜ਼ਾ, ਉੱਥੇ ਘੇਰ ਲਿਆ। ਹਾਂਜੀ, ਕਹਿੰਦਾ ਵੀ ਮੈਂ ਭਗਵੰਤ ਮਾਨ, ਅੱਛਾ ਤੂੰ ਉਹ ਜਿਹੜਾ ਮਿਰਚਾਂ ਕੀ ਉਹਨਾਂ ਵਾਲਾ ਹੈ, ਚੱਲ ਫਿਰ ਸਾਨੂੰ ਦਿਖਾ, ਕਮੇਡੀ ਕਰਕੇ ਦਿਖਾ। ਇਸ ਕਿਸਮ ਦੀਆਂ ਜਿਹੜੀਆਂ ਗੱਲਾਂ ਜਿਵੇਂ ਕੇਵਲ ਉਹਨਾਂ ਨੇ ਕਿਹਾ ਵੀ ਸੰਸਥਾ ਬਣਨੀ ਚਾਹੀਦੀ ਹੈ, ਸੰਸਥਾ ਬਿਲਕੁਲ ਬਣਨੀ ਚਾਹੀਦੀ ਹੈ। ਬਣੀ ਸੀ ਕੇਂਦਰੀ ਪੰਜਾਬੀ ਰੰਗਮੰਚ ਸਭਾ, ਔਰ ਬੜਾ ਅੱਛਾ ਕੰਮ ਕੀਤਾ। ਜਿਹੜੀਆਂ ਆਪਣੇ ਰੰਗ ਕਰਮੀਆਂ ਦੀਆਂ ਜਾਇਜ਼ ਮੰਗਾਂ ਉਹਨਾਂ ਬਾਰੇ ਵੀ ਗੱਲ ਕੀਤੀ ਹੈ, ਕਿਉਂਕਿ ਕਈ ਵਾਰ ਜਿਹੜੀਆਂ ਸੰਸਥਾਵਾਂ ਹੁੰਦੀਆਂ, ਰੰਗ ਕਰਮੀਆਂ ਦੀ ਸੰਸਥਾਵਾਂ ਹੁੰਦੀਆਂ, ਹੁਣ ਵੀ ਅਸੀਂ ਨਾਟਕ ਕਰਨੇ ਆ, ਅਸੀਂ ਪਰਫੋਰਮਰ ਹੁੰਦੇ, ਅਸੀਂ ਆਰਟਿਸਟ ਹੁੰਦੇ, ਠੀਕ ਹੈ, ਅਸੀਂ ਪਰਫੋਰਮਰ ਹਾਂ, ਅਸੀਂ ਆਰਟਿਸਟ ਹਾਂ, ਲੇਕਿਨ ਸਾਡੀਆਂ ਜਿਹੜੀਆਂ ਕਲਾਕਾਰਾਂ ਦੀਆਂ ਮੰਗਾਂ ਉਹਨਾਂ ਨੂੰ ਵੀ ਕੋਈ ਪਲੇਟਫਾਰਮ ਚਾਹੀਦਾ। ਜਿਵੇਂ ਇਪਟਾ ਆਪਣੇ ਪੰਜਾਬ 'ਚ ਕੰਮ ਕਰ ਰਹੀ ਹੈ, ਨੈਸ਼ਨਲ ਲੈਵਲ ਤੇ ਵੀ ਸਾਡੀ ਮੀਟਿੰਗ ਹੋਈ ਸੀ ਪਰਸੋਂ, ਉਦੋਂ ਉੱਥੇ ਵੀ ਮੈਂ ਇੱਕ ਕੁਐਸਚਨ ਉਠਾਇਆ, ਜਿਹੜੇ ਮੋਗੇ 'ਚ ਰੰਗ ਕਰਮੀ ਨੇ ਉਹਨਾਂ ਨੇ ਵੀ ਇਸ ਕਿਸਮ ਦੀ ਪੁਲਿਸ ਨੇ ਬਦਤਮੀਜ਼ੀ ਕੀਤੀ ਹੈ, ਉਹਨਾਂ ਨੇ ਨਿਖੇਧੀ ਕੀਤੀ ਹੈ। ਕਿਸਾਨ ਜਿਹੜਾ ਅੰਦੋਲਨ ਚੱਲ ਰਿਹਾ ਉਹਦੇ ਬਾਰੇ ਵੀ ਗੱਲ ਹੋਈ ਹੈ, ਉਹਦੀ ਵੀ ਹਮਾਇਤ ਕੀਤੀ ਹੈ ਵੀ ਅਸੀਂ ਰਾਸ਼ਟਰੀ ਇਪਟਾ ਵੀ ਪੂਰੀ ਹਮਾਇਤ ਕਰ ਰਹੀ ਹੈ, ਜਿੱਥੇ ਵੀ ਹੋਇਆ ਅਸੀਂ ਨਾਲ ਸ਼ਮੂਲੀਅਤ ਕਰਾਂਗੇ। ਇਹ ਸੰਸਥਾ ਬਿਲਕੁਲ ਬਣਨੀ ਚਾਹੀਦੀ ਹੈ। ਇਹ ਬਲਕਿ ਇਹ ਆਪਸੀ ਜਿਹੜੇ ਹੁੰਦੇ ਨੇ ਨਾ ਝੰਡੇ ਡੰਡੇ ਜਿਹੜੇ ਹੁੰਦੇ ਨੇ ਵੀ ਚੌਧਰੀ ਕੌਣ ਹੋਵੇ, ਚੌਧਰੀ ਕੋਈ ਹੋ ਜਾਵੇ, ਕੋਈ ਐਸੀ ਗੱਲ ਨਹੀਂ ਹੈ, ਚੌਧਰ ਦਾ ਕੋਈ ਮਸਲਾ ਨਹੀਂ ਹੈ। ਰੰਗ ਕਰਮੀਆਂ ਦੇ ਹਿੱਤ ਮਹਿਫੂਜ਼ ਰਹਿਣੇ ਚਾਹੀਦੇ ਨੇ, ਕਿਉਂਕਿ ਜਿਹੜਾ ਨਾਟਕ ਦੀ ਵਿਧਾ ਹੈ, ਨਾਟਕ ਕਰਨਾ ਬੜਾ ਆਪਣੇ ਆਪ 'ਚ ਔਖਾ ਕੰਮ ਹੈ।
ਆਪਾਂ ਸਾਰੇ ਰੰਗ ਕਰਮੀ ਬੈਠੇ ਪਤਾ ਹੀ ਹੈ। ਸਾਨੂੰ ਉਹਨਾਂ ਮੁਸ਼ਕਲਾਂ ਦੇ ਬਾਵਜੂਦ ਹੋਰ ਮੁਸ਼ਕਲਾਂ ਦਾ ਫੇਸ ਕਰਨਾ ਪਵੇ, ਇਸ ਲਈ ਸਾਨੂੰ ਬੜੀ ਤੁਰੰਤ ਇਹਦੇ ਲਈ ਸਾਨੂੰ ਇੱਕ ਪਲੇਟਫਾਰਮ, ਸਾਂਝੀ ਇੱਕ ਜਥੇਬੰਦੀ ਬਣਨੀ ਚਾਹੀਦੀ ਹੈ। ਇਹ ਮੈਂ ਇਸ ਗੱਲ ਦਾ ਮੈਂ ਬੜੀ ਤਾਇਦ ਕਰਦਾ ਕੇਵਲ ਉਹਨਾਂ ਦੀ। ਜੀ ਤੁਸੀਂ ਦਰਸ਼ਕੋ ਵਿਚਾਰ ਸੁਣੇ ਜਿਹੜੇ ਸਾਡੇ ਸੰਜੀਵਨ ਭਾਜੀ ਨੇ, ਇਹ ਪ੍ਰਧਾਨ ਨੇ ਇਪਟਾ ਪੰਜਾਬ ਦੇ, ਤੇ ਇਹਨਾਂ ਨੇ ਜਿਹੜੀ ਮਹੱਤਵਪੂਰਨ ਗੱਲ ਕੀਤੀ ਹੈਗੀ ਹੈ ਉਹ ਇਹ ਗੱਲ ਕੀਤੀ ਹੈ ਕਿ ਮਤਲਬ ਸਾਡਾ ਜਿਹੜਾ ਢੰਗ ਹੈਗਾ ਉਹ ਇਸ ਢੰਗ ਦਾ ਹੋਣਾ ਚਾਹੀਦਾ ਹੈਗਾ ਕਿ ਅਸੀਂ ਪਲਾਨ ਬਣਾ ਕੇ ਚੱਲਣਾ ਕਿ ਅਸੀਂ ਜਿਹੜਾ ਕੁਝ ਵਾਪਰਦਾ ਹੈਗਾ ਅਸੀਂ ਉਹਦੇ ਨਾਲ ਸਿੱਝਣਾ ਕਿਵੇਂ ਹੈਗਾ। ਮੈਨੂੰ ਇੱਕ ਘਟਨਾ ਯਾਦ ਆ ਰਹੀ ਹੈ ਕਿ ਮੇਰੇ ਉਸਤਾਦ ਜਨਾਬ ਟੋਨੀ ਬਾਤਿਸ਼ ਹੋਰਾਂ ਨਾਲ ਇੱਕ ਵਾਰੀ ਜਿਹੜਾ ਸੀ ਇਹੋ ਜਿਹੀ ਸਮੱਸਿਆ ਹੋਈ ਸੀ, ਬੱਚਿਆਂ ਦਾ ਨਾਟਕ ਕਰ ਰਹੇ ਸੀ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ, ਉਹਨਾਂ ਦੀ ਸਾਰੀ ਟੀਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਜਿਹੜੇ ਆਤਮਜੀਤ ਜੀ ਨੇ ਚੰਡੀਗੜ੍ਹ ਤੋਂ, ਉਹਨਾਂ ਦੇ ਦਖਲ ਤੋਂ ਬਾਅਦ ਉਹਨਾਂ ਨੂੰ ਛੱਡਿਆ ਗਿਆ ਸੀ। ਜਿਹੜਾ ਰੰਗਮੰਚ ਹੈਗਾ, ਰੰਗਮੰਚ ਹਮੇਸ਼ਾ ਹੀ ਜਿਹੜਾ ਹੈਗਾ ਲੋਕ ਪੱਖੀ ਰਿਹਾ ਤੇ ਇਹਨੇ ਬਹੁਤ ਸਾਰੇ ਵਿਪਰੀਤ ਹਾਲਾਤਾਂ ਦੇ ਵਿੱਚ ਵੀ ਬਹੁਤ ਵਧੀਆ ਕੰਮ ਕੀਤਾ ਹੈਗਾ। ਰੰਗਮੰਚ ਜਿਹੜਾ ਅਸੀਂ ਕਹਿ ਸਕਦੇ ਹੈਗੇ ਆ ਕਿ ਜਿਹੜੀਆਂ ਵੀ ਲੋਕ ਲਹਿਰਾਂ ਹੋਈਆਂ ਨੇ, ਲੋਕ ਲਹਿਰਾਂ ਦੇ ਵਿੱਚ ਜਿਹੜਾ ਰੰਗਮੰਚ ਹੈਗਾ ਇਹ ਹਮੇਸ਼ਾ ਹੀ ਲੋਕ ਲਹਿਰਾਂ ਦੇ ਨਾਲ ਤੁਰਿਆ ਹੈਗਾ। ਜੇ ਤੁਸੀਂ ਇਤਿਹਾਸ ਦੇਖ ਸਕਦੇ ਹੈਗੇ ਹੋ ਕਿ ਜਿੰਨੀਆਂ ਵੀ ਲੋਕ ਲਹਿਰਾਂ ਚੱਲਦੀਆਂ ਰਹੀਆਂ ਨੇ, ਰੰਗਮੰਚ ਉਹਦੇ ਮੋਢੇ ਨਾਲ ਮੋਢਾ ਲਾ ਕੇ ਤੁਰਿਆ ਹੈਗਾ। ਮੇਰਾ ਸਵਾਲ ਹੁਣ ਹੈਗਾ ਦਵਿੰਦਰ ਦਮਨ ਜੀ ਨੂੰ ਕਿ ਜਿਹੜੀਆਂ ਲੋਕ ਲਹਿਰਾਂ ਦੇ ਵਿੱਚ ਅਸੀਂ ਰੰਗ ਕਰਮੀ, ਸਾਡੇ ਵਰਗੇ ਰੰਗ ਕਰਮੀ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਦੇ ਹੈਗੇ ਨੇ, ਜਦੋਂ ਉਹ ਲੋਕ ਲਹਿਰਾਂ ਸਫਲ ਹੋ ਜਾਂਦੀਆਂ ਨੇ ਜਾਂ ਉਹ ਲੋਕ ਲਹਿਰਾਂ ਜਿਹੜੇ ਮੋਟਿਵ ਵਾਸਤੇ ਤੁਰੀਆਂ ਹੁੰਦੀਆਂ ਨੇ ਉਹ ਮੋਟਿਵ ਨੂੰ ਪ੍ਰਾਪਤ ਕਰ ਲੈਂਦੀਆਂ ਨੇ, ਉਸ ਤੋਂ ਬਾਅਦ ਉਹ ਜਿਹੜੇ ਰੰਗ ਕਰਮੀ ਉਹਨਾਂ ਦੇ ਨਾਲ ਜੁੜੇ ਹੁੰਦੇ ਨੇ ਉਹ ਉਹਨਾਂ ਰੰਗ ਕਰਮੀਆਂ ਨੂੰ ਜਿਹੜੀਆਂ ਕੋਈ ਸਮੱਸਿਆਵਾਂ ਹੈਗੀਆਂ ਨੇ ਉਹ ਲੋਕ ਲਹਿਰਾਂ ਉਹਨਾਂ ਸਮੱਸਿਆਵਾਂ ਬਾਰੇ ਗੱਲਾਂ ਕਿਉਂ ਨਹੀਂ ਕਰਦੀਆਂ, ਬਾਅਦ ਦੇ ਵਿੱਚ ਉਹਨਾਂ ਨੂੰ ਅਵਾਇਡ ਕਿਉਂ ਕਰ ਦਿੱਤਾ ਜਾਂਦਾ ਹੈਗਾ। ਮੇਰਾ ਸਵਾਲ ਦਵਿੰਦਰ ਦਮਨ ਜੀ ਤੁਹਾਡੇ ਤੋਂ। ਤੁਹਾਡਾ ਸਵਾਲ ਬੜਾ ਕੀ ਕਹਿੰਦੇ ਉਲਾਂਭੇ ਵਾਲਾ ਸਵਾਲ ਹੈ। ਦੋਸਤੋ, ਜਿਸ ਤੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਕਿ ਜਿਹੜੀ ਘਟਨਾ ਘਟੀ ਹੈ ਇਹਦੇ ਪਿੱਛੇ ਕੋਈ ਸਿਆਸੀ ਹੱਥ ਤਾਂ ਹੈ ਨਹੀਂ ਸੀ, ਇਹ ਇੱਕ ਬਦਮਾਸ਼ੀ ਵਾਲਾ ਐਕਸ਼ਨ ਸੀ ਪੁਲਿਸ ਵੱਲੋਂ। ਔਰ ਪੁਲਿਸ ਇਸ ਤਰ੍ਹਾਂ ਦੀ ਖੁੱਲ੍ਹ ਲੈਂਦੀ ਹੈ, ਕਿਉਂ ਲੈਂਦੀ ਹੈ? ਜਦੋਂ ਤੱਕ ਸਾਰਾ ਸਿਸਟਮ ਕਰਪਟ ਹੈ। ਜਦੋਂ ਅਸੈਂਬਲੀ ਤੇ ਪਾਰਲੀਮੈਂਟਾਂ ਦੇ ਵਿੱਚ ਬਾਕਾਇਦਾ ਉਹ ਲੋਕ ਬੈਠੇ ਹੋਣ, ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜੇ ਬਦਮਾਸ਼ ਲੋਕ ਨੇ ਜਿਨ੍ਹਾਂ ਦੇ ਉੱਪਰ ਕੇਸ ਚੱਲ ਰਹੇ ਨੇ, ਤਾਂ ਅੱਗੋਂ ਉਹਨਾਂ ਨੂੰ ਹੇਠਾਂ ਜੋ ਕੁਝ ਵੀ ਹੋ ਰਿਹਾ ਹੈ ਜਾਂ ਹੇਠਾਂ ਜੋ ਕੁਝ ਵੀ ਪ੍ਰਬੰਧ ਹੈਗਾ ਉਹ ਕਿਵੇਂ ਵਧੀਆ ਹੋ ਸਕਦਾ ਹੈ, ਇੰਨੀ ਸੂਝ ਸਮਝ ਅਕਲ। ਪਹਿਲੀ ਗੱਲ ਤਾਂ ਹੈ ਕਿ ਪੰਜਾਬ ਦੇ ਵਿੱਚ ਹੁਣ ਤੱਕ ਨਾਟਕ ਨੂੰ ਐਵੇਂ ਕੰਜਰਾਂ ਦਾ ਤਮਾਸ਼ਾ ਹੀ ਕਿਹਾ ਜਾਂਦਾ ਸੀਗਾ, ਇਸ ਲਈ ਇਹਦੀ ਕੋਈ ਬਹੁਤੀ ਇੱਜ਼ਤ ਮਾਣ, ਖਾਸ ਤੌਰ ਤੇ ਜਿੱਥੇ ਕਰੂਡ ਸੇਵਾਵਾਂ ਨੇ ਲਾਈਕ ਪੁਲਿਸ ਵੀ, ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਪੁਲਿਸ ਵਾਲੇ ਇਸ ਤਰ੍ਹਾਂ ਹੁੰਦੇ ਨੇ, ਇਹ ਵਾਪਰਦੀਆਂ। ਜਿਵੇਂ ਹੁਣੀ ਗੱਲ ਕਰੀ ਸੀ, ਕੇਵਲ ਨੇ ਵੀ ਕੀਤੀ ਸੀ ਕਿ ਪਹਿਲੀ ਘਟਨਾ ਨਹੀਂ ਹੈ, ਇਸ ਤਰ੍ਹਾਂ ਪੋਲੀਟੀਕਲੀ ਸਾਡੇ ਨਾਲ ਬੜਾ ਕੁਝ ਵਾਪਰਿਆ, ਮੇਰੇ ਆਪਣੇ ਨਾਲ ਵਾਪਰਿਆ, ਅਸੀਂ ਉਹਨਾਂ ਗੱਲਾਂ ਵਿੱਚ ਨਹੀਂ ਜਾਂਦੇ। ਇਹ ਘਟਨਾਵਾਂ ਬਹੁਤ ਡਿਪੈਂਡ ਕਰਦੀਆਂ ਨੇ ਸਾਡੇ ਸਮਾਜ ਦੇ ਉੱਪਰ, ਸਾਡੇ ਰਾਜਨੀਤਿਕ ਢਾਂਚੇ ਦੇ ਉੱਪਰ, ਤੇ ਉਹ ਰਾਜਨੀਤਿਕ ਢਾਂਚਾ ਸਾਨੂੰ ਦਿਖ ਹੀ ਰਿਹਾ ਹੈ ਕਿ ਉਹ ਕਿੰਨਾ ਕੁ ਲੋਕ ਪੱਖੀ ਹੈ ਕਿ ਨਹੀਂ ਹੈਗਾ। ਜਿਸ ਤੱਕ ਸਵਾਲ ਹੈ ਕਿ ਅਸੀਂ ਲੋਕਾਂ ਦੇ ਨਾਲ ਚੱਲਦੇ ਹਾਂ ਕਿ ਨਹੀਂ, ਅਸੀਂ ਰੰਗਮੰਚ ਵਾਲੇ ਲੋਕਾਂ ਨਾਲ ਕਿੰਨਾ ਕੁ ਚੱਲਦੇ ਹਾਂ, ਸਾਨੂੰ ਇਹ ਆਸ ਹੀ ਨਹੀਂ ਰੱਖਣੀ ਚਾਹੀਦੀ ਕਿ ਉਦੋਂ ਬਾਅਦ, ਕਿਉਂਕਿ ਜੇ ਇੱਕ ਲਹਿਰ ਦੇ ਤੌਰ ਤੇ ਤੁਰਾਂਗੇ ਉਹ ਸਮੱਸਿਆ ਖਤਮ ਹੋ ਜਾਂਦੀ ਹੈ, ਅਗਲੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ। ਸਾਡੇ ਲਈ ਕਦੇ ਵੀ ਸਮੱਸਿਆਵਾਂ ਦਾ ਅੰਤ ਨਹੀਂ ਹੁੰਦਾ ਤੇ ਨਾ ਹੀ ਹੋਣਾ ਚਾਹੀਦਾ। ਹੈਲੋ, ਹਾਂਜੀ। ਸਰਮਾਏਦਾਰੀ ਪ੍ਰਬੰਧ ਦੇ ਵਿੱਚ ਤਾਂ ਇਹ ਬਾਰ-ਬਾਰ ਵਾਪਰੂਗਾ, ਵਾਪਰਦਾ ਰਹਿਣਾ, ਇਹੋ ਜਿਹਾ ਘਟਨਾਵਾਂ ਬਹੁਤ ਵਾਪਰ। ਹੁਣ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਉਹ ਲੋਕ ਸਾਡੇ ਪ੍ਰਤੀ ਇਹ ਉਲਾਂਭਾ ਹੀ ਨਹੀਂ ਦੇਣਾ ਚਾਹੀਦਾ, ਅਸੀਂ ਸਿਰਫ ਉਹਨਾਂ ਲੋਕਾਂ ਲਈ ਜੇ ਕਰ ਰਹੇ ਹਾਂ ਤਾਂ ਅਸੀਂ ਆਪਣਾ ਫਰਜ਼ ਸਮਝ ਕੇ ਕਰ ਰਹੇ ਹਾਂ। ਉਹਨਾਂ ਦੀ ਜਿੱਥੋਂ ਤੱਕ ਸਮਝ ਸੂਝ ਹੈ ਉੱਥੇ ਤੱਕ ਅਸੀਂ ਉਹਨਾਂ ਦਾ ਸਾਥ ਦੇਣਾ ਹੈ, ਉਹਨਾਂ ਨੇ ਸਾਡਾ ਕਿੰਨਾ ਕੁ ਸਾਥ ਦੇਣਾ ਹੈ ਇਹ ਗੱਲ ਉਸ ਤੇ ਡਿਪੈਂਡ ਕਰਦੀ ਹੈ ਕਿ ਉਹਨਾਂ ਨੂੰ ਰੰਗਮੰਚ ਕਲਾ ਪ੍ਰਤੀ, ਰੰਗਮੰਚ ਪ੍ਰਤੀ, ਰੰਗਮੰਚ ਕਰਮੀਆਂ ਪ੍ਰਤੀ ਕਿੰਨੀ ਕੁ ਸਮਝ ਸੂਝ ਤੇ ਕਿੰਨਾ ਕੁ ਇਮਾਨਦਾਰੀ ਨਾਲ, ਕਿੰਨਾ ਕੁ ਸਾਡੇ ਨਾਲ ਜੁੜਦੇ ਨੇ ਔਰ ਜਾਂ ਸਾਡੀਆਂ ਸੇਵਾਵਾਂ ਨੂੰ ਉਹ ਮਨਜ਼ੂਰ ਕਰਦੇ ਨੇ। ਜਿੱਥੋਂ ਤੱਕ ਗੱਲ ਹੈਗੀ ਹੈ ਕਿ ਇਹ ਘਟਨਾ ਪਹਿਲੀ ਵਾਰ ਨਹੀਂ ਵਾਪਰੀ, ਪਹਿਲਾਂ ਵੀ ਵਾਪਰੀਆਂ, ਵਾਪਰਨੀਆਂ ਵੀ ਰਹਿਣਗੀਆਂ, ਇਹ ਬਿਲਕੁਲ ਇੱਕ ਸੱਚ ਹੈ। ਕਿਉਂ?
ਜਦੋਂ ਅਸੀਂ ਸੱਚ ਲੈ ਕੇ ਤੁਰਾਂਗੇ, ਸੱਚ ਲੈ ਕੇ ਕੋਈ ਸੱਚੀ ਗੱਲ ਕਰਾਂਗੇ। ਮੈਂ ਇਹ ਵੀ ਕਹਿ ਦਿੰਦਾ ਕਿ ਸਾਰਾ ਰੰਗਮੰਚ ਕੋਈ ਇੱਕੋ ਜਿਹਾ ਨਹੀਂ ਹੁੰਦਾ। ਇਹ ਕੁਝ ਕੁ ਲੋਕ ਹੀ ਕਮਿਟਡ ਹੁੰਦੇ ਨੇ। ਅਸੀਂ ਪਾਕਿਸਤਾਨ 'ਚ ਵੀ ਦੇਖਿਆ, ਹੋਰਾਂ ਥਾਵਾਂ 'ਚ ਦੇਖਿਆ, ਸਿਰਫ ਐਂਟਰਟੇਨਮੈਂਟ ਤਮਾਸ਼ਾ ਬਣ ਕੇ ਹੋਇਆ ਰੰਗਮੰਚ ਕਈ ਜਗ੍ਹਾ। ਪਰ ਖਾਸ ਤੌਰ ਤੇ ਸਾਡੇ ਵਰਗੇ ਲੋਕ ਜਿਹੜੇ, ਅਸੀਂ ਰੰਗਮੰਚ ਨੂੰ ਪ੍ਰਣਾਏ ਲੋਕ, ਅਸੀਂ ਰੰਗਮੰਚ ਨੂੰ ਨਹੀਂ ਪ੍ਰਣਾਏ, ਅਸੀਂ ਲੋਕ ਹਿੱਤਾਂ ਨੂੰ ਵੀ ਪ੍ਰਣਾਏ ਹੋਏ ਹਾਂ। ਅਸੀਂ ਉਸ ਤਰ੍ਹਾਂ ਦਾ ਰੰਗਮੰਚ ਕਰਦੇ ਹਾਂ ਬਾਰ-ਬਾਰ। ਸੋ ਇਹ ਘਟਨਾ ਬਾਰ-ਬਾਰ ਸਾਡੇ ਨਾਲ ਤਾਂ ਵਾਪਰਦੀ ਰਹੂਗੀ। ਪਰ ਇਹਦਾ ਇੱਕ ਜਿਹੜਾ ਹੱਲ ਦੱਸਣ ਦੀ ਕੋਸ਼ਿਸ਼ ਕੇਵਲ ਉਹਨਾਂ ਨੇ ਵੀ ਕੀਤੀ ਹੈ ਤੇ ਸਾਰੇ ਇਸ ਗੱਲ ਦੇ ਹਮਾਇਤ 'ਚ ਵੀ ਨੇ। ਇਪਟਾ ਸਾਡੇ ਕੋਲ ਇੱਕ ਬਹੁਤ ਵੱਡੀ ਨੈਸ਼ਨਲ ਲੈਵਲ ਦੇ ਉੱਪਰ ਹੈਗੀ ਹੈ, ਪਰ ਮੈਂ ਇਸ ਵੇਲੇ ਇਸ ਦਾ ਘੇਰਾ ਹੋਰ ਵੱਡਾ ਉਸ ਕਰਨਾ ਚਾਹੁੰਦਾ ਇਸ ਗੱਲ ਦਾ। ਇਪਟਾ ਦਾ ਨਹੀਂ, ਮਤਲਬ ਇਸ ਗੱਲ ਦਾ। ਮੈਂ ਆਪ 20-22-25 ਸਾਲ ਸਾਬਕਾ ਪ੍ਰਧਾਨ ਰਿਹਾ ਇਪਟਾ ਦਾ, ਤੇ ਮਤਲਬ ਕਿ ਇਹ ਨਹੀਂ ਗੱਲ ਹੈਗੀ ਕਿ ਮੈਨੂੰ ਕੋਈ ਉਹਦੇ ਨਾਲ ਇਪਟਾ ਨਾਲ ਕੋਈ ਉਹ ਹੈ। ਮੈਂ ਇਹ ਗੱਲ ਕਹਿ ਰਿਹਾ ਕਿ ਇਹ ਟੋਟਲ ਰੰਗਮੰਚ ਦੇ ਲੋਕਾਂ ਨੂੰ ਇਕੱਠੇ ਕਰਨ ਦੀ ਲੋੜ ਹੈ। ਆਪਾਂ ਜੇ ਹਿੰਮਤ ਕਰੀਏ ਤੇ ਇਨੀਸ਼ੀਏਟ ਕਰੀਏ, ਆਪਾਂ ਨੈਸ਼ਨਲ ਲੈਵਲ ਦੇ ਉੱਪਰ ਇੱਕ ਪਲੇਟਫਾਰਮ ਬਣਾਈਏ। ਨੈਸ਼ਨਲ ਲੈਵਲ ਤੇ ਪਲੇਟਫਾਰਮ ਬਣਾ ਕੇ, ਜਿਸ ਤਰ੍ਹਾਂ ਹੋਰ ਫਿਲਮਾਂ ਦੇ ਵਿੱਚ ਹੁੰਦਾ ਹੈ ਕਿ ਲੇਖਕਾਂ ਨੂੰ, ਫਿਲਮ ਲੇਖਕਾਂ ਨੂੰ, ਆਪਣਾ ਕੀ ਕਹਿੰਦੇ, ਕਲਾਕਾਰਾਂ ਨੂੰ, ਅਦਾਕਾਰਾਂ ਨੂੰ ਇੱਕ ਇਸ਼ੂ ਕਰਦੇ ਹਾਂ, ਆਪਾਂ ਉਹਨਾਂ ਦੀ ਆਇਡੈਂਟੀਟੀ ਕਰਦੇ ਹਾਂ। ਇਸ ਤਰ੍ਹਾਂ ਉਹ ਜਿਹੜਾ ਪਲੇਟਫਾਰਮ ਬਣਾ ਕੇ ਉਹ ਇੱਕ ਸੈਂਟਰਲ ਉਸ ਦੇ ਵਿੱਚੋਂ ਇੱਕ ਆਇਡੈਂਟੀਟੀ ਦੇਵੇ ਦੇ। ਪਹਿਲਾਂ ਤਾਂ ਪਹਿਚਾਣ ਲਈ ਕੋਈ ਵੀ ਕਿਤੇ ਬੰਦੇ ਨੂੰ ਤਕਲੀਫ ਹੁੰਦੀ ਹੈ, ਉਹ ਕਹੇ ਕਿ ਵੀ ਆਹ ਮੈਂ ਮੈਂਬਰ ਹਾਂ, ਮੇਰੀ ਆਹ ਮੈਂ ਇਸ ਤਰ੍ਹਾਂ ਦੀ ਮੇਰੀ ਪਿਛੋਕੜ ਹੈ, ਅਸੀਂ ਆਹ ਕੰਮ ਜੋ ਕਰਨ ਜਾ ਰਹੇ ਹਾਂ ਬੜੇ ਜ਼ਿੰਮੇਵਾਰੀ ਨਾਲ ਕਰਨ ਜਾ ਰਹੇ ਹਾਂ, ਔਰ ਉਹਦੇ ਕੋਲ ਦੀ ਪਹਿਚਾਣ ਹੋਣੀ ਚਾਹੀਦੀ ਹੈ। ਤੇ ਉਹ ਜਿਹੜਾ ਪਲੇਟਫਾਰਮ ਬਹੁਤ ਵੱਡੇ ਲੈਵਲ ਤੇ ਬਣਾਇਆ ਜਾਵੇ, ਬਿਨਾਂ ਇਹ ਸੋਚੇ ਕਿ ਕਿਸੇ ਦੀ ਕੀ ਪੋਲੀਟੀਕਲ ਕਮਿਟਮੈਂਟ ਹੈ, ਕਿਸੇ ਦੀ ਕੀ ਸਮਾਜਿਕ ਕਮਿਟਮੈਂਟ ਹੈ। ਇਹਨੂੰ ਪਾਸੇ ਰੱਖਦੇ ਹੋਏ ਆ ਕਲਾਤਮਕ ਤੌਰ ਦੇ ਉੱਪਰ ਹੀ ਇੱਕ ਬਹੁਤ ਵੱਡਾ ਪਲੇਟਫਾਰਮ ਕੌਮੀ ਪੱਧਰ ਦੇ ਉੱਪਰ ਬਣਨਾ ਚਾਹੀਦਾ ਹੈ। ਔਰ ਉਹ ਪਲੇਟਫਾਰਮ ਦੇ ਨਾਲ ਲਗਾਤਾਰ ਜੁੜੇ ਰਹਿਣ, ਉਹ ਇਕਾਈਆਂ ਬਣ ਜਾਣ, ਸੂਬਾ ਇਕਾਈਆਂ ਬਣ ਜਾਣ, ਜਿਵੇਂ ਵੀ ਜਿਸ ਤਰ੍ਹਾਂ ਵੀ ਜੋੜਿਆ ਜਾ ਸਕਦਾ। ਇਹਦਾ ਸਟਰਕਚਰ ਦੇ ਬਾਰੇ ਬਾਅਦ 'ਚ ਗੱਲ ਕੀਤੀ ਜਾ ਸਕਦੀ ਹੈ। ਇਹ ਮੈਨੂੰ ਲੱਗਦਾ ਸਭ ਤੋਂ ਵੱਡਾ ਹੱਲ ਹੈ ਲੋਕਾਂ ਨਾਲ ਜੁੜਨ ਦਾ। ਨੰਬਰ 2, ਜਿਵੇਂ ਹੁਣ ਘਟਨਾ ਘਟ ਗਈ, ਥੋੜੇ ਲੋਕਾਂ ਨੇ ਇਹਦਾ, ਬਹੁਤ ਘੱਟ ਲੋਕਾਂ ਨੇ ਇਤਰਾਜ਼ ਕੀਤਾ, ਉਸ ਤੋਂ ਬਾਅਦ ਕਾਫੀ ਰੌਲਾ ਰੱਪਾ ਪਿਆ ਤਾਂ ਇਤਰਾਜ਼ ਉੱਠਿਆ। ਲੇਕਿਨ ਜੇ ਕਿਤੇ ਇਹੀ ਨੈਸ਼ਨਲ ਲੈਵਲ ਦੇ ਉੱਪਰ ਹੁੰਦੇ ਤਾਂ ਸਾਰੇ ਹਿੰਦੁਸਤਾਨ ਦੇ ਵਿੱਚ ਇਹਦੀ ਗੱਲ ਹੁੰਦੀ। ਇਸ ਲਈ ਮੈਂ ਤਾਂ ਵੱਡੇ ਪਲੇਟਫਾਰਮ ਕਰ ਰਿਹਾ ਕਿ ਆਵਾਜ਼ ਵੱਡੇ ਪੱਧਰ ਤੇ ਉੱਠੂਗੀ, ਵੱਡੇ ਪੱਧਰ ਤੇ ਉਠਾਉਣੀ ਚਾਹੀਦੀ ਹੈ, ਕਿਉਂਕਿ ਰੰਗਮੰਚ ਦੇ ਨਾਲ ਇਹ ਪੜਾ, ਇਹ ਜਿਹੜਾ ਹੈਗਾ ਟੱਕਰ, ਇਹ ਹੁੰਦੀ ਰਹਿਣੀ ਹੈ। ਕਦੇ ਪੋਲੀਟੀਕਲ ਵੀ ਇਹਦੇ ਚੋਂ ਇੱਕ, ਇਹ ਤਾਂ ਮੈਂ ਇੱਕ ਘਟਨਾ ਨੂੰ ਸਮਝਦਾ ਇਹਦੇ ਪਿੱਛੇ ਕੋਈ ਪੋਲੀਟੀਕਲ ਉਹ ਨਹੀਂ ਸੀਗਾ। ਇੱਥੇ ਕੋਈ ਦਾਰੂ ਪੀਤਾ ਹੋਇਆ, ਜਿਵੇਂ ਮੈਂ ਦੱਸਿਆ ਵੀ, ਤਾਂ ਉਹਨਾਂ ਨੂੰ ਕੀ ਡਰ ਹੈ? ਜੇ ਪੁਲਿਸ ਵਾਲਿਆਂ ਨੂੰ ਡਰ ਨਹੀਂ ਤਾਂ ਕਿਉਂ ਨਹੀਂ ਹੈਗਾ? ਕਿਉਂਕਿ ਅਸੈਂਬਲੀਆਂ, ਪਾਰਲੀਮੈਂਟ ਦੇ ਵਿੱਚ, ਜਿਵੇਂ ਪਹਿਲਾਂ ਗੱਲ ਕੀਤੀ ਹੈ, ਬਦਮਾਸ਼ ਲੋਕ ਬੈਠੇ ਨੇ ਬਹੁਤ ਹੱਦ ਤੱਕ, ਜਿਹੜੇ ਪਾਰਟੀਆਂ ਨੂੰ ਲੋੜ ਹੈ, ਪਾਰਟੀਆਂ ਉਹਨਾਂ ਨੂੰ ਲੈ ਆਉਂਦੀਆਂ ਨੇ ਆਪਣੇ ਪਰਪਸ ਲਈ। ਇਹ ਬਾਰ-ਬਾਰ ਇਹਦੇ ਹੁਣੇ ਕਿਸੇ ਬੰਦੇ ਨੇ, ਮੈਂ ਪੜ੍ਹਿਆ ਸੀਗਾ ਹੁਣੀ, ਉਹਨੇ ਪੂਰੀ ਫਿਗਰਸ ਦਿੱਤੀਆਂ ਨੇ ਕਿ ਪਾਰਲੀਮੈਂਟ ਦੇ ਵਿੱਚ ਤੇ ਅਸੈਂਬਲੀ ਦੇ ਵਿੱਚ ਕਿੰਨੇ ਬੰਦੇ ਉਹ ਲੋਕ ਨੇ ਜਿਨ੍ਹਾਂ ਦੇ ਉੱਤੇ ਬਦਮਾਸ਼ੀਆਂ ਦੇ, ਜਿਨ੍ਹਾਂ ਦੇ ਉੱਪਰ ਕ੍ਰਾਈਮ ਦੇ ਕੇਸ ਚੱਲ ਰਹੇ ਨੇ, ਔਰ ਫਿਰ ਵੀ ਉਹ ਮੈਂਬਰ ਪਾਰਲੀਮੈਂਟ ਵੀ ਨੇ, ਉਹ ਅਸੈਂਬਲੀ ਵੀ ਨੇ। ਸੋ ਇਹ ਸਭ ਕਾਸੇ ਨੂੰ ਬੜੇ ਡੂੰਘਾਈ 'ਚ ਸਾਨੂੰ ਜਾਣਾ ਪਊਗਾ। ਪਰ ਸਾਡੀ ਬੱਚਤ ਲਈ ਫਾਰ ਦਾ ਟਾਈਮ ਬੀਇੰਗ, ਜੇ ਚਲੋ ਪੰਜਾਬ ਦੀ ਇੱਕ ਬਣਾ ਲਓ ਪਲੇਟਫਾਰਮ, ਲੇਕਿਨ ਮੈਂ ਚਾਹੁੰਦਾ ਕਿ ਹਿੰਦੁਸਤਾਨ ਲੈਵਲ ਦੇ ਉੱਪਰ, ਕੌਮੀ ਲੈਵਲ ਦੇ ਉੱਪਰ ਇੱਕ ਪਲੇਟਫਾਰਮ ਹੋਣਾ ਚਾਹੀਦਾ, ਔਰ ਸਾਨੂੰ ਜੁੜਨ ਦਾ ਮੌਕਾ ਮਿਲਦਾ। ਔਰ ਇਹ ਕੰਮ ਸਾਨੂੰ ਖੁਸ਼ੀ ਹੋਊਗੀ ਕਿ ਅਸੀਂ ਇਹ ਆਵਾਜ਼ ਜਾਂ ਇਹ ਕੰਮ ਇੱਥੋਂ ਪੰਜਾਬ ਦੀ ਧਰਤੀ ਤੋਂ ਸ਼ੁਰੂ ਕਰੀਏ। ਸ਼ੁਕਰੀਆ। ਵਾਹ ਜੀ ਵਾਹ, ਬਹੁਤ-ਬਹੁਤ ਸ਼ੁਕਰੀਆ ਦਵਿੰਦਰ ਦਮਨ ਜੀ, ਤੁਸੀਂ ਜਿਹੜਾ ਇੱਕ ਸਾਨੂੰ ਇੱਕ ਨਵਾਂ ਰਾਹ ਸੁਝਾਇਆ ਹੈਗਾ। ਸਾਡੀ ਗੱਲ ਚੱਲ ਰਹੀ ਸੀ, ਮੇਰੀ ਗੱਲ ਚੱਲ ਰਹੀ ਸੀ ਗੁਰਵਿੰਦਰ ਭਾਜੀ ਦੇ ਨਾਲ, ਤਾਂ ਉਹਨਾਂ ਨੇ ਵੀ ਇੱਕ ਨਾ ਇਹ ਜਿਹੜੀ ਤੁਹਾਡੀ ਗੱਲ ਹੈਗੀ ਹੈ, ਮੈਂ ਤੁਹਾਡੀ ਗੱਲ ਨੂੰ ਹੀ ਵੱਡੀ ਕਰ ਰਿਹਾ, ਉਹਨਾਂ ਨੇ ਵੀ ਇਹ ਸੁਝਾਅ ਦਿੱਤਾ ਸੀ। ਉਹ ਮੈਨੂੰ ਕਹਿੰਦੇ ਸੀ, ਸਵਾਮੀ, ਕਿ ਜਿਵੇਂ ਫਿਲਮ ਇੰਡਸਟਰੀ ਦੇ ਨਾਲ ਜੁੜੇ ਹੋਏ ਲੋਕ ਨੇ, ਤਾਂ ਹਰੇਕ ਇੰਡਸਟਰੀ ਦੀ ਹਰੇਕ ਵਿਧਾ ਨਾਲ, ਵੰਨਗੀ ਨਾਲ ਜਿਹੜੇ ਜੁੜੇ ਹੋਏ ਬੰਦੇ ਨੇ, ਉਹਨਾਂ ਦੇ ਬਕਾਇਦਾ ਆਇਡੈਂਟੀ ਕਾਰਡ ਬਣਦੇ ਨੇ, ਉਹਨਾਂ ਦੀ ਰਜਿਸਟ੍ਰੇਸ਼ਨ ਹੁੰਦੀ ਹੈਗੀ ਹੈ। ਜਿਵੇਂ ਮੁੰਬਈ ਜਿਹੜੀ ਨਗਰੀ ਹੈਗੀ ਹੈ, ਉਹਦੇ ਵਿੱਚ ਜਿਹੜੀ ਰਾਈਟਰ ਦੀ ਐਸੋਸੀਏਸ਼ਨ ਹੈਗੀ ਹੈ, ਡਾਇਰੈਕਟਰ ਦੀ ਹੈਗੀ ਹੈ, ਕੈਮਰਾਮੈਨਸ ਦੀ ਹੈਗੀ ਹੈ। ਤਾਂ ਜਿਹੜੀ ਹੁਣ ਤੁਸੀਂ ਗੱਲ ਕਰ ਰਹੇ ਹੋ ਕਿ ਸਾਡੇ ਵੀ ਇੱਥੇ ਜਿਹੜੀ ਕੋਈ ਨਾ ਕੋਈ ਇੱਕ ਅਜਿਹੀ ਸੰਸਥਾ ਜ਼ਰੂਰ ਹੋਣੀ ਚਾਹੀਦੀ ਹੈ, ਜਿਹੜੀ ਕਿ ਕੋਈ, ਜਿਹਦੇ ਕੋਲੇ ਅਥਾਰਟੀ ਹੋਵੇ ਕਿ ਉਹ ਬੰਦੇ ਨੂੰ ਰਿਕਮੈਂਡ ਕਰ ਸਕਦੇ ਹੋਣ, ਉਹ ਬੰਦੇ ਨੂੰ ਆਇਡੈਂਟੀਫਾਈ ਕਰ ਸਕਦੇ ਹੋਣ ਕਿ ਬਈ ਹਾਂ, ਅਸੀਂ ਇਹ ਬੰਦੇ ਦੀ ਜਿਹੜੀ ਜ਼ਿੰਮੇਵਾਰੀ ਹੈਗੀ ਆ ਉਹ ਓਟਦੇ ਹੈਗੇ ਆ। ਜਿਵੇਂ ਤੁਸੀਂ ਇਹ ਗੱਲ ਕੀਤੀ ਹੈਗੀ ਆ, ਮੈਨੂੰ ਤੁਹਾਡਾ ਇਹ ਸੁਝਾਅ ਬਹੁਤ ਪਸੰਦ ਆਇਆ ਕਿ ਇਹ ਜਿਹੜਾ ਕੰਮ ਹੈਗਾ, ਜਿਹੜਾ ਇਹ ਕਾਰਜ ਹੈਗਾ, ਇਹ ਜਿਹੜਾ ਹੈਗਾ ਸਟੇਟ ਪੱਧਰ ਤੇ ਨਾ ਰਹਿ ਕੇ ਇਹਨੂੰ ਨੈਸ਼ਨਲ ਪੱਧਰ ਤੇ ਲੈ ਕੇ ਜਾਇਆ ਜਾਵੇ।
ਕਿਉਂਕਿ ਨੈਸ਼ਨਲ ਪੱਧਰ ਤੇ ਕੀ ਹੈਗਾ ਕਿ ਇਹ ਸਾਰੇ ਦਾ ਜਿਹੜਾ ਪ੍ਰੋਸਪੈਕਟ ਹੈ ਉਹ ਬਹੁਤ ਵੱਡਾ ਹੋ ਜਾਊਗਾ, ਤੇ ਉਹਦੇ ਨਾਲ ਕੀ ਹੈਗਾ ਕਿ ਜਦੋਂ ਇੱਕ ਛੋਟੀ ਜਿਹੀ ਘਟਨਾ ਵਾਪਰਦੀ ਹੈਗੀ ਆ ਤਾਂ ਉਹਦਾ ਜਿਹੜਾ ਪ੍ਰਤੀਕਰਮ ਹੈਗਾ ਉਹ ਵੱਡੇ ਰੂਪ ਦੇ ਵਿੱਚ ਦਿਖਾਈ ਦਊਗਾ, ਸਾਰੇ ਦੇਸ਼ ਦੇ ਵਿੱਚ ਦਿਖਾਈ ਦਊਗਾ। ਤੁਸੀਂ ਇੱਕ ਗੱਲ ਕੀਤੀ ਹੈ ਦਮਨ ਜੀ, ਤੇ ਉਹ ਗੱਲ ਜਿਹੜੀ ਹੈ ਮੈਂ ਅੱਗੇ ਕੰਟੀਨਿਊ ਕਰਾਂਗਾ ਵਿੱਕੀ ਮਹੇਸ਼ਰੀ ਹੋਰਾਂ ਨਾਲ। ਸਾਡੇ ਨਾਲ ਫੇਸਬੁੱਕ ਤੇ ਬਹੁਤ ਦੋਸਤ ਜੁੜੇ ਹੋਏ ਨੇ, ਤੇ ਨਾਲ ਨਾਲ ਉਹ ਇਹ ਜਿਹੜੀ ਵਿਚਾਰ ਹੈ, ਗੱਲਬਾਤ ਹੈ, ਉਹ ਦੇਖ ਦੇਖ ਕੇ ਆਪਣਾ ਜਿਹੜਾ ਹੈਗਾ ਪ੍ਰਤੀਕਰਮ ਵੀ ਸਾਂਝਾ ਕਰ ਰਹੇ ਨੇ। ਸਾਡੇ ਨਾਲ ਸਟਾਲਿਨਜੀਤ ਬਰਾੜ ਜੁੜੇ ਹੋਏ ਨੇ, ਜਿਨ੍ਹਾਂ ਨੇ ਕਿਹਾ ਕਿ ਬਹੁਤ ਵਧੀਆ ਗੱਲਬਾਤ ਚੱਲ ਰਹੀ ਹੈਗੀ ਹੈ। ਸਾਡੇ ਨਾਲ ਜਗਜੀਤ ਸਰੀਨ ਜੀ ਪਟਿਆਲਾ ਤੋਂ ਬਹੁਤ ਵਧੀਆ ਰੰਗਕਰਮੀ ਹੈਗੇ ਨੇ, ਉਹ ਸਾਡੇ ਨਾਲ ਸਹਿਮਤ ਹੋ ਰਹੇ ਨੇ ਕਿ ਹਾਂ ਜੀ ਇੱਕ ਸੰਸਥਾ ਜਿਹੜੀ ਹੈ ਉਹ ਜ਼ਰੂਰੀ ਹੈ, ਉਹ ਹੋਣੀ ਚਾਹੀਦੀ ਹੈਗੀ ਹੈ। ਪਰਮਿੰਦਰਪਾਲ ਜੀ ਜਿਹੜੇ ਹੈਗੇ ਨੇ ਉਹ ਕਹਿ ਰਹੇ ਨੇ ਕਿ ਇੱਕ ਲਹਿਰ ਬਣਨੀ ਚਾਹੀਦੀ ਹੈ। ਮੈਂ ਸਾਰੇ ਜਿਹੜੇ ਦੋਸਤ ਹੈਗੇ ਨੇ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦਾ ਹੈਗਾ ਕਿ ਉਹ ਇਸ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ ਤੇ ਬਹੁਤ ਵਧੀਆ ਬਿਹਤਰੀਨ ਕੀਮਤੀ ਸੁਝਾਅ ਦੇ ਰਹੇ ਨੇ। ਤੇ ਜਿਵੇਂ ਹੁਣ ਜਗਜੀਤ ਸਰੀਨ ਜੀ ਕਹਿ ਰਹੇ ਨੇ ਕਿ ਜਿਹੜੀ ਇਹ ਪਹਿਲ ਹੈ ਇਹ ਪੰਜਾਬ ਤੋਂ ਹੀ ਕੀਤੀ ਜਾਵੇ। ਬਿਲਕੁਲ ਸਰੀਨ ਜੀ, ਪੰਜਾਬ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਜਿਹੜੀਆਂ ਲੋਕ ਲਹਿਰਾਂ ਹੈਗੀਆਂ ਨੇ ਉਹਨਾਂ ਨੂੰ ਜਨਮ ਦਿੱਤਾ ਹੈਗਾ ਇਸ ਧਰਤੀ ਤੇ। ਬਹੁਤ ਵਧੀਆ ਬਹੁਤ ਵੱਡੇ ਲੈਵਲ ਤੇ ਜਿਹੜੀਆਂ ਲੋਕ ਲਹਿਰਾਂ ਹੈਗੀਆਂ ਨੇ ਉਹ ਮੌਲੀਆਂ ਵੀ ਹੈਗੀਆਂ ਨੇ। ਤਾਂ ਅਸੀਂ ਹੁਣ ਗੱਲ ਕਰ ਰਹੇ ਹਾਂ ਕਿ ਮੈਂ ਪੋਲੀਟੀਕਲ ਸਿਨੈਰੀਓ ਦੀ ਗੱਲ ਕਰ ਰਿਹਾ ਸੀ, ਤਾਂ ਦਮਨ ਜੀ ਨੇ ਕਿਹਾ ਕਿ ਇੱਕ ਜਿਹੜਾ ਸਾਡਾ ਪੋਲੀਟੀਕਲ ਸਿਨੈਰੀਓ ਹੈ ਉਹ ਸਾਰਾ ਹੀ ਕਰਪਟ ਹੋਇਆ ਵਾ ਹੈਗਾ। ਹੁਣ ਉਹ ਪੋਲੀਟੀਕਲ ਸਿਨੈਰੀਓ ਜਿਹੜੀਆਂ ਸਾਡੀਆਂ ਜੜ੍ਹਾਂ ਨੇ ਹਨਾ, ਜੇ ਕਿਸੇ ਦਰਖਤ ਦੀ ਕਿਸੇ ਬੂਟੇ ਦੀ ਜੜ ਵਿੱਚ ਘੁਣ ਲੱਗ ਜੇ ਤਾਂ ਉਸ ਤੋਂ ਬਾਅਦ ਉਹ ਜਿਹੜਾ ਬੂਟਾ ਹੈਗਾ ਉਹਦਾ ਜਿਹੜਾ ਤਣਾ ਹੈ, ਪੱਤੇ ਨੇ, ਟਾਹਣੀਆਂ ਨੇ, ਅਸੀਂ ਜੇ ਉਹਨੂੰ ਡਿਫੈਂਡ ਕਰੀ ਜਾਵਾਂਗੇ, ਉਹਨੂੰ ਰੇਹ ਸਪਰੇਅ ਦੇਈ ਜਾਵਾਂਗੇ, ਉਹਦੇ ਤੇ ਕੀਟਨਾਸ਼ਕ ਪਾਈ ਜਾਵਾਂਗੇ ਤਾਂ ਮੈਨੂੰ ਨਹੀਂ ਲੱਗਦਾ ਹੈਗਾ ਕੋਈ ਫਾਇਦਾ ਹੋਊਗਾ, ਕਿਉਂਕਿ ਜੜ ਜਿਹੜਾ ਹੈ ਉਹ ਜਿਹੜਾ ਘੁਣ ਹੈ ਉਹ ਜੜ 'ਚ ਲੱਗਿਆ ਹੋਇਆ। ਦਮਨ ਜੀ ਇਹੀ ਗੱਲ ਕਰ ਰਹੇ ਸੀ। ਵਿੱਕੀ, ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹਾਂਗਾ ਕਿਉਂਕਿ ਤੁਸੀਂ ਜਿਹੜੀ ਵਿਦਿਆਰਥੀ ਪੋਲਿਟਿਕਸ ਦੇ ਨਾਲ ਜੁੜੇ ਹੋਏ ਹੋ ਤੇ ਬਹੁਤ ਐਕਟਿਵ ਤੌਰ ਤੇ ਤੁਸੀਂ ਕੰਮ ਕਰ ਰਹੇ ਹੋ ਰੰਗਮੰਚ ਦੇ ਵਿੱਚ ਤੇ ਪੋਲਿਟਿਕਸ ਦੇ ਵਿੱਚ ਵੀ। ਤੇ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਹੈਗਾ ਕਿ ਜਿਹੜਾ ਇਹ ਗੱਲ ਕਰਕੇ ਗਏ ਨੇ ਦਮਨ ਜੀ ਪੋਲੀਟੀਕਲ ਸਿਨੈਰੀਓ ਦੀ, ਤਾਂ ਸਾਨੂੰ ਵੀ ਪਤਾ ਹੈ ਕਿ ਇਹ ਜਿਹੜੀ ਇਹ ਕਰਪਸ਼ਨ ਹੈਗੀ ਹੈ, ਸਾਰਿਆਂ ਨੂੰ ਪਤਾ ਇਹ ਕਰਪਸ਼ਨ ਹੈਗੀ ਹੈ, ਸਾਰੇ ਮਾੜੇ ਹੈਗੇ ਨੇ ਹਨਾ। ਅੱਜ ਦੇ ਦੌਰ ਦੇ ਵਿੱਚ ਹੁਣ ਇਹ ਬਿਲਕੁਲ ਨਹੀਂ ਰਿਹਾ ਕਿ ਫਲਾਣੀ ਪਾਰਟੀ ਚੰਗੀ ਹੈਗੀ ਹੈ, ਫਲਾਣਾ ਨੇਤਾ ਚੰਗਾ ਹੈ, ਫਲਾਣਾ ਬਹੁਤ ਚੰਗਾ ਹੈਗਾ। ਹੁਣ ਸਾਡੇ ਕੋਲੇ ਜਿਹੜੀਆਂ ਕਸਵੱਟੀਆਂ ਨੇ ਉਹ ਇਹ ਹੈ ਕਿ ਜੀ ਫਲਾਣੀ ਪਾਰਟੀ ਬਹੁਤ ਮਾੜੀ ਹੈ, ਇਹ ਘੱਟ ਮਾੜੀ ਹੈ, ਇਹ ਉਹ ਤੋਂ ਘੱਟ ਮਾੜੀ ਹੈ, ਇਹ ਸਭ ਤੋਂ ਘੱਟ ਮਾੜੀ ਹੈ, ਚੰਗੇ ਵਾਲਾ ਤਾਂ ਸਾਡੇ ਕੋਲੇ ਕੋਈ ਸੰਕਲਪ ਰਿਹਾ ਹੀ ਨਹੀਂ। ਤਾਂ ਵਿੱਕੀ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਹੈਗਾ ਕਿ ਜਿਹੜੀ ਇਹ ਜੜ ਹੈ, ਜੜ 'ਚ ਜਿਹੜਾ ਘੁਣ ਲੱਗਿਆ ਹੋਇਆ ਹੈ, ਤੁਸੀਂ ਥੋੜਾ ਜਿਹਾ ਉਹਦੇ ਤੇ ਵੀ ਰੌਸ਼ਨੀ ਜ਼ਰੂਰ ਪਾਓ ਕਿ ਇਸ ਘੁਣ ਦੇ ਨਾਲ ਅਸੀਂ ਕਿਹੜੇ ਢੰਗ ਨਾਲ ਟੱਕਰਾ ਕਰ ਸਕਦੇ ਹੈਗੇ ਆ। ਇਸ ਤੋਂ ਬਾਅਦ ਮੈਂ ਆਪਣੀ ਗੱਲ ਕਰੂੰਗਾ ਸਾਹਿਬ ਸਿੰਘ ਜੀ ਦੇ ਨਾਲ। ਸਾਹਿਬ ਸਿੰਘ ਜੀ ਦਾ ਜਿਹੜੇ ਹੈਗੇ ਨੇ ਡਰਾਈਵ ਕਰ ਰਹੇ ਨੇ, ਇਸ ਤੋਂ ਬਾਅਦ ਮੈਂ ਉਹਨਾਂ ਨੂੰ ਲੈ ਕੇ ਆਉਂਗਾ। ਹਾਂਜੀ ਵਿੱਕੀ ਜੀ, ਤੁਸੀਂ ਆਪਣੀ ਗੱਲ ਸ਼ੁਰੂ ਕਰੋ। ਡਾਕਟਰ ਸਾਹਿਬ, ਜਿਹੜੀ ਆਪਾਂ ਇਸ ਮਸਲੇ ਤੇ ਗੱਲ ਕਰਦੇ ਹਾਂ, ਮੈਨੂੰ ਲੱਗਦਾ ਆਪਾਂ ਕਿਸੇ ਭਾਵਕ ਮੋੜ 'ਚ ਜਾਏ ਬਿਨਾਂ, ਮੈਨੂੰ ਲੱਗਦਾ ਜੇ ਉਹ ਆਪਾਂ ਗੱਲ ਕਰੀਏ ਤੇ ਆਪਾਂ ਕਿਸੇ ਨਤੀਜੇ ਤੇ ਪਹੁੰਚ ਸਕਦੇ ਹਾਂ। ਮੈਂ ਬਿਲਕੁਲ ਸਹਿਮਤ ਹਾਂ, ਨਾ ਹੀ ਪਹਿਲੀ ਘਟਨਾ ਨਾ ਹੀ ਆਖਰੀ ਘਟਨਾ। ਤੇ ਮੈਂ ਇਸ ਗੱਲ ਦੇ ਲਈ ਵੀ ਕਮਿਟਡ ਹੋ ਕੇ ਇਹ ਗੱਲ ਕਹਿ ਰਿਹਾ, ਜੇ ਸਿਸਟਮ ਦੇ ਖਿਲਾਫ ਲੜਦੇ ਹਾਂ, ਤੁਹਾਡੇ ਤੇ ਕੋਈ ਹਮਲਾ ਨਹੀਂ ਹੋ ਰਿਹਾ, ਇਟ ਮੀਨਸ ਇਹ ਸਮਝ ਲੈਣਾ ਚਾਹੀਦਾ ਤੁਹਾਡੀ ਉਸ ਲੜਾਈ 'ਚ ਕਿਤੇ ਨਾ ਕਿਤੇ ਕੋਈ ਕਮੀ ਆ। ਇਹ ਤਾਂ ਬਹੁਤ ਇੱਕ ਨਿੱਕੀ ਜਿਹੀ ਘਟਨਾ, ਚਾਹੇ ਉਹ ਬਿਨਾਂ ਕਿਸੇ ਰਾਜਨੀਤਿਕ ਦਬਾਅ ਦੇ ਹੋਵੇ ਜਾਂ ਸਿਰਫ ਪੁਲਿਸ ਦਾ ਜਿਹੜਾ ਰਾਜਨੀਤਿਕ ਸ਼ਹਿ ਦੇ ਨਾਲ ਜਿਹੜਾ ਉਹਨਾਂ ਦਾ ਦਾਰੂ ਪੀ ਕੇ ਕੰਮ ਜਿਸ ਤਰੀਕੇ ਨਾਲ ਉਹ ਕਰਦੇ, ਚਾਹੇ ਉਹ ਹੋਵੇ। ਪਰ ਏਦਾਂ ਦੀਆਂ ਘਟਨਾਵਾਂ ਇਹ ਦੱਸਦੀਆਂ ਜ਼ਰੂਰ ਆ ਕਿ ਕਿਸ ਤਰੀਕੇ ਨਾਲ ਪੁਲਿਸ ਇੱਕ ਸਟੇਟ ਪਾਵਰ ਦੇ ਅੰਡਰ ਚੱਲਦਿਆਂ ਇੱਕ ਸਿਸਟਮ ਨੂੰ ਇੰਪਲੀਮੈਂਟ ਕਰਨ ਦੇ ਲਈ, ਚਾਹੇ ਉਹ ਮਤਲਬ ਇਹ ਨਾਟਕ ਕਰਮੀ, ਕਿਉਂਕਿ ਉਸ ਰਾਤ ਉਹ ਨਾਟਕ ਕਰਕੇ ਆ ਰਹੇ ਸੀ, ਨਹੀਂ ਆਮ ਇਹ ਘਟਨਾਵਾਂ ਰੋਜ਼ ਪਿੰਡਾਂ ਦੇ ਵਿੱਚ, ਰੋਜ਼ ਸ਼ਹਿਰਾਂ ਦੇ ਵਿੱਚ ਇਹ ਵਾਪਰਦੀਆਂ। ਲੋਕਾਂ ਨੂੰ ਕਿਵੇਂ ਜਲੀਲ ਕੀਤਾ ਜਾਂਦਾ, ਇਹ ਬਿਲਕੁਲ ਰਾਜਨੀਤੀ ਤੋਂ ਬਿਨਾਂ ਨਹੀਂ ਹੋ ਰਿਹਾ। ਪਰ ਆਪਾਂ ਬਿਨਾਂ ਭਾਵਕ ਹੋਏ, ਮੈਨੂੰ ਲੱਗਦਾ ਸਾਨੂੰ ਇਹ ਵੀ ਨਹੀਂ ਕਹਿ ਦੇਣਾ ਚਾਹੀਦਾ ਕਿ ਸਾਰੇ ਹੀ ਮਾੜੇ ਹੁੰਦੇ ਆ। ਸਾਰੇ ਸੁਸਾਇਟੀ 'ਚ ਕਦੇ ਨਹੀਂ ਮਾੜੇ ਹੁੰਦੇ। ਜੇ ਇੱਕ ਵੇਲੇ ਸਮਾਜ ਦੇ ਵਿੱਚ ਬਾਬਰ ਦੀ ਧਿਰ ਹੋਵੇ ਤੇ ਦੂਜੇ ਪਾਸੇ ਲੜਨ ਵਾਲੇ ਬਾਬੇ ਵੀ ਖੜੇ ਹੁੰਦੇ ਆ। ਜੇ ਇੱਕ ਪਾਸੇ ਮੁਗਲ ਸੀ ਤੇ ਦੂਜੇ ਪਾਸੇ ਲੜਨ ਵਾਲੇ ਲੋਕਾਂ ਨੂੰ ਆਜ਼ਾਦ ਕਰਵਾਉਣ ਵਾਲੇ ਲੋਕ ਵੀ ਸੀ। ਤੇ ਜੇ ਭਗਤ ਸਰਾਭੇ ਸੀ ਤੇ ਦੂਜੇ ਪਾਸੇ ਕਿਉਂਕਿ ਜ਼ਾਲਮ ਸੀਗਾ ਕਰਕੇ ਭਗਤ ਸਿੰਘ ਹੁਣੀ ਭਗਤ ਸਿੰਘ ਬਣੇ। ਸੋ ਆਪਾਂ ਇਹ ਮਤਲਬ ਜਦੋਂ ਆਪਾਂ ਸਾਰਿਆਂ ਨੂੰ ਇੱਕੋ ਜੇ ਸਾਰੇ ਇੱਕੋ ਜਿਹੇ ਹੋਣ ਤੇ ਫਿਰ ਵਰਵਰਾ ਰਾਓ ਨੂੰ ਜੇਲ੍ਹ ਜਾਣ ਦੀ ਲੋੜ ਨਾ ਪੈਂਦੀ।
ਜੇ ਸਾਰੇ ਇੱਕੋ ਜਿਹੇ ਹੁੰਦੇ ਫਿਰ ਜਿਹੜੀਆਂ ਵਿਦਿਆਰਥੀ ਜਥੇਬੰਦੀਆਂ ਦੇ ਜਿਹੜੇ ਸਟੂਡੈਂਟ ਆ ਜਾਂ ਨਿਊਟਰਲ ਸਟੂਡੈਂਟ ਆ ਜਿਹੜੇ ਸਿਸਟਮ ਦੇ ਖਿਲਾਫ, ਸੀਏ ਦੇ ਖਿਲਾਫ, ਇਸ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ ਲੜੇ, ਜਿਹੜੇ ਰੁਜ਼ਗਾਰ ਦੀ ਆਵਾਜ਼ ਬੁਲੰਦ ਕਰ ਰਹੇ, ਉਹਨਾਂ ਨੂੰ ਜੇਲ੍ਹਾਂ 'ਚ ਜਿਹੜੀਆਂ ਸਜ਼ਾਵਾਂ ਨਾ ਕੱਟਣੀਆਂ ਪੈਂਦੀਆਂ। ਸੋ ਇਹ ਸਾਰੇ ਦਾ ਸਾਰਾ ਸਿਸਟਮ ਆ ਜਿਹੜਾ ਸਿਸਟਮ ਨਾ ਕੇਵਲ ਮੋਦੀ ਚਲਾਉਂਦਾ, ਨਾ ਅਮਿਤ ਸ਼ਾਹ ਚਲਾਉਂਦਾ, ਨਾ ਕੈਪਟਨ ਚਲਾਉਂਦਾ, ਨਾ ਬਾਦਲ ਚਲਾਉਂਦਾ, ਜਿਹੜੀ ਉਹਦੇ ਪਿੱਛੇ ਸਟੇਟ ਪਾਵਰ ਆ ਉਹ ਜਿਵੇਂ ਨਚਾਉਂਦੀ ਸਾਰੀ ਮਸ਼ੀਨਰੀ ਉਵੇਂ ਨੱਚਦੀ ਆ। ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਇਦਾਂ ਦੀ ਕੋਈ ਘਟਨਾ ਹੁੰਦੀ ਆ ਤੇ ਸਾਰੇ ਲੋਕਾਂ ਨੂੰ ਇਕੱਠੇ ਹੋ ਕੇ ਉਹਦੇ ਤੇ ਕੰਮ ਕਰਨਾ ਚਾਹੀਦਾ। ਪਰ ਮੇਰਾ ਰੰਗ ਕਰਮੀਆਂ ਪ੍ਰਤੀ ਜਿਹੜਾ ਇੱਕ ਮਤਲਬ ਜਿਹੜੀ ਮੇਰੀ ਚਿੰਤਾ ਜੇ ਮੈਂ ਉਹ ਜ਼ਾਹਰ ਕਰਨੀ ਚਾਹਾਂ, ਕਿਸਾਨਾਂ ਦੇ ਉੱਪਰ ਹਮਲਾ ਤੇ ਕਿਸਾਨ ਵੱਡੀ ਗਿਣਤੀ 'ਚ ਲੜ ਰਹੇ ਆ। ਮਜ਼ਦੂਰਾਂ ਦੇ ਹਿੱਤਾਂ ਤੇ ਲੇਬਰ ਲਾਅ ਖਤਮ ਕੀਤੇ ਇਸ ਦੇਸ਼ ਦੀ ਸਰਕਾਰ ਨੇ, ਮਜ਼ਦੂਰ ਸੜਕਾਂ ਤੇ ਆਏ। ਜਦੋਂ ਵਿਦਿਆਰਥੀਆਂ ਤੇ ਹਮਲਾ ਹੁੰਦਾ, ਯੂਨੀਵਰਸਿਟੀਆਂ ਇਕਸੁਰ ਹੋ ਕੇ ਸਾਰੇ ਦੇਸ਼ ਦੇ ਵਿੱਚ ਬੋਲਦੀਆਂ। ਪਰ ਆਪਾਂ ਥੋੜਾ ਜਿਹਾ ਐਨਾਲਾਈਜ਼ ਕਰੀਏ, ਕਿਉਂਕਿ ਆਪਾਂ ਸਾਰੇ ਰੰਗਮੰਚ ਨਾਲ ਜੁੜੇ ਹੋਏ ਆ ਤੇ ਬਹੁਤੇ ਇਸ ਪੈਨਲ ਦੇ ਵਿੱਚ ਉਹ ਸਾਥੀ ਨੇ ਜਿਹੜੇ ਕਿਸੇ ਨਾ ਕਿਸੇ ਸੰਸਥਾ ਤੇ ਅੱਛੇ ਅਹੁਦੇ ਤੇ ਨੇ, ਜਿਨ੍ਹਾਂ ਦੇ ਹੱਥ 'ਚ ਪਾਵਰ ਵੀ ਆ। ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਕਿ ਅਸੀਂ ਜਦੋਂ ਕਿਤੇ ਏਦਾਂ ਦੀ ਘਟਨਾ ਹੁੰਦੀ, ਕਿਉਂਕਿ ਜੇ ਡਾਕਟਰ ਸਾਹਿਬ ਸਿੰਘ ਨੇ ਉਹ ਵੀਡੀਓ ਬਣਾ ਕੇ ਲਾਈਵ ਕਰਕੇ ਇਸ ਘਟਨਾ ਦੀ ਜਿਹੜੀ ਚਲੋ ਡੂੰਘਾਈ ਆ ਉਹਨੂੰ ਨਾ ਬਿਆਨ ਕੀਤਾ ਹੁੰਦਾ ਤੇ ਸ਼ਾਇਦ ਇਹ ਘਟਨਾ ਅੱਜ ਇਸ ਚੈਨਲ ਤੇ ਢੁੱਕਦੀ ਗੱਲ ਦਾ ਵਿਸ਼ਾ ਬਣਦੀ ਨਾ। ਜੇ ਰੰਗ ਕਰਮੀਆਂ ਨੇ ਬਾਹਰ ਨਿਕਲ ਕੇ ਥਾਣੇ ਦਾ ਘਿਰਾਓ ਨਾ ਕੀਤਾ ਹੁੰਦਾ, ਸ਼ਾਇਦ ਅਸੀਂ ਇਹ ਤੇ ਗੱਲ ਕਰਨੀ ਵੀ ਜ਼ਰੂਰੀ ਨਾ ਸਮਝਦੇ। ਸੋ ਅਸੀਂ ਉਹ ਕਿੰਨੇ ਕੁ ਲੋਕ ਆ, ਕਿਹੜੀ ਧਿਰ ਨਾਲ ਖੜੇ ਲੋਕ ਆ। ਸੋ ਇਸ ਕਰਕੇ ਜ਼ਰੂਰੀ ਇਹ ਆ, ਇੱਕ ਸੰਸਥਾ ਜਿੱਦਾਂ ਇਪਟਾ ਪਹਿਲਾਂ ਇੱਕ ਬੋਡੀ ਚੱਲਦੀ ਆ, ਦੇਰ ਆਰ ਮੈਨੀ ਬੋਡੀਜ਼ ਐਟ ਨੈਸ਼ਨਲ ਲੈਵਲ, ਹੁਣ ਵੀ ਬਣੀਆਂ ਹੋਈਆਂ, ਅਸੀਂ ਉਹਨਾਂ ਨਾਲ ਟੱਚ 'ਚ ਹੋ ਸਕਦੇ ਹਾਂ ਜਾਂ ਨਹੀਂ ਵੀ ਹੋ ਸਕਦੇ। ਇੱਕ ਹੋਰ ਨਵੀਂ ਬੋਡੀ ਵੀ ਬਣਾਈ ਜਾ ਸਕਦੀ ਹੈ, ਇਹਦੇ 'ਚ ਕੋਈ ਦਿੱਕਤ ਨਹੀਂ। ਬਟ ਪੁਆਇੰਟ ਇਜ਼ ਕਿ ਤੁਸੀਂ ਜਿਸ ਮਕਸਦ ਦੇ ਲਈ ਲੜ ਰਹੇ ਹੋ, ਜੇ ਉਹ ਮਕਸਦ ਦੇ ਲਈ ਕੰਮ ਕਰਦੇ ਆ, ਤੁਸੀਂ ਇੱਕ ਸਿਸਟਮ ਨੂੰ ਚੈਲੰਜ ਕਰ ਰਹੇ ਹੋ, ਇਹ ਘਟਨਾਵਾਂ ਤੁਹਾਡਾ ਇਹ ਘਟਨਾਵਾਂ ਹੋਣਗੀਆਂ ਇਸ ਤੋਂ ਕਿਤੇ ਮਤਲਬ ਜਿਹੜੀਆਂ ਦੁਖਦਾਈ, ਇਸ ਤੋਂ ਕਿਤੇ ਜਿਹੜੀਆਂ ਵੱਧ ਜ਼ਬਰ ਤੇ ਜ਼ੁਲਮ ਵਾਲੀਆਂ ਘਟਨਾਵਾਂ ਉਹ ਵੀ ਹੋਣਗੀਆਂ। ਤੇ ਉਹ ਹੋਣਗੀਆਂ ਜਦੋਂ ਤੁਸੀਂ ਉਸ ਸਿਸਟਮ ਦੇ ਖਿਲਾਫ ਸਹੀ ਦਿਸ਼ਾ ਦੇ ਵਿੱਚ ਟੱਕਰ ਲਓਗੇ ਤੇ ਉਹ ਟੱਕਰ ਲੈਣੀ ਪਵੇਗੀ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਜਿੱਥੇ ਏਦਾਂ ਦੀ ਕਿਸੇ ਘਟਨਾ ਦੇ ਲਈ ਇਕੱਠਿਆਂ ਰਿਸਪੌਂਡ ਕਰਨ ਦੇ ਲਈ ਇੱਕ ਬੋਡੀ ਬਣਾਉਣ ਦੀ ਲੋੜ ਆ, ਉਹਦੇ ਨਾਲ ਬਹੁਤ ਵਧੇਰੇ ਜ਼ਰੂਰੀ ਆ ਕਿ ਰੰਗ ਕਰਮੀਆਂ ਨੂੰ ਇਸ ਮਕਸਦ ਨਾਲ ਜੋੜਨਾ, ਤਾਂ ਕਿ ਜਿਹੜੀਆਂ ਇਹਨਾਂ ਘਟਨਾਵਾਂ ਨੂੰ ਜਿਹੜਾ ਸਿਸਟਮ ਆਪਰੇਟ ਕਰਦਾ, ਇਹ ਘਟਨਾਵਾਂ ਜਿਸ ਸਿਸਟਮ 'ਚ ਜਨਮ ਲੈਂਦੀਆਂ, ਉਸ ਸਿਸਟਮ ਨੂੰ ਜੜੋਂ ਪੱਟਿਆ ਜਾ ਸਕੇ ਤੇ ਉਹ ਪੱਟਣਾ ਬਹੁਤ ਜ਼ਰੂਰੀ ਆ। ਉਹਦੇ 'ਚ ਰੰਗ ਕਰਮੀਆਂ ਨੂੰ ਮੈਂ ਕਿਤੇ ਘਟਾ ਕੇ ਨਹੀਂ ਦੇਖਦਾ, ਲੋਕ ਲੜ ਰਹੇ ਆ, ਬਹੁਤ ਸਾਰੇ ਰੰਗ ਕਰਮੀ ਆ ਜਿਹੜੇ ਰੋਜ਼ ਲੋਕਾਂ 'ਚ ਜਾ ਕੇ ਕੰਮ ਕਰਨ ਵਾਲਾ ਕੰਮ ਕਰਦੇ ਆ। ਪਰ ਜਦੋਂ ਅਸੀਂ ਆਪਦੀ ਧਿਰ ਡਿਸਾਈਡ ਕਰ ਲੈਂਦੇ ਹਾਂ, ਜਦੋਂ ਤੁਸੀਂ ਮਿਹਨਤਕਸ਼ ਲੋਕਾਂ ਨਾਲ ਖੜੇ ਹੋ ਤੇ ਨਿਸ਼ਚਿਤ ਤੌਰ ਤੇ ਜਿਹੜਾ ਜ਼ਬਰ ਜ਼ੁਲਮ ਮਿਹਨਤਕਸ਼ ਲੋਕਾਂ ਤੇ ਹੋ ਰਿਹਾ ਉਹ ਰੰਗ ਕਰਮੀ ਲੋਕਾਂ ਤੇ ਵੀ ਹੋਊਗਾ। ਇੱਥੇ ਅਸੀਂ ਇੱਕ ਗਲਤੀ ਇਹ ਕਰ ਜਾਂਦੇ ਹਾਂ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਰੰਗ ਕਰਮੀਆਂ ਨਾਲ ਜਦੋਂ ਆਏ ਹੁੰਦਾ ਤੇ ਦੂਜੀਆਂ ਧਿਰਾਂ ਵੀ ਬੋਲਣ, ਅਸੀਂ ਰੰਗ ਕਰਮੀਆਂ ਨੂੰ ਆਈਸੋਲੇਟ ਕਰਕੇ ਨਾ ਦੇਖੀਏ। ਰੰਗ ਕਰਮੀ ਵੀ ਉਸੇ ਸਮਾਜ ਦਾ ਦਿੱਤਾ ਖਾਂਦੇ ਆ, ਉਸੇ ਸਮਾਜ ਦਾ ਦਿੱਤਾ ਪਹਿਨਦੇ ਆ, ਉਸੇ ਸਮਾਜ 'ਚ ਸਾਹ ਲੈਂਦੇ ਆ। ਸਾਰੇ ਦੇ ਸਾਰੇ ਉਹ ਲੋਕ, ਇਸੇ ਕਰਕੇ ਅਸੀਂ ਇਹ ਪਿਛਲੇ ਦਿਨ ਜਿਹੜੀ ਇੱਕ ਕਾਲ ਲਈ ਸੀ ਉਹਦੇ 'ਚ ਕਿਹਾ ਸੀ, ਜਿਹਦੇ 'ਚ ਸੁਨੇ ਸਾਜ ਸੁਨੇ ਸਰਕਾਰ ਨਾਮ ਦੀ ਇੱਕ ਕੈਂਪੇਨ ਸੀ, ਕਿ ਰੰਗ ਕਰਮੀ ਉਸ ਮਕਸਦ ਨਾਲ ਇਕੱਠੇ ਹੋਣ, ਉਹ ਵੀ ਆਪਦੇ ਆਪ ਨੂੰ ਕਲਾ ਕਿਰਤੀ ਹੋਣ ਦਾ, ਕਲਾ ਕਾਮੇ ਹੋਣ ਦਾ ਦਾਅਵਾ ਕਰਨ। ਉਹ ਵੀ ਕਹਿਣ, ਜਦੋਂ ਦੇਸ਼ ਦੀ ਪਾਰਲੀਮੈਂਟ ਤੇ ਨੌਜਵਾਨ ਜਾ ਕੇ ਰੁਜ਼ਗਾਰ ਦੇ ਲਈ ਧਰਨੇ ਦਿੰਦੇ ਆ, ਜਦੋਂ ਉਹ ਪਾਰਲੀਮੈਂਟ ਘੇਰ ਕੇ ਕਹਿੰਦੇ ਆ ਕਿ ਭਗਤ ਸਿੰਘ ਦੇ ਨਾਂ ਤੇ ਭਗਤ ਸਿੰਘ ਨੈਸ਼ਨਲ ਇੰਪਲਾਇਮੈਂਟ ਗਰੰਟੀ ਐਕਟ ਇੱਕ ਕਾਨੂੰਨ ਬਣੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ, ਤਾਂ ਕਿ ਸਭ ਨੂੰ ਰੋਜ਼ਗਾਰ ਦਿੱਤਾ ਜਾ ਸਕੇ, ਉਹਦੇ 'ਚ ਰੰਗ ਕਰਮੀ ਵੀ ਸ਼ਾਮਲ ਹੋਣ। ਹੁਣ ਮਸਲਾ ਇਹ ਆ ਕਿ ਸਾਡੇ, ਕਿਉਂਕਿ ਜੇ ਕੋਈ ਛੋਟੀ ਸ਼ਖਸੀਅਤ ਆ, ਨੇਚਰਲੀ ਉਹਦੇ ਨਾਲ ਘੱਟ ਲੋਕ ਜੁੜੇ ਹੋਣਗੇ, ਉਹਨੂੰ ਘੱਟ ਲੋਕ ਸੁਣਨਗੇ। ਪਰ ਪੰਜਾਬ ਦੇ ਰੰਗਮੰਚ ਕੋਲੇ ਅੱਜ ਵੀ ਧਰਨਿਆਂ 'ਚ ਜਾ ਕੇ ਨਾਟਕ ਕਰਨ ਵਾਲੇ ਏਡੇ ਵੱਡੇ ਲਾਊਡ ਸਪੀਕਰ ਨੇ ਸਾਡੇ ਕੋਲੇ ਰੰਗ ਕਰਮੀ, ਏਡੀ ਵੱਡੀ ਉਹਨਾਂ ਦੀ ਆਵਾਜ਼ ਆ, ਇੰਨੇ ਲੋਕ ਉਹਨਾਂ ਨੂੰ ਸੁਣਦੇ ਆ। ਉਹਨਾਂ ਨੂੰ ਇਸ ਗੱਲ ਲਈ ਵੀ ਐਡਵੋਕੇਟ ਕਰਨਾ ਚਾਹੀਦਾ ਕਿ ਰੰਗ ਕਰਮੀਆਂ ਨੂੰ ਵੀ ਕਲਾ ਕਾਮਿਆਂ ਦਾ ਦਰਜਾ ਮਿਲੇ, ਤਾਂ ਕਿ ਜਿਵੇਂ ਕਲਾ ਬਾਕੀ ਕਾਮਿਆਂ ਦੀਆਂ, ਬਾਕੀ ਕਿਰਤੀਆਂ ਦੀਆਂ ਯੂਨੀਅਨਾਂ ਬਣਦੀਆਂ ਤੇ ਰੰਗ ਕਰਮੀਆਂ ਦੀ ਵੀ। ਹੁਣ ਸਾਰੇ ਜਾਣੇ ਆਪਣੇ ਆਪਣੇ ਤੌਰ ਤੇ ਕੰਮ ਕਰਦੇ ਆ, ਕੁਝ ਬੋਡੀਜ਼ ਨੇ ਜਿਹੜੀਆਂ ਮਤਲਬ ਇਕੱਠੀਆਂ ਹੋ ਕੇ ਵੀ ਕੰਮ ਕਰਦੀਆਂ, ਪਰ ਜਦੋਂ ਤੱਕ ਉਹਨਾਂ ਨੂੰ ਕਲਾ ਕਾਮੇ ਬਣਾ ਕੇ ਇੱਕ ਪੋਲੀਟੀਕਲ ਮੋਟਿਵ ਨਾਲ ਜੋੜਨ ਵਾਲਾ ਕੰਮ ਨਹੀਂ ਹੁੰਦਾ, ਜਦੋਂ ਤੱਕ ਉਹਨਾਂ ਨੂੰ ਉਸ ਮੰਗ ਤੇ ਇਕੱਠੇ ਨਹੀਂ ਕੀਤਾ ਜਾ ਸਕਦਾ, ਉਦੋਂ ਤੱਕ ਫਿਰ ਇਹ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਰਹਿਣਗੀਆਂ। ਸੋ ਇਟਸ ਵੈਰੀ ਇੰਪੋਰਟੈਂਟ ਕਿ ਸਾਰੇ ਲੋਕਾਂ ਨੂੰ ਇਕੱਠੇ ਕਰਨ ਦੇ ਲਈ ਉਸ ਸਾਂਝੇ ਮਕਸਦ ਨਾਲ ਜੋੜਦੇ ਆ ਆਪਾਂ, ਚਾਹੇ ਰੰਗਮੰਚ ਨੂੰ ਇੱਕ ਥੀਏਟਰ ਦੇ ਵਿਸ਼ੇ ਦੇ ਤੌਰ ਤੇ ਲੈ ਕੇ ਆਉਣ ਦੀ ਲੜਾਈ ਹੋਵੇ, ਚਾਹੇ ਰੰਗਮੰਚ ਦੇ
ਕਿਸੇ ਵੀ ਤਰੀਕੇ ਦੀ ਰਾਜਨੀਤਿਕ ਜਦੋਂ ਘਟਨਾ ਹੁੰਦੀ ਆ ਉਹਦੇ ਤੇ ਰਿਸਪੌਂਸ ਕਰਨ ਦੀ ਗੱਲ ਹੋਵੇ, ਉਹਦੀ ਹੋ ਸਕਦਾ ਜਦੋਂ ਅਸੀਂ ਇੱਕ ਮਕਸਦ ਨੂੰ ਓਰੀਐਂਟਡ ਆ। ਉਹ ਲੋਕ ਨਹੀਂ ਬੋਲਣਗੇ ਜਿਨ੍ਹਾਂ ਦਾ ਮਕਸਦ ਇਹਨਾਂ ਲੋਕਾਂ ਦਾ ਮਕਸਦ ਨਹੀਂ, ਜਿਨ੍ਹਾਂ ਤੇ ਅੱਜ ਤਸ਼ੱਦਦ ਹੋ ਰਿਹਾ। ਬੋਲਣਗੇ ਉਹੀ, ਪੀੜ ਉਹਨਾਂ ਨੂੰ ਹੀ ਹੋਏਗੀ, ਉਹੀ ਤੜਫਣਗੇ, ਉਹੀ ਲਾਈਵ ਵੀਡੀਓ ਬਣਾਉਣਗੇ, ਉਹੀ ਧਰਨੇ ਮੁਜ਼ਾਹਰੇ ਲੈ ਕੇ ਨਿਕਲਣਗੇ। ਕਿਉਂਕਿ ਆਪਾਂ ਜਾਣਦੇ ਹਾਂ ਦੋਸਤੋ, ਜਦੋਂ ਸਿਸਟਮ ਦੇ ਖਿਲਾਫ ਕੋਈ ਲੜਦਾ ਤੇ ਇਕੱਲਾ ਇੰਡੀਆ ਦੀ ਲੜਾਈ ਨਹੀਂ, ਇਹ ਦੁਨੀਆ ਦੀ ਲੜਾਈ ਆ, ਜਿਹਦੇ ਚ ਟਰਕੀ ਦਾ ਜਿਹੜਾ ਗਰੁੱਪ ਯੂਰਮ ਆ, ਜਿਹਨੂੰ ਤੁਸੀਂ ਸੁਣਿਆ ਹੋਏਗਾ ਲਾਜ਼ਮੀ ਤੌਰ ਤੇ, ਜਿਨ੍ਹਾਂ ਨੇ ਨਹੀਂ ਸੁਣਿਆ ਉਹ ਅੱਜ ਸੁਣ। ਜੇ ਉੱਥੋਂ ਦੀ ਸਰਕਾਰ ਉਹਨਾਂ ਤੇ ਦਮਨ ਕਰਦੀ ਹੋਈ, ਉਹਨਾਂ ਨੂੰ ਪਰਫਾਰਮ ਨਾ ਕਰਨ ਦੀ, ਜਦੋਂ ਉਹਨਾਂ ਤੇ ਬੰਦਿਸ਼ਾਂ ਲਾਉਂਦੀ ਹੋਵੇ, ਤੇ ਉਹ 270 ਦਿਨਾਂ ਦੀਆਂ ਭੁੱਖ ਹੜਤਾਲਾਂ ਕੱਟ ਕੇ ਆਪਦੀ ਜਿਹੜੀ ਸ਼ਹਾਦਤ ਦੇ ਜਾਂਦੇ ਹੋਣ, ਤੇ ਦਮਨ ਦੇ ਖਿਲਾਫ ਲੜਦਿਆਂ ਹੀ ਇਹ ਸਾਰਾ ਕੁਝ ਹੁੰਦਾ। ਸੋ ਉਸ ਜਬਰ ਜ਼ੁਲਮ ਦੇ ਖਿਲਾਫ, ਉਸ ਸਿਸਟਮ ਦੀ ਜੜ ਪੱਟਣ ਦੇ ਖਿਲਾਫ ਲੜਾਈ ਤੇਜ਼ ਕਰਨ ਦੀ ਲੋੜ ਆ। ਉਹ ਲੜਾਈ ਨੂੰ ਤੇਜ਼ ਕਰਦੇ ਰੰਗ ਕਰਮੀ ਕਿਵੇਂ ਇਕੱਠੇ ਹੋਣ, ਇਹਦੇ ਤੇ ਵਿਚਾਰ ਚਰਚਾ ਆਪਾਂ ਨੂੰ ਕੇਂਦਰਿਤ ਕਰਵਾਉਣ ਦੀ ਜ਼ਿਆਦਾ ਲੋੜ ਆ ਡਾਕਟਰ ਸਾਹਿਬ। ਜੀ ਵਿੱਕੀ ਜੀ, ਸ਼ੁਕਰੀਆ। ਤੁਸੀਂ ਕਈ ਜਿਹੜੇ ਨਵੇਂ ਆਸਪੈਕਟ ਹੈਗੇ ਨੇ ਇਸ ਵਿਸ਼ੇ ਦੇ ਨਾਲ ਜੁੜੇ ਹੋਏ, ਤੁਸੀਂ ਉਹਨਾਂ ਬਾਰੇ ਗੱਲਬਾਤ ਕੀਤੀ ਹੈ। ਮੈਂ ਹੁਣ ਡਾਕਟਰ ਸਾਹਿਬ ਸਿੰਘ ਜਿਹੜੇ ਕਿ ਹੁਣ ਟਰੈਵਲ ਵੀ ਕਰ ਰਹੇ ਨੇ, ਤੇ ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ ਹੈਗਾ। ਪਹਿਲੀ ਗੱਲ ਤਾਂ ਕਿ ਉਹਨਾਂ ਨੇ ਸਾਡਾ ਇਹ ਸੱਦਾ ਸਵੀਕਾਰ ਕੀਤਾ, ਇਸ ਢੁੱਕ ਦੀ ਗੱਲ ਦੇ ਨਾਲ ਜੁੜਨ ਵਾਸਤੇ ਉਹ ਰਾਜ਼ੀ ਹੋਏ, ਹਾਲਾਂਕਿ ਉਹਨਾਂ ਦਾ ਸ਼ਡਿਊਲ ਬਿਜ਼ੀ ਚੱਲ ਰਿਹਾ ਹੈ। ਤਾਂ ਮੈਂ ਸਭ ਤੋਂ ਪਹਿਲਾਂ ਮੈਂ ਹੁਣ ਜਿਹੜਾ ਹੈਗਾ ਡਾਕਟਰ ਸਾਹਿਬ ਸਿੰਘ ਨਾਲ ਪਹਿਲਾਂ ਗੱਲ ਕਰ ਲਵਾਂ। ਜਿਹੜੀ ਹੋਰ ਗੱਲਬਾਤ ਹੈਗੀ ਹੈ, ਜਿਹੜੀ ਵਿੱਕੀ ਹੋਰਾਂ ਨੇ ਕੀਤੀ ਹੈ, ਜਾਂ ਹੋਰ ਜਿਹੜੀਆਂ ਆਪਾਂ ਕਰਨੀਆਂ ਨੇ, ਉਹ ਮੈਂ ਬਾਅਦ ਚ ਕਰੂੰਗਾ। ਮੈਂ ਡਾਕਟਰ ਸਾਹਿਬ ਸਿੰਘ ਹੋਰਾਂ ਨਾਲ ਇਹ ਗੱਲ ਕਰਦਾ ਹੈਗਾ। ਡਾਕਟਰ ਸਾਹਿਬ, ਤੁਸੀਂ ਸਾਰੀ ਗੱਲਬਾਤ ਸੁਣ ਲਈ ਹੈਗੀ ਹੈ, ਕੀ ਤੁਹਾਡੇ ਕੋਲੇ ਜਿੰਨੇ ਹੁਣ ਸੁਝਾਅ ਦਿੱਤੇ ਗਏ ਨੇ, ਇਹਨਾਂ ਤੋਂ ਬਿਨਾਂ ਕੋਈ ਵੀ ਹੋਰ ਇਹੋ ਜਿਹਾ ਸੁਝਾਅ ਹੈਗਾ ਜਿਹਦੇ ਨਾਲ ਕਿ ਆਪਾਂ ਜਿਹੜੀਆਂ ਇਹ ਘਟਨਾਵਾਂ ਹੈਗੀਆਂ ਨੇ, ਇਹਨਾਂ ਦੇ ਨਾਲ ਆਪਾਂ ਸਿੱਝ ਸਕੀਏ ਪ੍ਰੋਪਰਲੀ ਢੰਗ ਦੇ ਨਾਲ? ਡਾਕਟਰ ਸਾਹਿਬ ਸਿੰਘ ਜੀ। ਕਾਫੀ ਚਾਹਨਾ ਕਿਉਂਕਿ ਮੈਂ ਟਰੈਵਲ ਕਰ ਰਿਹਾ ਤੇ ਟਰੈਵਲ ਕਰਦਿਆਂ ਨੈਟ ਬਹੁਤ ਵਾਰੀ ਗੜਬੜ ਹੋਇਆ। ਹੁਣ ਮੈਂ ਹਾਲਾਂਕਿ ਮੈਂ ਲੇਟ ਹੋ ਰਿਹਾ, ਪਰ ਮੈਂ ਗੱਡੀ ਰੋਕ ਲਈ ਹੈ, ਮੈਂ ਡਰਾਈਵਰ ਨੂੰ ਕਿਹਾ ਗੱਡੀ ਰੋਕ ਲੈ। ਸੋ ਮੈਂ 5-7 ਮਿੰਟ 'ਚ ਗੱਲ ਕਰਨੀ ਚਾਹੁੰਦਾ। ਪਹਿਲੀ ਗੱਲ ਤਾਂ ਦੋਸਤੋ ਇਹ ਵੀ ਜਦੋਂ ਇਹ ਘਟਨਾ ਵਾਪਰੀ ਤੇ ਮੈਂ ਬਹੁਤ ਤਕਲੀਫ 'ਚ ਮਤਲਬ ਰਿਹਾ, ਤੇ ਉਸੇ ਤਕਲੀਫ ਦੇ ਵਿੱਚੋਂ ਮੈਂ ਫੇਸਬੁੱਕ ਤੇ ਲਾਈਵ ਵੀ ਹੋਇਆ, ਕੁਝ ਦੋਸਤਾਂ ਨੂੰ ਕਿਹਾ ਵੀ ਕਿ ਯਾਰ ਇਹਦੇ ਬਾਰੇ ਬੋਲਣਾ ਚਾਹੀਦਾ, ਕਿ ਆਖਰ ਅਸੀਂ ਇੰਨੇ ਸਾਲਾਂ ਦਾ, ਆਪਾਂ ਕਿੰਨੇ 100 ਸਾਲ ਤੋਂ ਉੱਪਰ ਸਾਡਾ ਪੰਜਾਬੀ ਰੰਗਮੰਚ ਹੋ ਗਿਆ, ਕਿ ਸਾਡੀ ਇੰਨੀ ਵੀ ਹਲੇ ਸਮਾਜ ਦੇ ਵਿੱਚ ਕੋਈ ਰਿਸਪੈਕਟੇਬਿਲਿਟੀ ਨਹੀਂ ਬਣੀ ਕਿ ਅਸੀਂ ਰਾਤ ਨੂੰ ਵਿਚਰ ਸਕੀਏ, ਸਾਡੇ ਰੰਗਕਰਮੀ ਰਾਤ ਨੂੰ ਕਿਤੇ ਤੁਰ ਸਕਣ, ਕੋਈ ਗੱਲ ਕਰ ਸਕਣ। ਫਿਰ ਵੀ ਸਾਨੂੰ ਸਵਾਲ ਕੀਤਾ ਜਾਏਗਾ ਕਿ ਰਾਤ ਨੂੰ 10:30 ਵਜੇ ਤੁਸੀਂ ਸੜਕ ਤੇ ਕਿਉਂ ਤੁਰ ਰਹੇ ਹੋ। ਪਹਿਲੇ ਤਾਂ ਇਹ ਤਕਲੀਫ ਵਾਲੀ ਗੱਲ ਹੈ। ਤੇ ਜਿਹੜੇ ਇਹ ਸਾਰੀਆਂ ਗੱਲਾਂ ਤੁਸੀਂ ਕਿਉਂਕਿ ਕਰ ਚੁੱਕੇ ਹੋਗੇ, ਜਿਹੜੇ ਹੱਲ ਹੈ, ਹੱਲ ਦੇ ਵਿੱਚੋਂ ਇੱਕ ਹੱਲ ਨੂੰ ਤਾਂ ਮੈਂ ਥੋੜਾ ਜਿਹਾ ਹੋਰ ਸਟ੍ਰੈਸ ਕਰਨਾ ਚਾਹਨਾ ਕਿ ਜਿਵੇਂ ਕੇਵਲ ਧਾਲੀਵਾਲ ਇਸ ਗੱਲਬਾਤ ਵਿੱਚ ਸ਼ਾਮਲ ਨੇ, ਪੰਜਾਬ ਸੰਗੀਤ ਨਾਟਕ ਅਕੈਡਮੀ ਦੇ ਪ੍ਰਧਾਨ ਨੇ, ਮੈਂ ਖੁਦ ਵੀ ਉਸ ਅਕੈਡਮੀ ਦੇ ਵਿੱਚ ਹੈਗਾ। ਮੈਨੂੰ ਲੱਗਦਾ ਇੱਕ ਤਾਂ ਸਾਨੂੰ ਇਹ ਵੀ ਕੰਮ ਕਰਨਾ ਚਾਹੀਦਾ ਪੰਜਾਬ ਸੰਗੀਤ ਨਾਟਕ ਅਕੈਡਮੀ ਵੱਲੋਂ, ਕਿਉਂਕਿ ਉਹ ਇੱਕ ਸਰਕਾਰੀ ਬੋਡੀ ਹੈ, ਹਾਲਾਂਕਿ ਭਾਵੇਂ ਅਰਧ ਸਰਕਾਰੀ ਬੋਡੀ ਹੈ। ਉਹਦੇ ਵੱਲੋਂ ਆਪਾਂ ਇੱਕ ਕੰਮ ਕਰ ਸਕਦੇ ਹਾਂ ਕਿ ਪੰਜਾਬ ਦੇ ਜਿੰਨੇ ਵੀ ਥੀਏਟਰ ਬੋਡੀਜ਼ ਨੇ, ਉਹਨਾਂ ਨਾਲ ਜਿੰਨੇ ਵੀ ਜੁੜੇ ਹੋਏ ਆਰਟਿਸਟ ਨੇ, ਆਪਾਂ ਸਾਰਿਆਂ ਨੂੰ ਇੱਕ ਆਈ ਕਾਰਡ ਇਸ਼ੂ ਕਰੀਏ, ਜਿਹੜਾ ਕਿ ਪੰਜਾਬ ਸੰਗੀਤ ਨਾਟਕ ਅਕੈਡਮੀ ਵੱਲੋਂ ਹੋਵੇ, ਜਿਹਦੇ ਤੇ ਪ੍ਰੈਜ਼ੀਡੈਂਟ ਦੇ ਜਾਂ ਹੋਰ ਸਾਈਨ ਹੋਏ ਹੋਣ, ਤੇ ਉਹ ਕਾਫੀ ਅਥਾਰਟੀ ਵਾਲੀ ਗੱਲ ਹੋਏਗੀ। ਕੇਂਦਰੀ ਪੰਜਾਬੀ ਰੰਗਮੰਚ ਸਭਾ ਵਰਗੀ ਸੰਸਥਾ ਤਾਂ ਅਗਰ ਬਣੇ, ਉਹ ਤਾਂ ਬਣੇ, ਉਹ ਤਾਂ ਇੱਕ ਅਲੱਗ ਗੱਲ ਹੋ ਗਈ, ਲੇਕਿਨ ਇੱਕ ਅਰਧ ਸਰਕਾਰੀ ਬੋਡੀ ਦੀ ਜਦੋਂ ਇੱਕ ਆਇਡੈਂਟੀਟੀ ਕਾਰਡ ਤੁਹਾਡੀ ਜੇਬ ਦੇ ਵਿੱਚ ਹੋਏਗਾ, ਸੋ ਦੈਟ ਮੀਨ ਸਮਥਿੰਗ। ਉਹ ਇੱਕ ਮੇਰਾ ਖਿਆਲ ਹੈ ਆਪਾਂ ਨੂੰ ਇਹ ਕੰਮ ਕਰ ਲੈਣਾ ਚਾਹੀਦਾ। ਇੱਕ ਤਾਂ ਇਹ ਗੱਲ ਹੋ ਗਈ, ਇਹ ਤਾਂ ਗੱਲਾਂ ਹੋ ਜਾਣਗੀਆਂ। ਆਈ ਕਾਰਡ ਸਾਡੀਆਂ ਜੇਬਾਂ 'ਚ ਹੁੰਦੇ ਨੇ, ਉਹਨਾਂ ਸਟੂਡੈਂਟਸ ਦੇ ਕੋਲ ਵੀ ਆਈ ਕਾਰਡ ਹੋਣਗੇ ਕਿ ਅਸੀਂ ਇੰਡੀਅਨ ਥੀਏਟਰ ਦੇ ਵਿੱਚ MA ਕਰ ਰਹੇ ਹਾਂ, ਜਾਂ ਇੱਕ ਸਟੂਡੈਂਟ ਦੇ ਜੇਬ ਦੇ ਵਿੱਚ ਇਹ ਵੀ ਹੋਏਗਾ ਕਿ ਮੈਂ ਬਰਜਿੰਦਰਾ ਕਾਲਜ ਫਰੀਦਕੋਟ ਤੋਂ ਮੈਂ ਮਾਸਟਰਸ ਕਰ ਚੁੱਕਾ ਹੋਇਆ, ਜਿਹੜਾ ਤੀਸਰਾ ਜਿਹੜਾ ਲੜਕਾ ਸੀਗਾ। ਇਹ ਗੱਲਾਂ ਇੰਨੀਆਂ ਇੰਪੋਰਟੈਂਟ ਨਹੀਂ ਹੈ। ਇੰਪੋਰਟੈਂਟ ਇਜ਼ ਦਿਸ ਕਿ ਅਸੀਂ ਥੀਏਟਰ ਵਾਲੇ ਕੀ ਆਪਣੇ ਆਪ ਨੂੰ ਅਸਰਟ ਕਰ ਪਾਏ ਕਿ ਨਹੀਂ ਕਰ ਪਾਏ। ਮੈਨੂੰ ਲੱਗਦਾ ਕਿ ਵੇਲਾ ਆ ਗਿਆ ਅਸੀਂ ਆਪਣੇ ਆਪ ਨੂੰ ਅਸਰਟ ਕਰੀਏ ਕਿ ਅਸੀਂ ਕੌਣ ਹਾਂ, ਸਾਡੀ ਆਇਡੈਂਟੀਟੀ ਕੀ ਹੈ, ਅਸੀਂ ਦੱਸਣ ਦੀ ਕੋਸ਼ਿਸ਼ ਕਰੀਏ। ਮੇਰੀ ਗੱਲ ਸ਼ਾਇਦ ਕੁਥਾਵੇਂ ਲੱਗੇ ਥੋੜੀ ਜੀ, ਜਦੋਂ 9/11 ਹੋਇਆ, ਜਦੋਂ ਅਮਰੀਕਾ ਦੇ ਵਿੱਚ ਅਟੈਕ ਹੋਇਆ ਟਾਵਰਸ ਦੇ ਉੱਤੇ, ਤੇ ਉਹਦੀ ਜਿਹੜੀ ਜ਼ਿੰਮੇਵਾਰੀ ਲਈ ਗਈ ਸੀ, ਉਹ ਮੁਸਲਿਮ ਜਿਹੜੀਆਂ ਸੀਗੀਆਂ ਸੰਸਥਾਵਾਂ ਉਹਨਾਂ ਨੇ ਲਈ ਸੀ, ਪਰ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਸਿੱਖ ਸੀ ਉਹ ਇਸ ਕਰਕੇ ਹੀ ਮਾਰੇ ਗਏ ਕਿ ਉਹਨਾਂ ਦਾ ਆਇਡੈਂਟੀਟੀ ਜਿਹੜੀ ਕਲੀਅਰ ਨਹੀਂ ਸੀ ਕਰ ਸਕੇ ਅੱਜ ਤੱਕ ਵੀ, ਜਿਹੜੀਆਂ ਸਿੱਖ ਕਲਰਜੀਜ਼ ਨੇ। ਇਹ ਗੱਲ ਸ਼ਾਇਦ ਕਿਥਾਵੇਂ ਲੱਗੇ ਕਿਤੇ, ਪਰ ਜਦੋਂ ਤੱਕ ਤੁਸੀਂ ਆਪਣੀ ਆਇਡੈਂਟੀਟੀ ਨੂੰ ਅਸਰਟ ਨਹੀਂ ਕਰ ਪਾਉਂਦੇ, ਮੈਨੂੰ ਵੀ ਲੱਗਦਾ ਕਿ ਸਾਨੂੰ ਕਿਤੇ ਆਇਡੈਂਟੀਟੀ ਨੂੰ ਅਸਰਟ ਕਰਨਾ ਚਾਹੀਦਾ ਕਿ ਅਸੀਂ ਕੌਣ ਹਾਂ, ਅਸੀਂ ਸਮਾਜ ਵਿੱਚ ਕੀ ਕਰ ਰਹੇ ਹਾਂ, ਅਸੀਂ ਕਿਉਂ ਵਿਚਰ ਰਹੇ ਹਾਂ, ਅਸੀਂ ਥੀਏਟਰ ਕਿਉਂ ਕਰ ਰਹੇ ਹਾਂ। ਸਾਨੂੰ ਪਤਾ, ਅਸੀਂ ਥੀਏਟਰ ਵਾਲਿਆਂ ਨੂੰ ਇੱਕ ਦੂਜੇ ਨੂੰ ਸਾਰਿਆਂ ਨੂੰ ਪਤਾ ਹੀ ਥੀਏਟਰ ਕਿਉਂ ਕਰ ਰਹੇ ਹਾਂ। ਜਿਹੜੀਆਂ ਲੈਫਟ ਫੋਰਸਿਸ ਨੇ ਸਾਡੇ ਨਾਲ ਖੜੀਆਂ, ਪ੍ਰੋਗਰੈਸਿਵ ਸੰਸਥਾਵਾਂ ਖੜੀਆਂ, ਭਾਵੇਂ ਉਹ ਲੈਫਟ ਨਾ ਵੀ ਹੋਣ, ਉਹਨਾਂ ਨੂੰ ਪਤਾ
ਲੇਕਿਨ ਜਿਹੜੀ ਇੱਕ ਜਨਰਲ ਪਬਲਿਕ ਹੈ, ਉਸ ਪਬਲਿਕ ਦੇ ਵਿੱਚ ਜਿਹੜੇ ਹੋਰ ਵਰਗ ਨੇ, ਜਿਹੜਾ ਪ੍ਰਸ਼ਾਸਨ ਹੈ, ਜਿਹੜਾ ਪੁਲਿਸ ਹੈ, ਜਿਹੜੀ ਪੋਲਿਟਿਕਸ ਹੈ, ਜਿਹੜੀ ਮੁੱਖ ਧਾਰਾ ਦੀ ਪੋਲਿਟਿਕਸ ਹੈ, ਉਹ ਸਾਨੂੰ ਸਾਡੀ ਆਇਡੈਂਟੀਟੀ ਨੂੰ ਕਿੰਨਾ ਕੁ ਅੰਡਰਸਟੈਂਡ ਕਰਦੇ ਆ। ਹਾਲੇ ਵੀ ਕੋਈ ਟੁੱਟਿਆ ਜਿਹਾ ਢੇਲੇ ਦਾ ਮੰਤਰੀ ਇਹ ਕਹਿ ਦਿੰਦਾ ਕਿ ਅੱਛਾ ਇਹ ਕਲਾਕਾਰ ਆਏ, ਇਹਨਾਂ ਨੂੰ ਸਾਈਡ ਤੇ ਬਿਠਾ ਲਓ, ਪਹਿਲਾਂ ਆਪਾਂ ਆਪਣਾ ਗੱਲ ਮੁਕਾ ਲਈਏ, ਫਿਰ ਇਹਨਾਂ ਦੀ ਗੱਲ ਕਰਦੀ ਆ। ਕੋਈ ਢੇਲੇ ਦਾ ਪੁਲਿਸ ਵਾਲਾ ਸਾਨੂੰ ਕਿਤੇ ਸੜਕ ਦੇ ਉੱਤੇ ਰੋਕ ਲੈਂਦਾ, ਕੋਈ ਪ੍ਰਸ਼ਾਸਕ IAS ਆਫੀਸਰ ਜਦੋਂ ਅਸੀਂ ਉਹਨੂੰ ਕੋਈ ਮੈਮੋਰੰਡਮ ਦੇਣ ਜਾਂਦੇ ਆ, ਉਹ ਘੰਟਾ ਡੇਢ ਘੰਟੇ ਤੁਹਾਨੂੰ ਵੇਟ ਕਰਾ ਲੈਂਦਾ। ਉਹਦੇ ਚ ਭਾਵੇਂ ਜਿੰਨੇ ਮਰਜ਼ੀ ਵੱਡੇ ਰੰਗਕਰਮੀ ਬੈਠੇ ਹੋਣ, ਵੱਡੇ ਨਾਟਕਕਾਰ ਹੋਣ, ਇਹੋ ਜਿਹੀਆਂ ਐਗਜ਼ਾਮਪਲਸ ਅਸੀਂ ਦੇਖਦੇ ਰਹੇ ਹਾਂ। ਅਸੀਂ ਇੱਕ ਵਾਰੀ ਮੈਮੋਰੰਡਮ ਲੈ ਕੇ ਗਏ ਪੰਜਾਬ ਸਰਕਾਰ ਦੇ ਕੋਲ, ਅੱਜ ਤੋਂ 15 ਸਾਲ ਪਹਿਲਾਂ ਕੇਂਦਰੀ ਪੰਜਾਬੀ ਰੰਗਮੰਚ ਸਭਾ ਵੱਲੋਂ, ਉਹਨਾਂ ਨੂੰ ਇਹ ਕਹਿਣ ਕਿ ਸਾਡੀਆਂ ਆਹ ਡਿਮਾਂਡਸ ਨੇ। ਉਹ ਮੰਤਰੀ ਉਹਨੇ ਇੰਨੀ ਵੀ ਜ਼ਹਿਮਤ ਨਹੀਂ ਉਠਾਈ ਵੀ ਕੋਈ ਕਲਾਕਾਰ ਮੇਰੇ ਕੋਲ ਆਏ ਨੇ, ਮੈਂ ਉੱਠ ਕੇ ਇਹਨਾਂ ਨਾਲ ਠੀਕ ਢੰਗ ਨਾਲ ਗੱਲ ਹੀ ਕਰ ਲਾਂ। ਉਹਨੇ ਬੈੱਡ ਤੇ ਅੱਧੇ ਲੇਟਿਆਂ ਹੀ ਸਾਡੇ ਨਾਲ 2 ਮਿੰਟ ਗੱਲ ਕੀਤੀ, ਬਾਅਦ ਚ ਕਹਿੰਦਾ ਤੁਸੀਂ ਦੇ ਜਾਓ, ਏਦਾਂ ਕਰ ਲਓ। ਸੋ ਸਾਨੂੰ ਇਸ ਚੀਜ਼ ਨੂੰ, ਸਾਨੂੰ ਆਪਣੀ ਆਇਡੈਂਟੀਟੀ ਨੂੰ ਕਿਤੇ ਨਾ ਕਿਤੇ ਅਸਰਟ ਕਰਨਾ ਪਏਗਾ ਕਿ ਅਸੀਂ ਆਹ ਹੈਗੇ ਹਾਂ, ਅਸੀਂ ਸਮਾਜ 'ਚ ਆਹ ਕਰਦੇ ਹਾਂ। ਕਿਉਂਕਿ ਜਿਹੜੀ ਗੱਲ ਵਿੱਕੀ ਕਰ ਰਿਹਾ, ਉਹ ਗੱਲ ਬਹੁਤ ਇੰਪੋਰਟੈਂਟ ਹੈ ਕਿ ਸਾਡੀ ਲੜਾਈ ਕਿੱਥੇ ਹੈ। ਅਸੀਂ ਥੀਏਟਰ ਇਸ ਲਈ ਕਰ ਰਹੇ ਹਾਂ ਕਿ ਜੋ ਵਾਪਰ ਰਿਹਾ, ਜੋ ਹੋ ਰਿਹਾ, ਸਾਨੂੰ ਮਨਜ਼ੂਰ ਨਹੀਂ ਹੈ। ਜਿਸ ਸਿਸਟਮ 'ਚ ਅਸੀਂ ਜੀ ਰਹੇ ਹਾਂ ਉਹ ਸਾਨੂੰ ਮਨਜ਼ੂਰ ਨਹੀਂ ਹੈ। ਜਿਹੜੀ ਪੋਲਿਟਿਕਸ ਹੋ ਰਹੀ ਹੈ ਉਹ ਸਾਨੂੰ ਮਨਜ਼ੂਰ ਨਹੀਂ ਹੈ। ਜੇ ਧਾਰਮਿਕ ਸੰਪਰਦਾਇਆਂ ਦੇ ਵਿੱਚ ਕਿਤੇ ਕਰਪਸ਼ਨ ਹੋ ਰਹੀ ਹੈ, ਕਿਤੇ ਦਫੈਲੀਆਂ ਫੈਲ ਰਹੀਆਂ, ਗਲਤ ਹੋ ਰਿਹਾ, ਉਹ ਸਾਨੂੰ ਮਨਜ਼ੂਰ ਨਹੀਂ ਹੈ। ਜੇ ਵਿਦਿਅਕ ਸਿਸਟਮ ਖਰਾਬ ਹੋ ਰਿਹਾ, ਉਹ ਸਾਨੂੰ ਮਨਜ਼ੂਰ ਨਹੀਂ ਹੈ। ਜੇ ਕਿਤੇ ਸਮਾਜ ਦੇ ਵਿੱਚ ਔਰਤ ਨਾਲ ਵਿਤਕਰਾ ਰਿਹਾ, ਉਹ ਸਾਨੂੰ ਮਨਜ਼ੂਰ ਨਹੀਂ ਹੈ। ਸੋ ਅਸੀਂ ਡਾਈਸੈਂਟ ਜ਼ਾਹਰ ਕਰਨ ਵਾਲੇ ਲੋਕ ਹੈ, ਲੇਕਿਨ ਡਾਈਸੈਂਟ ਜ਼ਾਹਰ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਬਾਗੀਆਂ ਦੀ ਲਿਸਟ ਵਿੱਚ ਰੱਖ ਕੇ ਸਾਡੇ ਨਾਲ ਹਮੇਸ਼ਾ ਜ਼ਿਆਦਤੀਆਂ ਹੁੰਦੀਆਂ ਰਹਿਣ। ਅਸੀਂ ਸਿਵਲਾਈਜ਼ਡ ਲੋਕ ਹਾਂ, ਡਿਸਿਪਲਿਨਡ ਤਰੀਕੇ ਨਾਲ ਗੱਲ ਕਰਦੇ ਹਾਂ, ਡਿਸਿਪਲਿਨਡ ਤਰੀਕੇ ਨਾਲ ਸਟੇਜਾਂ ਉੱਤੇ ਚੜ੍ਹਦੇ ਹਾਂ, ਡਿਸਿਪਲਿਨਡ ਤਰੀਕੇ ਨਾਲ ਟਰੈਵਲ ਕਰਦੇ ਹਾਂ, ਡਿਸਿਪਲਿਨਡ ਤਰੀਕੇ ਨਾਲ ਆਪਣੀ ਗੱਲ ਕਹਿੰਦੇ ਹਾਂ। ਸਾਡੇ ਵਿੱਚ ਰਾਈਟਰਸ ਨੇ, ਵੱਡੇ ਰਾਈਟਰਸ ਨੇ, ਟੈਕਨੀਸ਼ੀਅਨਸ ਨੇ, ਡਾਇਰੈਕਟਰ ਨੇ। ਮੈਨੂੰ ਲੱਗਦਾ ਕਿ ਸਾਨੂੰ ਪੂਰੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਇਹ ਗੱਲ ਲੈ ਕੇ ਜਾਣੀ ਚਾਹੀਦੀ ਹੈ। ਜਨਰਲ ਸਮਾਜ ਦੇ ਵਿੱਚ ਸੈਮੀਨਾਰਸ ਹੋਣੇ ਚਾਹੀਦੇ ਵੱਡੇ। ਉਹ ਸੈਮੀਨਾਰਸ ਦੇ ਵਿੱਚ ਥੀਏਟਰ ਵਾਲੇ ਨਹੀਂ ਹੋਣੇ ਚਾਹੀਦੇ। ਉਹ ਸੈਮੀਨਾਰ ਦੇ ਵਿੱਚ ਸਮਾਜ ਦੇ ਜਿਹੜੇ ਬਾਕੀ ਵਰਗ ਨੇ ਉਹਨਾਂ ਹੋਣੇ ਚਾਹੀਦੇ ਆ। ਉਹਨਾਂ ਨਾਲ ਅਸੀਂ ਡਿਸਕਸ ਕਰੀਏ, ਉਹਨਾਂ ਨੂੰ ਪੁੱਛੀਏ ਕਿ ਤੁਸੀਂ ਸਾਡੇ ਬਾਰੇ ਕੀ ਜਾਣਦੇ ਹੋ, ਤੁਸੀਂ ਕੀ ਸਮਝਦੇ ਹੋ ਸਾਨੂੰ, ਅਸੀਂ ਕੌਣ ਹੈ, ਅਸੀਂ ਕਿਉਂ ਨਾਟਕ ਲਿਖਦੇ ਫਿਰਦੇ ਹਾਂ। ਕੋਈ ਬੰਦਾ ਕਿਉਂ ਨਾਟਕ ਲਿਖ ਰਿਹਾ ਹੈ, ਕੋਈ ਦਮਨ ਸਾਹਿਬ ਨੇ ਉਹ ਕਿਉਂ ਨਾਟਕ ਲਿਖੀ ਜਾਂਦੇ ਨੇ, ਕੀ ਬਿਮਾਰੀ ਹੈ ਉਹਨਾਂ ਨੂੰ, ਕੀ ਬਿਮਾਰੀ ਲੱਗੀ ਹੋਈ ਉਹਨਾਂ ਨੂੰ, ਕੀ ਪ੍ਰੋਬਲਮ ਹੈ, ਕੀ ਕਹਿਣਾ ਕੀ ਚਾਹੁੰਦੇ ਨੇ, ਕੀ ਬਦਲਾਅ ਕਰਨਾ ਚਾਹੁੰਦੇ, ਕੀ ਸਮਾਜ ਨੂੰ ਅਸੀਂ ਕੁਝ ਨਹੀਂ ਦੇ ਰਹੇ। ਜੇ ਪੰਜਾਬ ਦੇ ਵਿੱਚ ਜਦੋਂ ਅੱਤਵਾਦ ਹੁੰਦਾ ਹੈ, ਜਦੋਂ ਸਾਰੇ ਜਿਹੜੇ ਕਲਾਕਾਰ ਨੇ, ਚਾਹੇ ਉਹ ਗਾਇਕ ਨੇ, ਗੀਤਕਾਰ ਨੇ, ਅਗਰ ਉਹ ਚੁੱਪ ਕਰਕੇ ਡਰ ਕੇ ਅੰਦਰ ਬੈਠ ਗਏ, ਤੇ ਥੀਏਟਰ ਵਾਲਿਆਂ ਦੇ ਵਿੱਚ ਐਡੀ ਕੀ ਪ੍ਰੋਬਲਮ ਸੀ, ਐਡੀ ਕਿਹੜੀ ਅਸੀਂ ਵੱਖਰੀ ਪੰਜੀਰੀ ਖਾਧੀ ਹੋਈ ਸੀ ਕਿ ਅਸੀਂ ਫਿਰ ਵੀ ਸਟੇਜਾਂ ਉੱਤੇ ਚੜ੍ਹਦੇ ਰਹੇ। ਅਸੀਂ ਫਿਰ ਵੀ ਲੋਕਾਂ ਨੂੰ ਮੈਸੇਜ ਦਿੰਦੇ ਰਹੇ ਕਿ ਨਹੀਂ, ਇਹ ਬੁਰਾ ਵਕਤ ਆਇਆ, ਲੇਕਿਨ ਬੁਰਾ ਵਕਤ ਚੱਲ ਜਾਏਗਾ, ਤੁਸੀਂ ਜਾਗਦੇ ਰਹੋ। ਇਹਦਾ ਮਤਲਬ ਅਸੀਂ ਉਸ ਵੇਲੇ ਵੀ ਜਿਹੜਾ ਭਾਈਚਾਰਾ ਆ ਉਹਨੂੰ ਕਾਇਮ ਰੱਖਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ। ਅਸੀਂ ਜਿਹੜੀ ਫਿਰਕੂ ਜਿਹੜੀ ਇੱਕ ਸਦਭਾਵਨਾ ਹੈ ਉਹਨੂੰ ਬਣਾਈ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ। ਬੰਦੇ ਮਰੇ ਵੀ, ਕਲਾਕਾਰ ਵੀ ਮਰੇ, ਲੈਫਟ ਦੇ ਆਗੂ ਵੀ ਮਰੇ, ਸ਼ਹੀਦ ਹੋਏ, ਲੇਕਿਨ ਅਸੀਂ ਫਿਰ ਵੀ ਨਹੀਂ ਹਟੇ। ਸਾਡੇ ਕਲਾਕਾਰ ਵੀ ਮਰੇ ਨਾ, ਉਹਦੇ ਵਿੱਚ ਸੁਖਦੇਵ ਪ੍ਰੀਤ ਵਰਗਿਆਂ ਦੀ, ਉਹਦੀ ਜੀਵਨ ਸਾਥਣ ਦੀ ਡੈਥ ਹੋਈ, ਪਰ ਅਸੀਂ ਫਿਰ ਵੀ ਅਸੀਂ ਫਰਜ਼ ਸਮਝਦੇ ਰਹੇ। ਇਹ ਚੀਜ਼ਾਂ ਸਾਨੂੰ ਸਮਾਜ ਨੂੰ ਸਮਝਾਉਣੀਆਂ ਪੈਣਗੀਆਂ। ਜਨਰਲ ਜਿਹੜੇ ਲੋਕੀ, ਕਿਸਾਨ ਨੇ, ਮਜ਼ਦੂਰ ਨੇ, ਮੁਲਾਜ਼ਮ ਨੇ, ਵਿਦਿਆਰਥੀ ਨੇ, ਉਹਨਾਂ ਵਿੱਚ ਜਾ ਕੇ ਗੱਲਾਂ ਕਰਨੀਆਂ ਪੈਣਗੀਆਂ। ਟੀਚਰਸ ਦੇ ਵਿੱਚ ਗੱਲਾਂ ਕਰਨੀਆਂ ਪੈਣਗੀਆਂ। ਈਵਨ ਰਾਈਟਰਸ ਜਿਹੜੇ ਨੇ, ਸੌਰੀ ਟੂ ਸੇ, ਜਿਹੜਾ ਰਾਈਟਰ ਤਬਕਾ ਵੀ ਹੈਗਾ, ਜਿਹੜਾ ਰਾਈਟਰ ਤਬਕਾ ਨਾਟਕ ਨਾਲ ਨਹੀਂ ਜੁੜਿਆ ਹੋਇਆ, ਉਹ ਵੀ ਸਾਡੀ ਪਹਿਚਾਣ ਨੂੰ ਲੈ ਕੇ ਹਲੇ 100% ਕਲੀਅਰ ਨਹੀਂ ਹੈ। ਜਦੋਂ ਵੱਡੇ ਸੈਮੀਨਾਰਸ ਹੁੰਦੇ, ਵੱਡੇ ਡਿਸਕਸ਼ਨਸ ਹੁੰਦੀਆਂ, ਕਾਨਫਰੰਸਿਸ ਹੁੰਦੀਆਂ, ਉੱਥੇ ਕਵਿਤਾ ਵਾਲਾ, ਕਹਾਣੀ ਵਾਲਾ, ਫਲਾਣੇ ਵਾਲਾ, ਆਲੋਚਨਾ ਵਾਲਾ ਸਭ ਹੁੰਦੇ ਆ। ਨਾਟਕ ਵਾਲੇ ਨੂੰ ਕਈ ਵਾਰੀ ਬਹੁਤ ਪਿੱਛੇ ਰੱਖਿਆ ਜਾਂਦਾ, ਨਹੀਂ ਰੱਖਿਆ ਜਾਂਦਾ। ਇਹ ਸਾਰੀ ਚੀਜ਼ਾਂ ਸਾਨੂੰ ਆਪਣੇ ਆਪ ਨੂੰ ਅਸਰਟ ਕਰਨਾ ਪਏਗਾ ਕਿ ਅਸੀਂ ਕੌਣ ਆ, ਸਾਡੀ ਭੂਮਿਕਾ ਕਿਸੇ ਤੋਂ ਵੀ ਛੋਟੀ ਨਹੀਂ ਹੈ। ਇਹ ਗੱਲਾਂ ਮੈਂ ਕੋਈ ਪ੍ਰਾਊਡਲੀ ਨਹੀਂ ਕਹਿ ਰਿਹਾ, ਇਸ ਕਰਕੇ ਕਹਿ ਰਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਅਸੀਂ ਕਿੱਥੇ ਜਾ ਕੇ ਕੀ ਨਹੀਂ ਕਰ ਰਹੇ। ਅੱਜ ਕਿਸਾਨ ਜਥੇਬੰਦੀਆਂ ਇੱਕ ਹੋਂਦ ਦੀ, ਪੰਜਾਬੀਆਂ ਦੀ ਹੋਂਦ ਦੀ ਲੜਾਈ ਲੜ ਰਹੀਆਂ ਕਿ ਅਸੀਂ ਐਗਜ਼ਿਸਟ ਕਰਦੇ ਹਾਂ ਕਿ ਨਹੀਂ ਕਰਦੇ। ਇਸੇ ਤਰ੍ਹਾਂ ਸਾਨੂੰ ਵੀ ਇਹ ਸੋਚਣਾ ਪਏਗਾ ਕਿ ਅਸੀਂ ਸਮਾਜ ਵਿੱਚ ਐਗਜ਼ਿਸਟ ਕਰਦੇ ਹਾਂ ਕਿ ਨਹੀਂ ਕਰਦੇ। ਜੇ ਸਾਡੀ ਐਗਜ਼ਿਸਟ ਕਰਦੇ ਹਾਂ ਤੇ ਸਾਡੀ ਐਗਜ਼ਿਸਟੈਂਸ ਜਿਹੜੀ ਹੈ ਉਹ ਰਜਿਸਟਰ ਹੋ ਰਹੀ ਹੈ ਕਿ ਨਹੀਂ ਹੋ ਰਹੀ। ਸਾਨੂੰ ਐਗਜ਼ਿਸਟੈਂਸ ਐਂਡ ਰੈਜ਼ਿਸਟੈਂਸ, ਇਹ ਲੜਾਈ ਮਿਲਾ ਕੇ ਲੜਨੀ ਪਏਗੀ, ਇਹਨਾਂ ਦਾ ਮਿਕਸਚਰ ਕਰਨਾ ਪਏਗਾ। ਰਜਿਸਟੈਂਸ ਸਾਡੇ ਕੋਲ ਹੈਗੀ ਹੈ, ਅਸੀਂ ਰਜਿਸਟ ਕਰਦੇ ਹਾਂ, ਪਰ ਜੇ ਐਗਜ਼ਿਸਟ ਵੀ ਕਰਦੇ ਹਾਂ, ਸਾਨੂੰ ਐਗਜ਼ਿਸਟੈਂਸ ਆਪਣੀ ਦਿਖਾਣੀ ਪਏਗੀ। ਬਾਕੀ ਸਾਰੀਆਂ ਫਾਰਮੈਲਿਟੀਜ਼ ਨੇ ਉਹ ਵੀ ਕਰਦੀ ਰਹੀਏ, ਆਇਡੈਂਟੀ ਕਾਰਡ ਬਣ, ਸਾਡੀਆਂ ਸੰਸਥਾਵਾਂ ਬਣ, ਸਭ ਕੁਝ ਹੋਵੇ, ਲੇਕਿਨ ਸਾਨੂੰ ਅਸਰਟ ਕਰਨਾ ਪਏਗਾ ਆਪਣੇ ਆਪ ਨੂੰ ਸਮਾਜ ਦੇ ਵਿੱਚ, ਤਾਂ ਕਿ ਹਰ ਵਰਗ ਨੂੰ ਪਤਾ ਹੋਵੇ ਕਿ ਇਹ ਰੰਗਕਰਮੀ ਨੇ, ਇਹ ਨਾਟਕਕਾਰ ਨੇ, ਨਿਰਦੇਸ਼ਕ ਨੇ, ਇਹ ਅਦਾਕਾਰ ਨੇ, ਇਹਨਾਂ ਦੀ ਸਮਝ ਕੀ ਹੈ। ਐਵੇਂ ਕੋਈ ਰਾਤ ਨੂੰ ਤਾਂ ਕਿ 10:30 ਵਜੇ ਕੋਈ ਵੀਰਪਾਲ ਵਰਗੀ ਕੁੜੀ ਨੂੰ, ਜਿਹੜੀ ਦੇਖਣ ਨੂੰ ਸਧਾਰਨ ਲੱਗਦੀ ਹੈ, ਦੇਖਣ ਨੂੰ ਬਹੁਤ ਸਾਦਗੀ ਵਾਲੀ ਕੁੜੀ ਹੈ, ਲੇਕਿਨ ਜਦ ਤੁਸੀਂ ਉਹਦੇ ਨਾਲ ਗੱਲਾਂ ਕਰੋ,
ਉਹਦੇ ਤੋਂ ਜ਼ਿੰਦਗੀ ਦੇ ਵਿਚਾਰ ਸੁਣੋ ਤੁਸੀਂ ਉਹਦੇ, ਕਿ ਜ਼ਿੰਦਗੀ ਬਾਰੇ ਉਹ ਸਮਝਦੀ ਕੀ ਹੈ, ਉਹ ਕਲਾ ਬਾਰੇ ਕੀ ਸਮਝਦੀ ਹੈ। ਉਹ ਇੱਕ ਪਿੰਡ ਤੋਂ ਉੱਠ ਕੇ ਮੋਗੇ ਆ ਕੇ ਥੀਏਟਰ ਕਿਉਂ ਕਰ ਰਹੀ ਹੈ, ਫਿਰ ਉਹ ਮੋਗੇ ਤੋਂ ਉੱਠ ਕੇ ਪੰਜਾਬ ਯੂਨੀਵਰਸਿਟੀ ਵਿੱਚ MA ਕਿਉਂ ਕਰਨ ਚਲੇਗੀ, ਉਹਨੇ ਥੀਏਟਰ ਦੀ ਮਾਸਟਰਸ ਕਰਕੇ ਕੀ ਸੁਪਨੇ ਨੇ ਉਹਦੇ, ਉਹ ਕੀ ਚਾਹੁੰਦੀ ਹੈ, ਉਹ ਕਰਨਾ ਕੀ ਚਾਹੁੰਦੀ ਹੈ। ਇਸੇ ਤਰ੍ਹਾਂ ਅਵਤਾਰ ਵਰਗੇ ਲੜਕੇ, ਜਿਹੜਾ ਦੂਸਰਾ ਲੜਕਾ ਸੀ ਤੇ ਤੀਸਰਾ ਲੜਕਾ, ਇਹ ਕੀ ਨੇ, ਕਿਸ ਤਰ੍ਹਾਂ ਦੀ ਮਸ਼ਾਲ ਲਈ ਫਿਰਦੇ ਨੇ। ਇਹ ਗੱਲਾਂ ਸਾਨੂੰ ਪਤਾ, ਅਸੀਂ ਇੱਕ ਦੂਜੇ ਨੂੰ ਸਮਝਾ ਲੈਂਦੇ ਹਾਂ, ਸਮਝ ਵੀ ਲੈਂਦੇ ਹਾਂ, ਲੇਕਿਨ ਜਨਰਲ ਪਬਲਿਕ ਨੂੰ ਸਮਝਾਉਣੀਆਂ ਪਏਗੀਆਂ, ਈਵਨ ਉਹਨਾਂ ਨੂੰ ਵੀ ਸਮਝਾਉਣੀਆਂ ਪਏਗੀਆਂ ਜਿਨ੍ਹਾਂ ਵਿੱਚ ਅਸੀਂ ਵਿਚਰਦੇ ਹਾਂ। ਜਿਹੜੇ ਪ੍ਰੋਗਰੈਸਿਵ ਲੋਕ, ਜਿਹੜੇ ਸੰਘਰਸ਼ੀਲ ਲੋਕ ਨੇ, ਉਹਨਾਂ ਵਿੱਚ ਵਿਚਰਦੇ ਹਾਂ, ਮਾਫ ਕਰਨਾ, ਉਹਨਾਂ ਨੂੰ ਵੀ ਸਾਡੇ ਪ੍ਰਤੀ 100% ਕਲੈਰਿਟੀ ਨਹੀਂ ਹੈ। ਸਾਡੇ ਪ੍ਰਤੀ 100% ਕਲੈਰਿਟੀ ਉਹਨਾਂ ਨੂੰ ਵੀ ਚਾਹੀਦੀ ਹੈ। ਉਹਨਾਂ ਦੀ ਵੀ ਇਹ ਸਟੇਟਮੈਂਟ ਸਾਨੂੰ ਚੇਂਜ ਕਰਾਉਣੀ ਪਏਗੀ ਕਿ ਕਲਾਕਾਰ ਦੇ ਗੀਤ ਤੋਂ ਬਾਅਦ, ਕਲਾਕਾਰ ਦੇ ਨਾਟਕ ਤੋਂ ਬਾਅਦ ਜਿਹੜੀ ਇਹ ਸਟੇਟਮੈਂਟ ਸਟੇਜ ਤੋਂ ਦਿੱਤੀ ਜਾਂਦੀ ਹੈ ਕਿ ਹੁਣ ਅਸੀਂ ਵਿਧੀਵਤ ਢੰਗ ਨਾਲ ਆਪਣਾ ਪ੍ਰੋਗਰਾਮ ਸ਼ੁਰੂ ਕਰਾਂਗੇ। ਦਿਸ ਇਜ਼ ਅ ਡੈਰੋਗੇਟਰੀ ਸਟੇਟਮੈਂਟ ਕਿ ਨਾਟਕ ਹੋ ਗਿਆ, 3 ਜਣਿਆਂ ਨੇ ਗੀਤ ਗਾ ਦਿੱਤੇ, ਹੁਣ ਤੁਸੀਂ ਵਿਧੀਵਤ ਢੰਗ ਨਾਲ ਪ੍ਰੋਗਰਾਮ ਸ਼ੁਰੂ ਕਰਨ ਲੱਗੇ ਹੋ। ਇਹ ਸਟੇਟਮੈਂਟ ਸਾਨੂੰ ਰੱਦ ਕਰਵਾਉਣੀਆਂ ਪੈਣਗੀਆਂ, ਸਾਨੂੰ ਆਪਣੀ ਐਗਜ਼ਿਸਟੈਂਸ ਦਿਖਾਣੀ ਪਏਗੀ ਕਿ ਸਾਨੂੰ ਕਿਉਂਕਿ ਅਸੀਂ ਐਕਸੈਪਟ ਵੀ ਹੋਣਾ ਤੇ ਅਸੀਂ ਰਿਸਪੈਕਟ ਵੀ ਕਰਵਾਉਣੀ ਹੈ। ਜਦੋਂ ਅਸੀਂ ਆਪਣੀ ਰਿਸਪੈਕਟ ਆਪ ਕਰਾਂਗੇ, ਅਸੀਂ ਆਪਣੀ ਐਗਜ਼ਿਸਟੈਂਸ ਨੂੰ ਖੁਦ ਰਜਿਸਟਰ ਕਰਾਂਗੇ, ਫਿਰ ਸਾਡੀ ਐਗਜ਼ਿਸਟੈਂਸ ਦੂਜੇ ਪਾਸੇ ਵੀ ਰਜਿਸਟਰ ਹੋਏਗੀ। ਫਿਰ 10:30 ਵਜੇ ਰਾਤ ਨੂੰ ਕਿਸੇ ਪੁਲਿਸ ਵਾਲੇ ਨੂੰ ਸਾਨੂੰ ਕੁਝ ਗਲਤ ਕਹਿਣ ਵੇਲੇ 100 ਵਾਰੀ ਸੋਚਣਾ ਪਏਗਾ, ਜਿਵੇਂ ਹੁਣ ਸੋਚਣਾ ਪਏਗਾ। ਜਿਸ ਤਰ੍ਹਾਂ ਦਾ ਰਿਐਕਸ਼ਨ ਹੋਇਆ, ਬਹੁਤ ਸਟਰੋਂਗ ਰਿਐਕਸ਼ਨ ਹੋਇਆ। ਆਪਾਂ ਕਹਿੰਦੇ ਕਿ ਫੇਸਬੁੱਕ ਵਗੈਰਾ ਤੇ ਸੋਸ਼ਲ ਸਾਈਟਸ ਤੇ ਰਿਐਕਸ਼ਨ ਦੇ ਕੇ ਆਪਾਂ ਚੁੱਪ ਨਾ ਕਰ ਜਾਈਏ, ਪਰ ਸਵਾਮੀ ਉਹਨਾਂ ਰਿਐਕਸ਼ਨਸ ਦੀ ਵੀ ਬਹੁਤ ਵੈਲਿਊ ਹੈ। ਸੋਸ਼ਲ ਸਾਈਟਸ ਗੱਲ ਨੂੰ ਬਹੁਤ ਦੂਰ ਦੂਰ ਤੱਕ ਲੈ ਕੇ ਜਾਂਦੇ ਨੇ। ਪੂਰੇ ਵਰਲਡ ਲੈਵਲ ਤੇ ਗੱਲ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਜਿੱਥੇ ਆਪਣੇ ਦੋਸਤ ਬੈਠੇ ਨੇ, ਉਹਨਾਂ ਸਾਰਿਆਂ ਨੇ ਫੋਨ ਕਰਕੇ ਇਸ ਗੱਲ ਤੇ ਐਪਰੀਸ਼ੀਏਟ ਕੀਤਾ ਕਿ ਯੈਸ ਯਾਰ, ਤੁਸੀਂ ਆਵਾਜ਼ ਉਠਾਈ ਤਾਂ ਉਸ ਬੰਦੇ ਨੂੰ ਆ ਕੇ ਮਾਫੀ ਮੰਗਣੀ ਪਈ। ਫਿਰ ਵੀ 2 ਦਿਨ ਲੱਗੇ, ਫਿਰ ਵੀ ਮਾਫੀ ਇੱਕਦਮ ਨਹੀਂ ਮੰਗ ਲਈ। ਤੇ ਜੇ ਬੋਲਦੇ ਹੀ ਨਾ ਤਾਂ ਸ਼ਾਇਦ ਉਹ ਮਾਫੀ ਮੰਗੀ ਨਾ ਜਾਂਦੀ। ਸੋ ਅਸੀਂ ਬੋਲੀਏ, ਅਸੀਂ ਜਿਸ ਵੀ ਪਲੇਟਫਾਰਮ ਤੇ ਅਸੀਂ ਬੋਲੀਏ, ਅਸੀਂ ਇਹ ਵੀ ਦੱਸੀਏ ਕਿ ਅਸੀਂ ਡਰਨ ਵਾਲੇ ਨਹੀਂ ਹੈ। ਜੇ ਅਸੀਂ ਡਰਨ ਵਾਲੇ ਹੁੰਦੇ ਤਾਂ ਸਾਡੇ ਦੋਸਤ ਜਦੋਂ ਅੱਤਵਾਦ ਦੇ ਦੌਰਾਨ ਸ਼ਹੀਦ ਹੋਏ ਸੀ, ਅਸੀਂ ਵੀ ਘਰਾਂ ਦੇ ਵਿੱਚ ਆਪਣੇ ਕਾਸਟਿਊਮਸ ਟਰੰਕਾਂ 'ਚ ਪਾ ਕੇ ਤਾਲੇ ਮਾਰ ਕੇ ਤੇ ਹੋਰ ਕੋਈ ਕੰਮ ਕਰਨ ਲੱਗੇ। ਤੇ ਅਸੀਂ ਜ਼ਿੰਮੇਵਾਰ ਲੋਕ ਹਾਂ, ਅਸੀਂ ਰਿਸਪੌਂਸਿਬਲ ਲੋਕ ਹਾਂ, ਐਂਡ ਅਸੀਂ ਕਲੀਅਰ ਲੋਕ ਹਾਂ, ਸਪਸ਼ਟ ਲੋਕ ਹਾਂ ਕਿ ਜੇ ਅਸੀਂ ਥੀਏਟਰ ਕਰਦੇ ਹਾਂ ਤਾਂ ਅਸੀਂ ਕਿਉਂ ਕਰਦੇ ਹਾਂ। ਤੇ ਸਾਡਾ ਮਕਸਦ ਜਦ ਤੱਕ ਪੂਰਾ ਨਹੀਂ ਹੁੰਦਾ, ਜਿਸ ਸਮਾਜ ਦੀ ਸਿਰਜਣਾ, ਜਿਸ ਤਰ੍ਹਾਂ ਦੇ ਨਿਆਂਸ਼ੀਲ ਸਮਾਜ ਦੀ ਸਿਰਜਣਾ ਕਰਨਾ ਚਾਹੁੰਦੇ ਹਾਂ, ਜੇ ਅਸੀਂ ਨਿਆਂ ਸੁਸਾਇਟੀ ਵਾਸਤੇ ਮੰਗ ਰਹੇ ਹਾਂ ਤਾਂ ਉਹ ਨਿਆਂ ਸਾਨੂੰ ਆਪਣੇ ਲਈ ਵੀ ਮੰਗਣਾ ਪਊਗਾ। ਉਹ ਜਸਟਿਸ ਸਾਨੂੰ ਵੀ ਚਾਹੀਦਾ, ਸਾਨੂੰ ਆਪਣੀ ਕਮਿਊਨਿਟੀ ਨੂੰ, ਸਾਡੀ ਵੀ ਇੱਕ ਕਮਿਊਨਿਟੀ ਹੈ ਜੇ ਹੈ ਨਾ। ਕਿਉਂਕਿ ਹੈ ਕੀ ਹੈ, ਹੁਣ ਦੇਖੋ ਸਾਡੇ ਕੋਲ ਕੋਈ ਵੋਟਿੰਗ ਪਾਵਰ ਨਹੀਂ ਹੈ ਬਹੁਤ ਜ਼ਿਆਦਾ, ਸਾਡੇ ਕੋਲ ਸਟਰੈਂਥ ਨਹੀਂ ਹੈ ਬਹੁਤ ਜ਼ਿਆਦਾ ਕਿ ਕੋਈ ਪੋਲੀਟੀਕਲ ਲੀਡਰ ਕਹੇਗਾ ਅੱਛਾ ਇਹਨਾਂ ਦੀ ਸੁਣ ਲਓ। ਇਹਨਾਂ ਕੋਲ ਬਹੁਤ ਸਟਰੈਂਥ ਹੈ ਨਾ, ਰਾਈਟਰਸ ਕੋਲ ਬਹੁਤ ਵੱਡੀ ਸਟਰੈਂਥ ਹੁੰਦੀ ਹੈ, ਮਜ਼ਦੂਰਾਂ ਕਿਸਾਨਾਂ ਕੋਲ ਏਡੀ ਵੱਡੀ ਸਟਰੈਂਥ ਹੈ। ਇਸ ਵੇਲੇ ਪੰਜਾਬ ਦੇ ਵਿੱਚ ਜਿਹੜੀ ਜੋਟੀ ਸਾਡੀ ਉਹਨਾਂ ਨਾਲ ਪੈ ਰਹੀ ਹੈ, ਦਿਸ ਇਜ਼ ਅ ਵੈਰੀ ਪੋਜ਼ਿਟਿਵ ਸਾਈਨ। ਤੇ ਸਾਨੂੰ ਇਸ ਮੌਕੇ ਨੂੰ ਇਸ ਗੱਲ ਲਈ ਵੀ ਇਸਤੇਮਾਲ ਕਰਨਾ ਚਾਹੀਦਾ ਕਿ ਅਸੀਂ ਉੱਥੇ ਸਹਾਇਕ ਭੂਮਿਕਾ ਨਿਭਾਉਂਦੇ ਹੋਏ ਵੀ ਅਸੀਂ ਉਸ ਮੇਨ ਲੜਾਈ ਦਾ ਹਿੱਸਾ ਵਾਂ, ਔਰ ਅਸੀਂ ਅਵੇਅਰ ਹਿੱਸਾ ਵਾਂ। ਅਵੇਅਰ ਐਵੇਂ ਉੱਠ ਕੇ ਨਹੀਂ ਤੁਰੇ ਹੋਏ, ਮਤਲਬ ਵੀ ਅੱਛਾ ਤੁਸੀਂ ਕਰ ਰਹੇ ਹੋ ਅਸੀਂ ਵੀ ਤੁਹਾਡੇ ਯੋਗਤ ਨੋ। ਅਸੀਂ ਦਿਲੋਂ ਤੇ ਦਿਮਾਗ ਤੋਂ ਉਸ ਲਹਿਰ ਨਾਲ, ਮੋਰਚੇ ਨਾਲ, ਉਸ ਦੁੱਖ ਨਾਲ, ਉਸ ਦਰਦ ਨਾਲ, ਸੰਘਰਸ਼ ਨਾਲ ਜੁੜੇ ਹੋਏ ਹਾਂ। ਸੋ ਇਹ ਗੱਲਾਂ ਸਾਨੂੰ ਜਦੋਂ ਸਾਰੀਆਂ ਮੇਰਾ ਖਿਆਲ ਹੈ ਕਲੀਅਰ ਕਰ ਲਾਂਗੇ, ਅਸੀਂ ਆਪਣੇ ਆਪ ਨੂੰ ਅਸਰਟ ਕਰਾਂਗੇ, ਆਪਣੀ ਐਗਜ਼ਿਸਟੈਂਸ ਤੇ ਰੈਜ਼ਿਸਟੈਂਸ ਦਾ ਬੈਲੈਂਸ ਬਣਾ ਕੇ ਚੱਲਾਂਗੇ, ਬਾਕੀ ਸਾਰੀਆਂ ਫਾਰਮੈਲਿਟੀਜ਼ ਵੀ ਹੋਣ, ਤਾਂ ਅਸੀਂ ਜ਼ਰੂਰ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਘਟਨਾਵਾਂ ਨੂੰ ਕਿਤੇ ਨਾ ਕਿਤੇ ਅਸੀਂ ਠੱਲ ਪਾ ਸਕਦੇ ਹਾਂ। ਸ਼ੁਕਰੀਆ ਡਾਕਟਰ ਸਾਹਿਬ ਸਿੰਘ, ਤੁਸੀਂ ਸਫ਼ਰ ਤੇ ਜਾ ਰਹੇ ਹੋ ਤੇ ਮੈਨੂੰ ਲੱਗਦਾ ਕਿ ਨਾਟਕ ਕਰਨ ਜਾ ਰਹੇ ਹੋਵੋਗੇ, ਹਨਾ। ਸਾਡੀਆਂ ਸ਼ੁਭ ਇੱਛਾਵਾਂ ਤੁਹਾਡੇ ਨਾਲ ਨੇ। ਉਹਦੇ ਬਾਵਜੂਦ ਵੀ ਤੁਸੀਂ ਗੱਲਬਾਤ ਲਈ ਸਮਾਂ ਕੱਢਿਆ, ਬਹੁਤ ਬਹੁਤ ਸ਼ੁਕਰੀਆ। ਤੇ ਬੜੇ ਮਹੱਤਵਪੂਰਨ ਨੁਕਤੇ ਜਿਹੜੇ ਨੇ ਤੁਸੀਂ ਸਾਡੇ ਨਾਲ ਸਾਂਝੇ ਕੀਤੇ ਨੇ। 2-3 ਗੱਲਾਂ ਜਿਹੜੀਆਂ ਡਾਕਟਰ ਸਾਹਿਬ ਸਿੰਘ ਨੇ ਕੀਤੀਆਂ ਨੇ, ਮੈਂ ਉਹਦੇ ਤੇ ਉਹਨੂੰ ਅੰਡਰਲਾਈਨ ਕਰੂੰਗਾ ਤਾਂ ਕਿ ਆਪਾਂ ਉਹਦੇ ਤੇ ਅੱਗੇ ਗੱਲ ਸ਼ੁਰੂ ਕਰ ਸਕੀਏ। ਮੈਂ ਕੇਵਲ ਭਾਜੀ ਨਾਲ ਜਿਹੜੀ ਹੈਗੀ ਅਗਲੀ ਗੱਲ ਕਰਨੀ ਚਾਹੂੰਗਾ। ਭਾਜੀ, ਡਾਕਟਰ ਸਾਹਿਬ ਸਿੰਘ ਹੋਰਾਂ ਨੇ ਇੱਕ ਇਹ ਕਿਹਾ ਹੈਗਾ ਕਿ ਜਿਹੜੀ ਪੰਜਾਬ ਸੰਗੀਤ ਨਾਟਕ ਅਕੈਡਮੀ ਹੈਗੀ ਹੈ, ਜਿਹਦੇ ਕਿ ਤੁਸੀਂ ਪ੍ਰਧਾਨ ਹੋ, ਠੀਕ ਹੈ, ਉਹਦੇ ਤੋਂ ਬਿਨਾਂ ਤੁਸੀਂ ਵੈਸੇ ਵੀ ਸਾਡੇ ਰੰਗਮੰਚ ਦੇ ਪ੍ਰਧਾਨ ਹੋ। ਜੇ ਤੁਹਾਡੇ ਕੋਲ ਇਹ ਅਹੁਦਾ ਨਾ ਹੋਵੇ ਤਾਂ ਵੀ ਪ੍ਰਧਾਨ ਹੋ ਤੁਸੀਂ। ਬਟ ਜਿਹੜੀ ਹੁਣ ਤੁਸੀਂ ਸੰਸਥਾ ਦੇ ਵਿੱਚ ਕੰਮ ਕਰ ਰਹੇ ਹੋ, ਇਹ ਸੰਸਥਾ ਘੱਟੋ ਘੱਟ ਅਰਧ ਸਰਕਾਰੀ ਸੰਸਥਾ ਹੈ ਤੇ ਇਹ ਸੰਸਥਾ ਦਾ ਪੰਜਾਬ ਦੇ ਵਿੱਚ ਮਾਣ ਤਾਣ ਹੈ, ਲੋਕ ਇਹਨੂੰ ਜਾਣਦੇ ਨੇ, ਇਹਦੀ ਇੱਕ ਐਗਜ਼ਿਸਟੈਂਸ ਹੈਗੀ ਹੈ। ਕੀ ਤੁਸੀਂ ਪੰਜਾਬੀ ਰੰਗਕਰਮੀਆਂ ਵਾਸਤੇ ਇੱਕ ਇਹ ਉਪਰਾਲਾ ਕਰ ਸਕਦੇ ਹੈਗੇ ਹੋ ਕਿ ਜਿੰਨੇ ਵੀ ਪੰਜਾਬੀ ਰੰਗਕਰਮੀ ਜਿਹੜੇ ਤੁਹਾਡੇ ਇਸ ਸੰਸਥਾ ਦੇ ਨਾਲ ਜੁੜਨਗੇ, ਉਹਨਾਂ ਨੂੰ ਤੁਸੀਂ ਰਜਿਸਟਰਡ ਕਰਕੇ ਉਹਨਾਂ ਨੂੰ ਤੁਸੀਂ ਕੋਈ ਨਾ ਕੋਈ ਆਈ ਕਾਰਡ ਉਹਨਾਂ ਨੂੰ ਇਸ਼ੂ ਕਰ ਸਕੋ ਆਪਣੀ ਸੰਸਥਾ ਵੱਲੋਂ? ਇਹ ਪਹਿਲੀ ਗੱਲ ਹੈ ਜੀ,
ਠੀਕ ਹੈ। ਦੂਜੀ ਗੱਲ ਇਹ ਹੈਗੀ ਹੈ ਕਿ ਜਿਵੇਂ ਡਾਕਟਰ ਸਾਹਿਬ ਸਿੰਘ ਕਹਿ ਕੇ ਗਏ ਨੇ ਕਿ ਜਿਹੜੀਆਂ ਲੋਕ ਲਹਿਰਾਂ ਚੱਲ ਰਹੀਆਂ ਨੇ, ਖਾਸ ਤੌਰ ਤੇ ਹੁਣ ਜਿਹੜੀ ਚੱਲ ਰਹੀ ਹੈ ਲਹਿਰ, ਉਹ ਲਹਿਰ ਦੇ ਵਿੱਚ ਜਿਹੜੇ ਰੰਗ ਕਰਮੀ ਨੇ ਉਹ ਨੋ ਡਾਊਟ ਉਹ ਉਹਨਾਂ ਦੇ ਨਾਲ ਜੁੜੇ ਹੋਏ ਕੰਮ ਕਰ ਰਹੇ ਨੇ, ਪਰ ਇਹ ਲੋਕ ਲਹਿਰ ਤੋਂ ਬਾਅਦ ਵੀ ਰੰਗ ਕਰਮੀਆਂ ਨੂੰ ਯਾਦ ਰੱਖਣ, ਉਹਦੇ ਵਾਸਤੇ ਰੰਗ ਕਰਮੀ ਜਿਹੜੇ ਹੈਗੇ ਨੇ ਉਹ ਕਿਹੜੇ ਢੰਗ ਦੇ ਯਤਨ ਹੋਰ ਕਰ ਸਕਦੇ ਨੇ, ਇਹਦੇ ਬਾਰੇ ਵੀ ਦੱਸਣਾ। ਮੈਂ ਤੁਹਾਡਾ ਬਹੁਤਾ ਸਮਾਂ ਨਹੀਂ ਲਊਂਗਾ ਜੀ, ਸ਼ੁਕਰੀਆ। ਕੇਵਲ ਧਾਲੀਵਾਲ ਜੀ। ਹਾਂਜੀ ਸਰਬਜੀਤ, ਮੈਂ ਸਮਝਦਾ ਕਿ ਸਾਹਿਬ ਸਿੰਘ ਨੇ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ। ਇਹ ਬਿਲਕੁਲ ਕੋਈ ਦਿੱਕਤ ਨਹੀਂ ਹੈ ਇਸ ਗੱਲ ਦੇ ਵਿੱਚ ਕਿ ਪੰਜਾਬ ਸੰਗੀਤ ਨਾਟਕ ਅਕੈਡਮੀ ਜਿਹੜੀ ਹੈ ਕਿ ਉਹ ਜਿਹੜੇ ਰੰਗਕਰਮੀ ਨੇ, ਜਿਹੜੇ ਆਰਟਿਸਟ ਹੈ, ਕਿ ਉਹਨਾਂ ਨੂੰ ਕੋਈ ਆਈ ਕਾਰਡ ਜਿਹੜੇ ਇਸ਼ੂ ਕਰੇ। ਇਹ ਕੋਈ ਵੱਡੀ ਗੱਲ ਨਹੀਂ। ਇਹ ਹੈ ਕਿ ਜਿਹੜੇ ਵੀ ਥੀਏਟਰ ਗਰੁੱਪ ਹੈ ਉਹ ਆਪਣੇ ਲੈਟਰ ਪੈਡ ਦੇ ਉੱਤੇ ਆਪਣੇ ਕਲਾਕਾਰਾਂ ਦੀ ਫੋਟੋ ਸਮੇਤ, ਜੇਕਰ ਉਹਨਾਂ ਦਾ ਨਾਮ ਔਰ ਫਾਦਰ ਨੇਮ, ਉਹਨਾਂ ਦਾ ਐਡਰੈਸ ਉਹ ਸਾਡੇ ਕੋਲ ਦੇ ਦਿੰਦੇ ਆ ਤੇ ਅਸੀਂ ਕਰ ਸਕਦੇ ਹਾਂ। ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਇਹ ਮੇਰੇ ਖਿਆਲ ਵੱਡਾ ਇਸ਼ੂ ਨਹੀਂ। ਇਹ ਪਹਿਲਾਂ ਕਦੀ ਲੋੜ ਨਹੀਂ ਪਈ ਇਸ ਤਰ੍ਹਾਂ ਦੇ ਕੋਈ ਆਈ ਕਾਰਡ ਦੀ, ਪਰ ਇਹ ਆਈ ਕਾਰਡ ਹੋਣਾ ਚਾਹੀਦਾ। ਇਹ 'ਚ ਕੋਈ ਸ਼ੱਕ ਨਹੀਂ ਕਿ ਸਾਡੇ ਕੋਲ ਕਿਤੇ ਨਾ ਕਿਤੇ ਕੋਈ ਅਥਾਰਟੀ ਲੈਟਰ, ਕੋਈ ਆਈ ਕਾਰਡ ਜਿਹੜਾ ਉਹ ਜ਼ਰੂਰੀ ਹੋਵੇ। ਸੋ ਦੂਜੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਜਿਹੜੀਆਂ ਲੋਕ ਲਹਿਰਾਂ ਦੇ ਨਾਲ ਰੰਗਮੰਚ ਜਦੋਂ ਜੁੜਦਾ ਆ ਤੇ ਫਿਰ ਉਹ ਲੋਕ ਲਹਿਰਾਂ ਵੀ ਜਿਹੜੀਆਂ ਉਹ ਰੰਗਮੰਚ ਦਾ ਹਿੱਸਾ ਬਣਨ। ਇਹ ਜਿਹੜੇ ਥੀਏਟਰ ਦੀ ਰਿਸਪੈਕਟੇਬਿਲਟੀ, ਐਕਸੈਪਟੇਬਿਲਟੀ, ਮੈਂ ਤਾਂ ਸਾਰੀ ਉਮਰ ਇਹਦੇ ਲਈ ਲੜਦਾ ਰਿਹਾ। ਮੇਰੇ ਤਾਂ ਸ਼ੁਰੂ ਤੋਂ ਲੜਾਈ ਇਸੇ ਗੱਲ ਦੀ ਰਹੀ ਕਿ ਰੰਗਮੰਚ ਦੀ ਜਿਹੜੀ ਹੈ ਕਿ ਇੱਜ਼ਤ ਵੀ ਬਣੇ, ਉਹਦਾ ਮਾਣ ਵੀ ਬਣਿਆ ਰਵੇ, ਉਹਦੀ ਐਕਸੈਪਟੇਬਿਲਟੀ ਵੀ ਬਣੇ, ਉਹਦੀ ਰਿਸਪੈਕਟੇਬਿਲਟੀ ਵੀ ਬਣੇ। ਸੋ ਇਹ ਬਣੀ ਰਹਿਣੀ ਚਾਹੀਦੀ ਹੈ ਔਰ ਇਹ ਲੜਾਈ ਸਾਨੂੰ ਇਹ ਲੜਨੀ ਚਾਹੀਦੀ ਹੈ। ਔਰ ਜਿਹੜੀ ਪਲੇਟਫਾਰਮ ਦੀ ਜਿਹੜੀ ਸ਼ੁਰੂ ਤੋਂ ਮੈਂ ਗੱਲ ਕੀਤੀ ਸੀ, ਦਮਨ ਸਾਹਿਬ ਨੇ ਜਾਂ ਬਾਕੀ ਦੋਸਤਾਂ ਨੇ ਵੀ, ਹਾਂ ਉਹ ਜ਼ਰੂਰੀ ਹੈ ਕਿ ਉਹ ਬਣੇ। ਔਰ ਜੇਕਰ ਅਸੀਂ ਨੈਸ਼ਨਲ ਲੈਵਲ ਤੇ, ਕਿਉਂਕਿ ਉਹ ਬੜੇ ਅਗਾਂਹ ਦੀਆਂ ਗੱਲਾਂ ਬਣ ਜਾਂਦੀਆਂ ਨੇ, ਜੇਕਰ ਅਸੀਂ ਆਪਣੀ ਸਟੇਟ ਲੈਵਲ ਤੇ ਕੁਝ ਕਰ ਸਕੀਏ, ਕੁਝ ਇਸ ਤਰ੍ਹਾਂ ਦੀ ਸ਼ੁਰੂਆਤ ਕਰ ਸਕੀਏ ਤਾਂ ਉਹ ਬਹੁਤ ਵੱਡੀ ਗੱਲ ਹੋਏਗੀ। ਨੌਜਵਾਨ ਲੋਕ ਜਿਹੜੇ ਉਹਦੇ ਨਾਲ ਜੁੜਨ, ਅੱਗੇ ਤੁਰਨ। ਔਰ ਉਹ ਪਲੇਟਫਾਰਮ ਤੋਂ ਜ਼ਰੂਰੀ ਨਹੀਂ ਹੈ ਕਿ ਅਸੀਂ ਕੋਈ ਨਾਟਕ ਖੇਡੀਏ, ਸੈਮੀਨਾਰ ਕਰਾਈਏ ਜਾਂ ਇੱਦਾਂ ਦਾ, ਪਰ ਅਜਿਹੀਆਂ ਜਿਹੜੀਆਂ ਸਾਡੇ ਕੋਲ ਮੁਸ਼ਕਲਾਂ ਆਉਂਦੀਆਂ, ਉਹਦਾ ਨਾਮ ਉਹਦਾ ਇੱਦਾਂ ਦਾ ਹੋਵੇ ਕਿ ਉਹ ਚੱਟ ਲੋਕਾਂ ਤੱਕ, ਠਾਣਿਆਂ ਤੱਕ, ਹਰ ਇੱਕ ਥਾਂ ਤੇ ਉਹਦਾ ਨਾਮ ਦੀ ਚਰਚਾ ਹੋਵੇ, ਪਤਾ ਲੱਗੇ ਵੀ ਇਹ ਕੋਈ ਸੰਸਥਾ ਹੈਗੀ ਆ, ਇਹ ਰੰਗਮੰਚ ਵਾਲੇ ਲੋਕ ਨੇ ਔਰ ਇਹਨਾਂ ਦੀ ਇਹ ਇੱਜ਼ਤ ਹੈਗੀ ਆ। ਸੋ ਇਹ ਜਿਹੜੀਆਂ ਦੋਨੋਂ ਚੀਜ਼ਾਂ ਨੇ ਤੇ ਔਰ ਜਿਹੜੀ ਲੋਕ ਲਹਿਰਾਂ ਵਾਲੀ ਗੱਲ ਹੈ, ਮੇਰੇ ਖਿਆਲ ਬੜੀ ਰੈਲੇਵੈਂਟ ਗੱਲ ਹੈ। ਇਹ ਮੇਰੀ ਪਹਿਲਾਂ ਵੀ ਬੜੀ ਵਾਰੀ ਗੱਲ ਹੋਈ ਕਿ ਜਦੋਂ ਚਾਹੇ ਅਸੀਂ ਗਦਰੀ ਬਾਬਿਆਂ ਦੇ ਮੇਲੇ ਦੇ ਉੱਤੇ ਨਾਟਕ ਖੇਡਦੇ ਹੋਈਏ, ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਉੱਤੇ ਨਾਟਕ ਖੇਡਦੇ ਹੋਈਏ, ਚਾਹੇ ਅੱਜ ਅਸੀਂ ਕਿਸਾਨ ਧਰਨਿਆਂ ਦੇ ਉੱਤੇ ਜਾ ਕੇ ਨਾਟਕ ਖੇਡਦੇ ਹਾਂ, ਪਰ ਸਾਨੂੰ ਇਹ ਹੈ ਕਿ ਇਹ ਲੋਕ ਜਿਹੜੇ ਜਦੋਂ ਅਸੀਂ ਲੋਕ ਲਹਿਰਾਂ ਦੇ ਨਾਲ ਰੰਗਮੰਚ ਜੁੜਦਾ ਹੈ, ਫਿਰ ਲੋਕ ਲਹਿਰਾਂ ਵੀ ਜਿਹੜੀਆਂ ਉਹ ਰੰਗਮੰਚ ਦਾ ਹਿੱਸਾ ਬਣਨ ਔਰ ਜਦੋਂ ਅਜਿਹੀਆਂ ਪ੍ਰੋਬਲਮਸ ਆਉਂਦੀਆਂ ਨੇ ਉਸ ਦੇ ਨਾਲ ਲੜਾਈ ਲੜਨ। ਮੇਰਾ ਖਿਆਲ ਇਹ ਕੁਝ ਜਿਵੇਂ ਹੁਣ ਵੀ ਲੋਕ ਲਹਿਰਾਂ ਨਾਲ ਜੁੜੀਆਂ ਸੀਗੀਆਂ। ਔਰ ਜਦੋਂ ਮੈਨੂੰ ਪ੍ਰੋਬਲਮ ਆਈ ਸੀ, ਜਦੋਂ ਕ੍ਰਿਸ਼ਨ ਨਾਟਕ ਵੇਲੇ ਮੈਨੂੰ ਵੀ ਉਹਨਾਂ ਨੇ ਬੰਦੀ ਬਣਾ ਲਿਆ ਸੀਗਾ, ਪੁਲਿਸ ਵਾਲਿਆਂ ਨੇ, ਦੂਜਿਆਂ ਨੇ, ਉਹ ਸਾਰਿਆਂ ਨੇ ਪਿਸਤੌਲਾਂ ਲੈ ਕੇ ਆ ਗਏ ਸੀ, ਤਾਂ ਉਸ ਵੇਲੇ ਲੋਕ ਲਹਿਰਾਂ ਵਾਲੇ ਨਾਲ ਖੜੇ ਸੀ। ਜਮਹੂਰੀ ਅਧਿਕਾਰ ਸਭਾ ਵਾਲੇ ਹੀ ਸਭ ਤੋਂ ਅੱਗੇ ਆਏ ਸੀ, ਸ਼ਾਇਦ ਥੀਏਟਰ ਵਾਲੇ ਬਾਅਦ ਵਿੱਚ ਹੀ ਅੱਗੇ ਆਏ, ਬਹੁਤ ਸਾਰੇ ਜਿਹੜੇ ਨਹੀਂ ਸੀ ਆਏ, ਨਹੀਂ ਵੀ ਸੀ ਆਏ, ਪਰ ਜਿਹੜੇ ਉਸ ਵੇਲੇ ਸੀਗੇ ਕਿ ਲੋਕ ਲਹਿਰਾਂ ਵਾਲੇ ਲੋਕ ਨਾਲ ਆਏ ਸੀ। ਔਰ ਜੇਕਰ ਅਸੀਂ ਲੋਕ ਲਹਿਰਾਂ ਦੇ ਲਈ ਕੰਮ ਕਰਦੇ ਹਾਂ ਤਾਂ ਲੋਕ ਲਹਿਰਾਂ ਵਾਲੇ ਜਿਹੜੇ ਆ ਉਹ ਸਾਡੇ ਨਾਲ ਜੁੜਦੇ ਵੀ ਨੇ। ਇਹ ਬਹੁਤ ਮੈਂ ਸਮਝਦਾ ਕਿ ਬਿਹਤਰੀਨ ਗੱਲ ਹੈ ਕਿ ਲੋਕ ਲਹਿਰਾਂ ਤੇ ਰੰਗਮੰਚ ਜਦੋਂ ਇੱਕਮਿਕ ਹੋ ਜਾਣ ਤਾਂ ਫਿਰ ਕੋਈ ਵੀ ਇਹੋ ਜਿਹੀਆਂ ਜ਼ਿਆਦਤੀਆਂ ਜਿਹੜੀਆਂ ਨੇ ਉਹਨਾਂ ਨੂੰ ਠੱਲ ਪਾਈ ਜਾ ਸਕਦੀ ਹੈ। ਦੈਟਸ ਆਲ ਜੀ, ਸ਼ੁਕਰੀਆ ਕੇਵਲ ਭਾਜੀ। ਦਵਿੰਦਰ ਦਮਨ ਜੀ, ਇਹ ਜਿਹੜੀ ਗੱਲ ਹੈਗੀ ਆ ਮੈਂ ਤੁਹਾਡੇ ਨਾਲ ਕਰੂੰਗਾ, ਪਰ ਮੈਂ ਕਰੂੰਗਾ ਬਾਅਦ ਦੇ ਵਿੱਚ। ਉਸ ਤੋਂ ਪਹਿਲਾਂ ਮੈਂ ਸਾਡੇ ਨਾਲ ਇੱਕ ਹੋਰ ਰੰਗਕਰਮੀ ਨਾਟਕਕਾਰ ਜੁੜ ਚੁੱਕੇ ਨੇ ਪਟਿਆਲਾ ਤੋਂ, ਡਾਕਟਰ ਕੁਲਦੀਪ ਸਿੰਘ ਜੀ ਦੀਪ, ਜਿਹੜੇ ਕਿ ਐਕਟਿਵ ਨੇ। ਮੈਂ ਉਹਨਾਂ ਨੂੰ ਜੀ ਆਇਆ ਆਖਦਾ ਹੈਗਾ ਕਿ ਜਿਨ੍ਹਾਂ ਨੇ ਆਪ ਇਸ ਜਿਹੜੀ ਲਾਈਵ ਜਿਹੜੀ ਹੈਗੀ ਹੈ ਉਹਦੇ ਵਿੱਚ ਸ਼ਾਮਿਲ ਹੋਣ ਵਾਸਤੇ, ਜਿਹੜੀ ਢੁੱਕ ਦੀ ਗੱਲ ਹੈ ਉਹਦੇ ਵਿੱਚ ਸ਼ਾਮਿਲ ਹੋਣ ਵਾਸਤੇ ਆਏ ਨੇ। ਕੁਲਦੀਪ ਦੀਪ ਜੀ, ਤੁਸੀਂ ਸਾਰਾ ਮਸਲਾ ਜਾਣ ਲਿਆ, ਸਾਰੀ ਗੱਲਬਾਤ ਜਾਣ ਲਈ ਹੈ। ਹੁਣ ਜਿਹੜੀ ਗੱਲਬਾਤ ਹੈ ਉਹ ਗੱਲ ਦੇ ਬਾਅਦ ਦੇ ਵਿੱਚ ਇੱਕ ਗੱਲ ਹੋਰ ਪਲੱਸ ਹੋ ਗਈ ਹੈ। ਉਹ ਗੱਲ ਕੀ ਹੈਗੀ ਹੈ ਕਿ ਜਿਹੜੇ ਥੀਏਟਰ ਵਾਲੇ ਹੈਗੇ ਨੇ, ਇਹਨਾਂ ਦੀ ਜਿਹੜੀ ਰਜਿਸਟੈਂਸ ਹੈ, ਇਹਨਾਂ ਦੀ ਜਿਹੜੀ ਐਗਜ਼ਿਸਟੈਂਸ ਹੈ, ਇਹ ਆਪਣੀ ਰਜਿਸਟੈਂਸ ਤੇ ਐਗਜ਼ਿਸਟੈਂਸ ਨੂੰ ਕਿਵੇਂ ਜ਼ਾਹਰ ਕਰ ਸਕਦੇ ਨੇ। ਰੰਗਕਰਮੀ ਜਿਹੜੇ ਹੈਗੇ ਨੇ, ਸਾਡਾ 100 ਸਾਲਾਂ ਦਾ ਇਤਿਹਾਸ ਹੋ ਚੁੱਕਿਆ ਹੈਗਾ, ਪਰ ਉਹਦੇ ਬਾਵਜੂਦ ਵੀ ਸਾਨੂੰ ਸਿਰਫ ਉਹ ਲੋਕ ਹੀ ਜਾਣਦੇ ਹੈਗੇ ਨੇ ਜਿਹੜੇ ਲੋਕ ਕਿਸੇ ਨਾ ਕਿਸੇ ਢੰਗ ਦੇ ਨਾਲ ਕਲਾ ਨਾਲ ਜੁੜੇ ਹੋਏ ਨੇ।
ਸਾਰੇ ਲੋਕ ਜਿਹੜੇ ਨੇ ਉਹ ਉਸ ਢੰਗ ਦੇ ਨਾਲ ਕਲਾ ਨਾਲ ਨਹੀਂ ਜੁੜੇ ਹੋਏ ਹੈਗੇ। ਤਾਂ ਸਾਨੂੰ ਜਿਹੜੇ ਰੰਗ ਕਰਮੀ ਹੈਗੇ ਨੇ, ਪਹਿਲੀ ਗੱਲ ਤਾਂ ਇਹ ਕਿ ਜਿਹੜਾ ਸੋਲੂਸ਼ਨ ਦੀ ਆਪਾਂ ਗੱਲ ਕਰ ਰਹੇ ਸੀ ਉਹ, ਦੂਜੀ ਗੱਲ ਇਹ ਹੈਗੀ ਹੈ ਕਿ ਰੰਗ ਕਰਮੀ ਕਿਵੇਂ ਆਪਣਾ ਆਧਾਰ ਲੋਕਾਂ ਦੇ ਵਿੱਚ ਬਣਾ ਸਕਦੇ ਨੇ, ਕਿ ਜਿਵੇਂ ਅੱਜ ਦੇ ਟਾਈਮ ਦੇ ਵਿੱਚ ਲੋਕ ਸਿੱਧੂ ਮੂਸੇਵਾਲੇ ਨੂੰ ਜਾਣਦੇ ਹੈਗੇ ਨੇ ਕਿ ਵੀ ਇਹ ਇੱਕ ਕਲਾਕਾਰ ਹੈਗਾ, ਉਵੇਂ ਰੰਗ ਕਰਮੀ ਨੂੰ ਕਿਵੇਂ ਜਾਣਨ ਲੱਗਣ। ਠੀਕ ਹੈ, ਨੋ ਡਾਊਟ ਇਹ ਪੋਸੀਬਲ ਨਹੀਂ ਹੈਗਾ। ਕਿਉਂ? ਕਿਉਂਕਿ ਜਿਹੜੇ ਰੰਗ ਕਰਮੀ ਹੈਗੇ ਨੇ ਉਹਨਾਂ ਦਾ ਪਲੇਟਫਾਰਮ ਬਿਲਕੁਲ ਵੱਖਰਾ ਹੈਗਾ ਉਹਦੇ ਨਾਲੋਂ। ਪਰ ਮੈਂ ਇੱਕ ਪਛਾਣ ਦੀ ਗੱਲ ਕਰ ਰਿਹਾ, ਮੈਂ ਸੈਲੀਬ੍ਰੇਸ਼ਨ ਦੀ ਗੱਲ ਨਹੀਂ ਕਰ ਰਿਹਾ, ਸੈਲੀਬ੍ਰਿਟੀ ਦੀ ਗੱਲ ਨਹੀਂ ਕਰ ਰਿਹਾ, ਮੈਂ ਪਛਾਣ ਦੀ ਗੱਲ ਕਰ ਰਿਹਾ ਕਿ ਉਹ ਆਪਣੀ ਪਛਾਣ ਨੂੰ ਕਿਵੇਂ ਸਥਾਪਿਤ ਕਰ ਸਕਦੇ ਨੇ ਤਾਂ ਕਿ ਆਮ ਲੋਕ ਵੀ ਉਹਨਾਂ ਨੂੰ ਜਾਣਨ ਕਿ ਇਹ ਹੈ ਕੌਣ ਨੇ ਤੇ ਕਰਦੇ ਕੀ ਨੇ। ਹਾਂਜੀ, ਡਾਕਟਰ ਕੁਲਦੀਪ ਦੀਪ ਜੀ। ਦੀਪ ਜੀ ਤੁਹਾਡਾ ਮਾਈਕ। ਹਾਂਜੀ ਜੀ, ਹਾਂਜੀ ਹਾਂਜੀ ਆਵਾਜ਼ ਜੀ ਆ ਰਹੀ ਹੈ ਜੀ। ਪਹਿਲਾਂ ਵੀ ਦੋਸਤਾਂ ਨੇ ਇਸ ਮਸਲੇ 'ਚ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ, ਮੈਂ ਉਹਨਾਂ ਨੂੰ ਦੁਹਰਾਊਂਗਾ ਨਹੀਂ, ਉਹਦੇ ਵਿੱਚ ਕੁਝ ਗੱਲਾਂ ਆਪਣੀਆਂ ਐਡ ਕਰਨੀਆਂ ਚਾਹੂੰਗਾ। ਇੱਕ ਤਾਂ ਇਹ ਹੈ ਕਿ ਰੰਗ ਕਰਮੀ ਦਾ ਕ੍ਰਾਈਸਿਸ ਅੱਜ ਦਾ ਨਹੀਂ ਹੈਗਾ, ਬਹੁਤ ਪਹਿਲਾਂ ਦਾ ਕ੍ਰਾਈਸਿਸ ਹੈ। ਈਵਨ ਜਦੋਂ ਇਪਟਾ ਦਾ ਸਿਖਰ ਸੀ, ਇਪਟਾ ਦੇ ਸਿਖਰ ਤੋਂ ਬਾਅਦ ਜਦੋਂ ਕਮਿਊਨਿਸਟ ਪਾਰਟੀਆਂ ਅਲੱਗ ਹੋਈਆਂ ਤੇ ਉਹਨਾਂ ਪਾਰਟੀਆਂ ਦੇ ਡਰਾਮਾ ਸਕੁਐਡ ਬਣੇ, ਉਦੋਂ ਵੀ ਜਿਹੜਾ ਰੰਗ ਕਰਮੀ ਆ ਉਹਨੂੰ ਨੰਬਰ 2 ਤੇ ਹੀ ਰੱਖਿਆ ਜਾਂਦਾ ਸੀ, ਸਿਰਫ ਉਹਨੂੰ ਇਕੱਠ ਕਰਨ ਵਾਸਤੇ ਵਰਤਿਆ ਜਾਂਦਾ ਸੀ, ਉਹਨੂੰ ਉਵੇਂ ਹਿੱਸਾ ਨਹੀਂ ਮੰਨਿਆ ਗਿਆ। ਤੇ ਉਹ ਕਿਤੇ ਨਾ ਕਿਤੇ ਸਥਿਤੀਆਂ ਅੱਜ ਵੀ ਉਸ ਰੂਪ ਦੇ ਵਿੱਚ ਹੈਗੀਆਂ ਨੇ ਜਿੱਥੇ ਡਾਕਟਰ ਸਾਹਿਬ ਸਿੰਘ ਨੇ ਇਸ਼ਾਰਾ ਕੀਤਾ ਹੈ ਕਿ ਸਾਡੀ ਜਿਹੜੀ ਆਪਣੀ ਇੱਕ ਇੰਡੀਪੈਂਡੈਂਟ ਆਇਡੈਂਟੀਟੀ ਹੈ ਇੱਕ ਰੰਗ ਕਰਮੀ ਦੀ, ਉਹਨੂੰ ਅਜੇ ਤੱਕ ਮਾਨਤਾ ਨਹੀਂ ਮਿਲੀ ਹੈਗੀ। ਦੂਜੀ ਗੱਲ ਇਹ ਹੈ ਕਿ ਉਹਨੂੰ ਮਾਨਤਾ ਮਿਲਣ ਦਾ ਤਰੀਕਾ ਇੱਕੋ ਹੀ ਹੈ ਕਿ ਅਸੀਂ ਲਗਾਤਾਰ ਉਹਨਾਂ ਲੋਕਾਂ ਦੇ ਨਾਲ ਜੁੜੀਏ, ਕਿਉਂਕਿ ਅਸੀਂ ਸਿੱਧੂ ਮੂਸੇਵਾਲੇ ਵਾਂਗੂ ਜਾਂ ਕਿਸੇ ਹੋਰ ਕਲਾਕਾਰ ਵਾਂਗੂ ਮੰਡੀ ਦਾ ਹਿੱਸਾ ਨਹੀਂ ਬਣ ਸਕਦੇ ਹੈਗੇ। ਸਾਡੀ ਤਾਕਤ ਮੰਡੀ ਨਹੀਂ ਹੋ ਸਕਦੀ ਹੈਗੀ। ਸਾਡੀ ਤਾਕਤ ਤਾਂ ਉਹਨਾਂ ਧਿਰਾਂ ਨੇ ਬਣਨਾ ਹੈ ਜਿਨ੍ਹਾਂ ਧਿਰਾਂ ਦੀ ਅਸੀਂ ਆਪਣੇ ਨਾਟਕਾਂ ਦੇ ਵਿੱਚ, ਅਸੀਂ ਆਪਣੇ ਥੀਏਟਰ ਦੇ ਵਿੱਚ, ਅਸੀਂ ਆਪਣੇ ਰੰਗਮੰਚ ਰਾਹੀਂ ਗੱਲ ਕਰਨੀ ਹੁੰਦੀ ਹੈ। ਤੇ ਇਹਦਾ ਮਤਲਬ ਇਹ ਹੈ ਕਿ ਜਿੰਨਾ ਅਸੀਂ ਗਰਾਊਂਡ ਲੈਵਲ ਤੇ ਜਾ ਕੇ ਉਹਨਾਂ ਨਾਲ ਜੁੜਾਂਗੇ, ਦੋ ਗੱਲਾਂ ਹੁੰਦੀਆਂ ਨੇ। ਇੱਕ ਨਾਟਕ ਲਿਖਣਾ, ਨਾਟਕ ਲਿਖ ਕੇ ਕਿਸੇ ਇਹੋ ਜਿਹੀ ਥਾਂ ਤੇ ਖੇਡਣਾ ਜਿੱਥੇ ਸਿਰਫ ਕੁਝ ਲੋਕ ਐਂਟਰਟੇਨਮੈਂਟ ਵਾਸਤੇ ਨਾਟਕ ਕਰਨ ਆਉਂਦੇ ਨੇ। ਇੱਕ ਹੈ ਕਿ ਨਾਟਕ ਲਿਖਣਾ ਤੇ ਉਹਨਾਂ ਥਾਵਾਂ ਤੇ ਜਾ ਕੇ ਖੇਡਣਾ, ਉਹਨਾਂ ਲੋਕਾਂ ਦੇ ਵਿੱਚ ਖੇਡਣਾ ਜਾ ਕੇ ਜਿੱਥੇ ਮਸਲੇ ਜੁੜੇ ਹੋਏ ਨੇ, ਜਿੱਥੇ ਲਗਾਤਾਰ ਸਿੱਧੇ ਤੌਰ ਤੇ ਸੰਘਰਸ਼ ਚੱਲ ਰਿਹਾ ਹੈ। ਜਦੋਂ ਅਸੀਂ ਉਹਨਾਂ ਲੋਕਾਂ ਦੇ ਵਿੱਚ ਜਾਵਾਂਗੇ ਤੇ ਲਗਾਤਾਰ ਜਾਵਾਂਗੇ ਤਾਂ ਸਾਡੀ ਆਇਡੈਂਟੀਟੀ ਵੀ ਕਲੀਅਰ ਹੋਊਗੀ ਤੇ ਸਾਡੀ ਤਾਕਤ ਵੀ ਮਜ਼ਬੂਤ ਹੋਊਗੀ। ਮੈਨੂੰ ਲੱਗਦਾ ਹੈ ਕਿ ਅੱਜ ਲੋੜ ਇਸ ਗੱਲ ਦੀ ਹੈ, ਮਸਲਾ ਚਾਹੇ ਕਿਰਤੀਆਂ ਦਾ ਹੋਵੇ, ਮਸਲਾ ਚਾਹੇ ਮੁਲਾਜ਼ਮਾਂ ਦਾ ਹੋਵੇ, ਮਸਲਾ ਚਾਹੇ ਕਿਸਾਨਾਂ ਦਾ ਹੋਵੇ ਜਾਂ ਸਮਾਜ ਦੇ ਕਿਸੇ ਵੀ ਹੋਰ ਵਰਗ ਦਾ ਹੋਵੇ, ਜਿੰਨੀ ਸ਼ਿੱਦਤ ਨਾਲ ਅਸੀਂ ਉਹਨਾਂ ਨਾਲ ਜੁੜਾਂਗੇ ਉਨੀ ਸ਼ਿੱਦਤ ਨਾਲ ਉਹ ਸਾਡੀ ਤਾਕਤ ਬਣਨਗੇ। ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹੁੰਦਾ। ਦੂਜੀ ਗੱਲ ਇਹ ਹੈ ਕਿ ਸਾਡੇ ਕੋਲੇ ਆਲਰੇਡੀ 1-2 ਸੰਸਥਾਵਾਂ ਇਸ ਕਿਸਮ ਦੀਆਂ ਹੈ, ਜਿਵੇਂ ਕੇਂਦਰੀ ਪੰਜਾਬੀ ਰੰਗਮੰਚ ਸਭਾ ਦੀ ਗੱਲ ਚੱਲੀ ਸੀ, ਇਹ ਵੀ ਤਾਕਤ ਹੈਗੀ ਹੈ। ਤੇ ਆਲਰੇਡੀ ਇਪਟਾ ਦਾ ਇੱਕ ਸਾਡੇ ਕੋਲੇ ਵੱਡਾ ਪਲੇਟਫਾਰਮ ਹੈਗਾ ਜਿਹੜਾ ਸਟੇਟ ਲੈਵਲ ਦਾ ਪਲੇਟਫਾਰਮ ਵੀ ਹੈ ਤੇ ਨੈਸ਼ਨਲ ਲੈਵਲ ਦਾ ਪਲੇਟਫਾਰਮ ਵੀ ਹੈ। ਮੈਨੂੰ ਲੱਗਦਾ ਹੈ ਕਿ ਆਪਾਂ ਬਜਾਏ ਕਿ ਕੋਈ ਇੱਕ ਹੋਰ ਤੀਜੀ ਆਰਗੇਨਾਈਜੇਸ਼ਨ ਇਸ ਰੂਪ ਦੇ ਵਿੱਚ ਖੜੀ ਕਰੀਏ ਅਸੀਂ, ਕਿਉਂਕਿ ਇਪਟਾ ਆਪਣੇ ਆਪ 'ਚ ਕੋਈ ਨਾਟ ਮੰਡਲੀ ਨਹੀਂ ਹੈਗੀ। ਇਪਟਾ ਵੀ ਇੱਕ ਸਾਂਝਾ ਸੰਗਠਨ ਹੈ ਜਿਹੜਾ ਬਹੁਤ ਸਾਰੀਆਂ ਨਾਟ ਮੰਡਲੀਆਂ ਨੂੰ ਕੋਲੈਬੋਰੇਟ ਕਰਕੇ ਇੱਕ ਨਾਟਕ ਦਾ ਸੁਸਾਇਟੀ ਦੇ ਵਿੱਚ ਰੋਲ ਕੀ ਹੈ ਉਹਦੇ ਬਾਰੇ ਗੱਲ ਕਰਦਾ ਹੈ। ਇਪਟਾ ਦਾ ਸਾਰਾ ਸੰਵਿਧਾਨ ਹੀ ਇਸ ਗੱਲ ਤੇ ਫੋਕਸ ਕੀਤਾ ਹੈ। ਤਾਂ ਬਾਅਦ ਦੇ ਵਿੱਚ ਕਿਤੇ ਜਦੋਂ ਇਪਟਾ ਨੂੰ ਕੁਝ ਪੋਲੀਟੀਕਲ ਪਾਰਟੀਆਂ ਨਾਲ ਪੱਕੇ ਤੌਰ ਤੇ ਅਟੈਚ ਕਰ ਲਿਆ ਗਿਆ, ਉਦੋਂ ਕਿਤੇ ਜਾ ਕੇ ਸਮੱਸਿਆਵਾਂ ਹੋਈਆਂ ਨੇ। ਅਦਰਵਾਈਜ਼ ਪੂਰੇ ਵਿਸ਼ਵ ਪੱਧਰ ਤੇ ਜਾਂ ਉਸ ਤੋਂ ਬਾਅਦ ਨੈਸ਼ਨਲ ਪੱਧਰ ਤੇ ਬਹੁਤ ਸਾਰੇ ਆਰਟਿਸਟ ਜਿਹੜੇ ਸੋਚ ਪੱਖੋਂ ਪ੍ਰੋਗਰੈਸਿਵ ਸੀ, ਉਹ ਕਿਸੇ ਵੀ ਪਾਰਟੀ ਨਾਲ ਜੁੜੇ ਹੋਏ ਸੀ, ਉਹ ਸਾਰੇ ਇਪਟਾ ਦੇ ਨਾਲ ਜੁੜੇ ਸੀ। ਅੱਜ ਵੀ ਇਪਟਾ ਉਹਨਾਂ ਗੱਲਾਂ ਦਾ ਆਧਾਰ ਬਣ ਸਕਦੀ ਹੈ, ਉਹਨਾਂ ਗੱਲਾਂ ਦਾ ਕੇਂਦਰ ਬਣ ਸਕਦੀ ਹੈ ਜਿੱਥੇ ਵੀ ਕੋਈ ਵੀ ਜਿਹੜੀ ਮੰਡਲੀ ਹੈ ਉਹ ਕੰਮ ਕਰ ਰਹੀ ਹੈ, ਥੀਏਟਰ ਗਰੁੱਪ ਕੰਮ ਕਰ ਰਿਹਾ ਹੈ, ਇਪਟਾ ਉਹਨਾਂ ਨੂੰ ਕੋਲੈਬੋਰੇਟ ਕਰਕੇ ਇੱਕ ਵੱਡਾ ਪਲੇਟਫਾਰਮ ਦੇ ਸਕਦੀ ਹੈ। ਇਹਦੇ ਪਹਿਲਾਂ ਹੀ ਇਹਦੇ ਕੋਲ ਇੱਕ ਬੁਨਿਆਦੀ ਢਾਂਚਾ ਹੈਗਾ, ਨੈਸ਼ਨਲ ਲੈਵਲ ਦਾ ਇੱਕ ਬੁਨਿਆਦੀ ਢਾਂਚਾ ਵੀ ਹੈ, ਇੱਕ ਸਟੇਟ ਲੈਵਲ ਦਾ ਬੁਨਿਆਦੀ ਢਾਂਚਾ ਵੀ ਹੈ। ਤੇ ਉਸ ਬੁਨਿਆਦੀ ਢਾਂਚੇ ਨੂੰ ਜੇ ਅਸੀਂ ਹੋਰ ਮਜ਼ਬੂਤ ਕਰ ਲਈਏ ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਆਪਣੀ ਗੱਲ ਨੂੰ ਯੂਨਾਈਟ ਤੌਰ ਤੇ, ਸਾਂਝੇ ਤੌਰ ਤੇ ਇੱਕ ਵੱਡੇ ਪਲੇਟਫਾਰਮ ਤੱਕ ਲਿਜਾ ਸਕਾਂਗੇ ਤੇ ਆਪਣੀ ਆਵਾਜ਼ ਨੂੰ ਬੁਲੰਦ ਕਰ ਸਕਾਂਗੇ। ਸੋ ਦੋ ਹੀ ਗੱਲਾਂ ਨੇ, ਇੱਕ ਤਾਂ ਸਿੱਧੇ ਤੌਰ ਤੇ ਲੋਕਾਂ ਨਾਲ ਜੁੜਨਾ ਤੇ ਲੋਕ ਸੰਘਰਸ਼ਾਂ ਨਾਲ ਜੁੜਨਾ, ਤੇ ਦੂਜਾ ਇਹ ਹੈ ਕਿ ਅਸੀਂ ਕੋਈ ਇਹੋ ਜਿਹਾ ਪਲੇਟਫਾਰਮ ਜਿਵੇਂ ਇਪਟਾ ਦਾ ਜਾਂ ਕੇਂਦਰੀ ਪੰਜਾਬੀ ਰੰਗਮੰਚ ਸਭਾ ਦਾ, ਮੈਨੂੰ ਨਿੱਜੀ ਤੌਰ ਤੇ ਇਪਟਾ ਵੱਧ ਜ਼ਿਆਦਾ ਮਜ਼ਬੂਤ ਲੱਗਦੀ ਹੈ ਇਸ ਐਂਗਲ ਤੋਂ, ਕਿਉਂਕਿ ਇਹਦਾ 50-70 ਸਾਲਾਂ ਦਾ ਲਗਭਗ ਇਤਿਹਾਸ ਹੈ ਇਪਟਾ ਦਾ, ਤੇ ਅੱਜ ਵੀ ਇਪਟਾ ਕੰਮ ਕਰ ਰਹੀ ਹੈ। ਬਹੁਤ ਸਾਰੇ ਲੋਕ ਇਹਦੇ ਨਾਲ ਪਹਿਲਾਂ ਜੁੜੇ ਹੋਏ ਨੇ, ਤੇ ਜੇ ਅਸੀਂ ਸ਼ਾਇਦ ਇਹਦੇ ਨਾਲ ਹੋਰ ਤਾਕਤ ਨਾਲ ਜੁੜੀਏ ਤਾਂ ਅਸੀਂ ਆਪਣੀ ਗੱਲ ਨੂੰ ਵੱਡੇ ਪਲੇਟਫਾਰਮ ਤੱਕ ਜਾਂ ਜ਼ਿਆਦਾ ਲੋਕਾਂ ਤੱਕ ਜਾਂ ਜ਼ਿਆਦਾ ਮਜ਼ਬੂਤੀ ਨਾਲ ਕਹਿ ਸਕਦੇ ਹਾਂ। ਥੈਂਕ ਯੂ ਜੀ।
ਸ਼ੁਕਰੀਆ ਡਾਕਟਰ ਕੁਲਦੀਪ ਜੀ, ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਏ ਤੇ ਆਪਣੇ ਤੁਸੀਂ ਵਿਚਾਰ ਸਾਂਝੇ ਕੀਤੇ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਦਮਨ ਜੀ ਤੁਹਾਡੇ ਨਾਲ ਮੈਂ ਗੱਲ ਕਰਨਾ ਚਾਹਾਂਗਾ ਕਿ ਜਿਹੜੀ ਆਪਣੀ ਇੱਕ ਪਹਿਲਾਂ ਗੱਲ ਹੋਈ ਸੀ ਹਨਾ, ਤੁਸੀਂ ਉਸ ਗੱਲ ਨੂੰ ਰਿਫਿਊਜ਼ ਕਰਤਾ ਸੀ। ਤੁਸੀਂ ਕਿਹਾ ਸੀ ਕਿ ਵੀ ਸਾਨੂੰ ਲਹਿਰਾਂ ਵਾਸਤੇ ਕੰਮ ਕਰਨਾ ਚਾਹੀਦਾ ਹੈਗਾ ਤੇ ਉਸ ਤੋਂ ਬਾਅਦ ਸਾਨੂੰ ਮਤਲਬ ਇਹ ਭੁੱਲ ਜਾਣਾ ਚਾਹੀਦਾ ਹੈਗਾ ਜਾਂ ਉਹਨਾਂ ਤੋਂ ਕੋਈ ਤਵੱਜੋ ਨਹੀਂ ਰੱਖਣੀ ਚਾਹੀਦੀ ਹੈਗੀ। ਪਰ ਜਿਹੜੇ ਹੁਣ ਡਾਕਟਰ ਸਾਹਿਬ ਸਿੰਘ ਜਿਹੜੀ ਗੱਲ ਕਹਿ ਕੇ ਗਏ ਨੇ, ਮੈਂ ਪਹਿਲਾਂ ਹੀ ਉਹਦੇ ਨਾਲ ਐਗਰੀ ਕਰ ਰਿਹਾ ਸੀ ਕਿ ਅਸੀਂ ਸਾਡੇ ਨਾਲ ਨੋ ਡਾਊਟ ਜਿਹੜੀਆਂ ਲੋਕ ਲਹਿਰਾਂ ਚੱਲਦੀਆਂ ਨੇ, ਜਦੋਂ ਰੰਗਮੰਚ ਜਾਂ ਹੋਰ ਕਲਾਵਾਂ ਉਹਦੇ ਨਾਲ ਜੁੜਦੀਆਂ ਨੇ ਤਾਂ ਉਹ ਵੀ ਮਜ਼ਬੂਤ ਹੁੰਦੀਆਂ ਨੇ, ਠੀਕ ਹੈ ਜੀ। ਤਾਂ ਗੱਲ ਇਹ ਹੈਗੀ ਹੈ ਕਿ ਜਿਵੇਂ ਕਿ ਤੁਹਾਨੂੰ ਪਤਾ ਹੈਗਾ ਕਿ ਜੀ ਪੰਜਾਬ ਦੇ ਵਿੱਚ ਕਿਸੇ ਵੇਲੇ ਜਿਹੜਾ ਜਿਵੇਂ ਪਲਸ ਮੰਚ ਹੈਗਾ, ਇੱਟਾ ਹੈਗੀ ਹੈ, ਇਹਨਾਂ ਨੇ ਲੋਕਾਂ ਦੇ ਵਿੱਚ ਖਾਸ ਤੌਰ ਤੇ ਪਿੰਡਾਂ ਦੇ ਲੋਕਾਂ ਦੇ ਵਿੱਚ ਇਹਨਾਂ ਨੇ ਇੱਕ ਆਪਣਾ ਵੱਖਰਾ ਮੁਕਾਮ ਬਣਾ ਲਿਆ ਸੀ। ਉਦੋਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਪਤਾ ਹੁੰਦਾ ਸੀ ਕਿ ਰੰਗਮੰਚ ਕੀ ਸ਼ੈ ਹੁੰਦੀ ਹੈਗੀ, ਖਾਸ ਤੌਰ ਤੇ ਜਿਹੜਾ ਗੁਰਸ਼ਰਨ ਸਿੰਘ ਜੀ ਹੋਰਾਂ ਦਾ ਜਿਹੜਾ ਯੋਗਦਾਨ ਹੈ ਅਸੀਂ ਉਹਨੂੰ ਭੁੱਲ ਨਹੀਂ ਸਕਦੇ ਹੈਗੇ। ਹੁਣ ਕਿਉਂਕਿ ਇਹ ਹੈਗਾ ਕਿ ਸਾਡੀ ਜਿਹੜੀ ਉਹ ਉਸ ਢੰਗ ਦੀ ਸਪਾਂਸਰਸ਼ਿਪ ਖਤਮ ਹੋ ਗਈ ਹੈ, ਉਸ ਢੰਗ ਦਾ ਹੁਣ ਸਾਨੂੰ ਨਹੀਂ ਜਿਹੜਾ ਹੈਗਾ ਫੰਡ ਮੁਹੱਈਆ ਹੋ ਰਿਹਾ, ਇਸ ਕਰਕੇ ਜਿਹੜਾ ਉਸ ਕਿਸਮ ਦਾ ਮੁਹਾਜ਼ ਸੀ ਉਹ ਥੋੜਾ ਜਿਹਾ ਮੱਠਾ ਜ਼ਰੂਰ ਪੈ ਗਿਆ ਹੈਗਾ। ਪਰ ਜਿਹੜੀ ਗੱਲ ਚੱਲ ਰਹੀ ਹੈ ਕਿ ਰੰਗਕਰਮੀ ਦੀ ਰੈਜ਼ਿਸਟੈਂਸ ਦੀ ਤੇ ਉਹਦੀ ਐਗਜ਼ਿਸਟੈਂਸ ਦੀ ਜਿਹੜੀ ਗੱਲ ਚੱਲ ਰਹੀ ਹੈਗੀ ਹੈ, ਹੁਣ ਗੱਲ ਇਹ ਹੈਗੀ ਹੈ ਕਿ ਤੁਸੀਂ ਸਾਡੇ ਬਜ਼ੁਰਗ ਹੈਗੇ ਹੋ, ਅਸੀਂ ਤਾਂ ਬਚਪਨ ਤੋਂ ਤੁਹਾਨੂੰ ਪੜ੍ਹਦੇ ਆ ਰਹੇ ਹੈਗੇ ਆ। ਮੈਂ ਇਹ ਜਾਣਨਾ ਚਾਹੁੰਦਾ ਕਿ ਹੁਣ ਜਿਵੇਂ ਦਮਨ ਜੀ ਨੂੰ ਮੈਂ ਜਾਣਦਾ ਕਿ ਉਹਨਾਂ ਦਾ ਜਿਹੜਾ ਨਾਟਕ ਸੀ ਛਿਪਣ ਤੋਂ ਪਹਿਲਾਂ, ਜਦੋਂ ਮੈਂ +1 ਦੇ ਵਿੱਚ ਸੀ ਲਗਭਗ 92-93 ਵਿੱਚ, ਮੈਂ ਉਦੋਂ ਦਾ ਦੇਖਿਆ ਹੋਇਆ ਹੈਗਾ, ਮੈਂ ਉਦੋਂ ਦਾ ਜਾਣਦਾ ਹੈਗਾ। ਪਰ ਮੇਰੇ ਫਾਦਰ ਨਹੀਂ ਤੁਹਾਨੂੰ ਜਾਣਦੇ, ਮੇਰੇ ਮਦਰ ਨਹੀਂ ਤੁਹਾਨੂੰ ਜਾਣਦੇ, ਮੇਰੀ ਭੈਣ ਭਾਈ ਹੈ ਉਹ ਨਹੀਂ ਤੁਹਾਨੂੰ ਜਾਣਦੇ, ਈਵਨ ਕਿ ਮੇਰੇ ਵਾਈਫ ਨਹੀਂ ਤੁਹਾਨੂੰ ਜਾਣਦੇ। ਤਾਂ ਅਸੀਂ ਉਹ ਕੀ ਯਤਨ ਕਰ ਸਕਦੇ ਹੈਗੇ ਆ ਕਿ ਜਿਹਦੇ ਰਾਹੀਂ ਕਿ ਅਸੀਂ ਜਨ ਤੱਕ ਪਹੁੰਚ ਸਕੀਏ, ਘੱਟੋ ਘੱਟ ਲੋਕ ਸਾਨੂੰ ਇਹ ਕਹਿ ਸਕਣ ਕਿ ਬਈ ਹਾਂ ਇਹ ਕਲਾਕਾਰ ਨੇ, ਤੇ ਸਾਨੂੰ ਉਹ ਇੱਕ ਕਲਾਕਾਰ ਦੇ ਰੂਪ ਦੇ ਵਿੱਚ ਜਿਹੜੀ ਹੈਗੀ ਸਾਡੀ ਪਛਾਣ ਸਥਾਪਿਤ ਹੋ ਸਕੇ। ਦਮਨ ਜੀ ਦੇਖੋ, ਜਿਹੜਾ ਸਾਡਾ ਕੰਮ ਹੈ ਉਹੀ ਸਾਡੀ ਪਹਿਚਾਣ ਬਣਦੀ ਹੈ। ਕੰਮ ਕਰਦੇ ਜਾਣਾ, ਲੋਕਾਂ ਨਾਲ ਜਿਨ੍ਹਾਂ ਨਾਲ ਜੁੜੋਗੇ ਘੱਟੋ ਘੱਟ ਉਹਨਾਂ 'ਚ ਤਾਂ ਤੁਹਾਡੀ ਪਹਿਚਾਣ ਹੁੰਦੀ ਹੈ। ਜਿਵੇਂ ਹੁਣ ਗੱਲ ਕਰੀਏ ਮੂਸੇਵਾਲੇ ਦੀ ਗੱਲ ਕਰ ਰਹੇ ਸੀ, ਤੇ ਮੂਸੇਵਾਲਾ ਦੇ ਨਾਲ ਜਿਹੜੇ ਲੋਕ ਜੁੜੇ ਨੇ ਉਹ ਲੋਕ, ਜਾਂ ਮੂਸੇਵਾਲਾ ਜਿਨ੍ਹਾਂ ਲਈ ਆਪਣਾ ਕਲਾ ਦਿਖਾ ਰਿਹਾ ਹੈ, ਤੇ ਉਹ ਲੋਕ ਹੀ ਉਸ ਨੂੰ ਪਛਾਣਦੇ ਨੇ। ਅਸੀਂ ਲੋਕ ਜਿਹੜੇ ਹੈਗੇ ਆ, ਜਿਹੜੇ ਕਮਿਟਡ ਲੋਕ ਆ, ਸੋਸ਼ਲੀ ਕਮਿਟਡ ਆ, ਰਾਜਨੀਤਿਕ ਤਬਦੀਲੀ ਦੇ ਵਿੱਚ ਯਕੀਨ ਕਰਦੇ ਆ, ਲੋਕਾਂ ਦਾ ਮੁਹਾਜ਼ ਪੈਦਾ ਕਰਨ ਤੇ ਲੋਕਾਂ ਨੂੰ ਅੱਗੇ ਉੱਥੇ ਲਿਜਾ ਕੇ ਇੱਕ ਸਾਂਝੀਵਾਲਤਾ ਵਾਲੇ ਫਰੰਟ ਦੇ ਉੱਪਰ ਖੜਾ ਕਰਨਾ, ਉਹ ਰਾਜ ਲਿਆਉਣ ਲਈ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਸਭੇ ਸਾਂਝੀਵਾਲ ਸਦਾਇਨ ਕੋਈ ਨਾ ਦਿਸੇ ਬਾਹਰਾ ਜਿਓ। ਮਤਲਬ ਅਸੀਂ ਵੱਡੀਆਂ ਜਿਹੜੀਆਂ ਉਸ ਤਰ੍ਹਾਂ ਦੀਆਂ ਗੱਲਾਂ ਕਰਦੇ ਅਸੀਂ ਕਰ ਰਹੇ ਹਾਂ। ਉਹ ਲੋਕ ਜਿਹੜੇ ਸਾਡੇ ਨਾਲ ਜੁੜਦੇ ਨੇ ਸਾਡੀ ਪਹਿਚਾਣ ਰੱਖਦੇ ਨੇ। ਹੁਣ ਮੈਂ ਤੁਹਾਨੂੰ ਦੱਸਦਾ ਕਿ ਈਵਨ ਗੁਰਸ਼ਰਨ ਸਿੰਘ ਹੋਰਾਂ ਤੋਂ ਪਹਿਲਾਂ ਵੀ ਮੈਂ ਕਾਫੀ ਦੇਰ ਬਚਪਨ ਤੋਂ ਜੁੜਿਆ ਹੋਇਆ ਥੀਏਟਰ ਨਾਲ, ਤੇ ਮੈਂ ਉਹਨਾਂ ਲੋਕਾਂ ਨੂੰ ਦੇਖਿਆ। ਹੁਣ ਅੱਜ ਜੇ ਤੁਸੀਂ ਕਿਸੇ ਨਰਿੰਦਰ ਦੋਸਾਂਝ ਦਾ ਨਾਂ ਲਓ, ਉਹਨੂੰ ਕੋਈ ਵੀ ਨਹੀਂ ਜਾਣਦਾ, ਪਰ ਉਸ ਸਮੇਂ ਨਰਿੰਦਰ ਦੋਸਾਂਝ ਇੱਕ ਬਹੁਤ ਵੱਡੀ ਗੱਲ ਸੀਗੀ। ਖੁਸ਼ਹੈਸੀ ਟੈਕਸ ਵੇਲੇ ਇੱਕ ਬਹੁਤ ਵੱਡਾ ਇੱਕ ਟਕਰਾਅ ਆਇਆ ਕਿਸਾਨਾਂ ਦਾ ਉਸ ਸਮੇਂ ਦੇ ਵਿੱਚ, ਕਿ ਐਤੀਆਣਾ ਤੇ ਨਰੂੜ ਪਿੰਡਾਂ ਦੇ ਵਿੱਚ ਗੋਲੀ ਵੀ ਚੱਲੀ ਔਰ ਉੱਥੇ ਕੁਛ ਲੋਕ ਮਾਰੇ ਵੀ ਗਏ। ਐਡਾ ਵੱਡਾ ਉਹ ਸੀਗਾ। ਉਦੋਂ ਨਰਿੰਦਰ ਦੋਸਾਂਝ ਨੇ ਇੱਕ ਨਾਟਕ ਲਿਖਿਆ, ਜੋਰੀ ਮੰਗੇ ਦਾਨ ਬੇਲਾ ਲੋ। ਉਹ ਨਾਟਕ ਨੂੰ ਜਦੋਂ ਨੇ ਕੀਤਾ ਤਾਂ ਬੈਨ ਹੋ ਗਿਆ, ਪਰ ਬਿਲਗਾ ਦੇ ਵਿੱਚ ਸੋਚ ਲਿਆ ਗਿਆ ਪਾਰਟੀ ਵੱਲੋਂ ਕਿ ਇਹ ਨਾਟਕ ਹੋਣਾ ਹੀ ਹੋਣਾ। ਬੜੇ ਵੱਡਾ ਵਿਸ਼ਾਲ ਇਕੱਠ ਉੱਥੇ ਹੋਇਆ। ਉਦੋਂ ਮੈਂ ਪਹਿਲੀ ਵਾਰ CRPF ਦੇਖੀ ਲੱਗੀ ਹੋਈ ਕਿ ਕਿਸੇ ਨੂੰ ਹਟਾਉਣ ਲਈ ਉੱਥੇ ਆ ਰਹੀ ਹੈ ਤੇ ਮੈਜਿਸਟ੍ਰੇਟ ਅਨਾਉਂਸ ਕਰ ਰਿਹਾ। ਐਡਾ ਵੱਡਾ ਹਜੂਮ ਲੋਕਾਂ ਦਾ, ਤੇ ਉਹ ਨਾਟਕ ਜਦੋਂ ਤੱਕ ਅੰਤ ਨਹੀਂ ਹੋਇਆ, ਲੋਕਾਂ ਨੇ ਪੁਲਿਸ ਨੂੰ, CRPF ਨੂੰ, ਜਿਹੜੀ ਕਿ ਬੜੀ ਡਰਾਉਣੇ ਰੂਪ ਦੇ ਵਿੱਚ ਆਈ ਸੀ, ਟੋਮੀ ਗੰਨਾ ਲੈ ਕੇ ਲੋਕਾਂ ਤੱਕ ਪਹੁੰਚਣ ਨਹੀਂ ਦਿੱਤਾ। ਉਹ ਲੋਕ ਆਪਣੇ ਸਮੇਂ 'ਚ ਬਹੁਤ ਹਰਮਨ ਪਿਆਰੇ ਰਹੇ ਨੇ। ਜੋਗਿੰਦਰ ਬਾਹਰਲਾ ਉਸੀ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ, ਇੱਕ ਗੀਤ ਉਹਨੇ ਨਵਾਂ ਲਿਖਿਆ ਇਸ ਤਰਜ਼ ਦੇ ਉੱਪਰ, ਉਹ ਅਰੈਸਟ ਹੋਇਆ। ਉਹ ਲੋਕ ਜਾਣਦੇ ਨੇ, ਲੋਕ ਜਾਣਦੇ ਹੁੰਦੇ ਨੇ ਜਿਸ ਸਮੇਂ ਦੇ ਵਿੱਚ ਗੁਜ਼ਰ ਰਹੇ ਹੋ। ਅੱਜ ਤਾਂ ਤੁਸੀਂ ਜੇ ਮਸ਼ਹੂਰ ਕਿਸੇ ਫਿਲਮੀ ਕਲਾਕਾਰ ਦੀ ਗੱਲ ਵੀ ਕਰੋ, ਜਿਹੜੇ ਲੋਕ ਪਹਿਲਾਂ ਨੇ ਨਹੀਂ ਦੇਖੇ, ਉਹ ਨਹੀਂ ਜਾਣਦੇ ਉਹਨਾਂ ਨੂੰ। ਸਾਡਾ ਪਰਪਸ ਇਹ ਨਹੀਂ ਹੈਗਾ ਕਿ ਸਾਨੂੰ ਕੌਣ ਜਾਣਦਾ ਕੌਣ ਨਹੀਂ ਜਾਣਦਾ, ਪਰ ਜਦੋਂ ਅਸੀਂ ਹੈਗੇ ਹਾਂ, ਜਦੋਂ ਅਸੀਂ ਕੰਮ ਕਰ ਰਹੇ ਹਾਂ, ਉਦੋਂ ਸਾਡੀ ਪਹਿਚਾਣ ਜ਼ਰੂਰ ਬਣਦੀ। ਮੈਂ ਸਮਝਦਾ ਕਿ ਉਦੋਂ ਪਹਿਚਾਣ ਬਣਦੀ ਹੈ, ਉਸ ਪਹਿਚਾਣ ਨੂੰ ਕੋਈ ਨਹੀਂ ਮਿਟਾ ਸਕਦਾ। ਇਹ ਪਹਿਚਾਣ ਬਣਦੀ ਹੈ ਜਦੋਂ
1900 ਆਪਣੀ ਐਮਰਜੈਂਸੀ ਹੋਈ ਤਾਂ ਮੈਂ ਸੂਰਜ ਦਾ ਕਤਲ ਹਰਿਆਣਾ ਦੇ ਵਿੱਚ ਖੇਡ ਰਿਹਾ ਤੇ ਉੱਥੇ ਕੀ ਕਹਿੰਦੇ ਮੈਨੂੰ ਪੁਲਿਸ ਅਰੈਸਟ ਕਰਨ ਲਈ ਆ ਜਾਂਦੀ ਹੈ ਕਿਉਂਕਿ ਇੱਕ ਅੰਗਰੇਜ਼ੀ ਦੇ ਅਖਬਾਰ ਨੇ ਲਿਖ ਦਿੱਤਾ ਕਿ ਦਿਸ ਇਜ਼ ਦਾ ਮੋਸਟ ਬਲੈਂਟੈਂਟ ਪਲੇ ਔਨ ਐਮਰਜੈਂਸੀ, ਜਦੋਂ ਕਿ ਨਾਟਕ ਗੁਰੂ ਤੇਗ ਬਹਾਦਰ ਸਾਹਿਬ ਤੇ ਸੀ। ਉਸ ਤੋਂ ਬਾਅਦ 2 ਨਾਟਕ ਹੁਣੇ ਹੀ ਮੇਰਾ ਛਿਪਣ ਤੋਂ ਪਹਿਲਾਂ ਵਾਈਸ ਚਾਂਸਲਰ ਨੇ ਸਿਰਸਾ ਦੇ ਵਿੱਚ ਬੈਨ ਕਰਾਇਆ, ਸ਼ਾਇਦ ਫੇਸਬੁੱਕ ਤੇ ਕਾਫੀ ਲੋਕਾਂ ਨੇ ਦੇਖਿਆ ਹੋਵੇਗਾ, ਪਰ ਸਟੂਡੈਂਟਸ ਨੇ ਉਹ ਆਪਣਾ ਬਿਜਲੀ ਕੱਟਤੀ, ਪੁਲਿਸ ਮੰਗਾ ਲਈ, ਸਭ ਕੁਝ ਹੋ ਗਿਆ। ਉਹ ਮੋਬਾਈਲ ਦੀ ਲਾਈਟ ਦੇ ਵਿੱਚ ਵੀ ਉਹਨਾਂ ਨੇ ਨਾਟਕ ਖੇਡਿਆ। ਸੋ ਉਹ ਪਹਿਚਾਣ ਜਿਹੜੀ ਹੈ ਤੁਹਾਡੇ ਕੰਮ ਦੀ ਹੋਣੀ ਚਾਹੀਦੀ ਹੈ, ਤੁਹਾਡਾ ਕੰਮ ਤੁਹਾਡਾ ਪਹਿਚਾਣ ਹੈ, ਆਰਟਿਸਟਾਂ ਦੀ ਪਹਿਚਾਣ ਹੋਵੇ ਨਾ ਹੋਵੇ। ਇਹ ਜਿਹੜੀ ਸਮੱਸਿਆ ਜਿੱਥੋਂ ਆਪਾਂ ਇਹ ਸੈਮੀਨਾਰ ਰੱਖ ਰਹੇ ਹਾਂ ਤੇ ਜਿਹੜੇ ਇਹ ਗੱਲ ਤਾਜ਼ੀ ਹੋ ਕੇ ਹਟੀ ਹੈ ਘਟਨਾ, ਇਹ ਤਾਂ ਇੱਕ ਜਸਟ ਛੋਟੀ ਜਿਹੀ ਗੱਲ ਇਹ ਹੈਗੀ ਹੈ ਕਿ ਘੱਟੋ ਘੱਟ ਵਰਕਰ ਦੇ ਕੋਲੇ, ਜਿਹੜਾ ਥੀਏਟਰ ਵਰਕਰ ਹੈ, ਥੀਏਟਰ 'ਚ ਕੰਮ ਕਰ ਰਿਹਾ ਬੰਦਾ ਹੈ, ਚਾਹੇ ਉਹ ਨਾਟਕਕਾਰ ਹੈ, ਚਾਹੇ ਉਹ ਅਦਾਕਾਰ ਹੈ ਤੇ ਚਾਹੇ ਉਹ ਨਿਰਦੇਸ਼ਕ ਹੈ, ਉਹਦੇ ਕੋਲ ਘੱਟੋ ਘੱਟ ਇੱਕ ਪਹਿਚਾਣ ਪੱਤਰ ਜ਼ਰੂਰ ਹੋਣਾ ਚਾਹੀਦਾ। ਆਪਾਂ ਇਸ ਗੱਲ ਨੂੰ ਲੈ ਕੇ ਗੱਲ ਕੀਤੀ। ਸੋ ਬਾਕੀ ਰਹੀ ਥੋੜੀ ਪਹਿਚਾਣ ਬਣਦੀ ਹੈ, ਬਿਲਕੁਲ ਬਣਦੀ ਹੈ। ਮੈਂ ਹੁਣ ਕਈ ਵਾਰੀ ਆਪਣਾ ਕੀ ਕਹਿੰਦੇ ਕਈਆਂ ਨੂੰ ਟੈਲੀਫੋਨ ਕਰ ਬੈਠਦਾ, ਕਿਸ ਦਾ ਆਰਟੀਕਲ ਹੁੰਦਾ, ਮੈਂ ਫਿਰ ਪੁੱਛਦਾ ਮੈਨੂੰ ਜਾਣਨਾ, ਅਗਲਾ ਕਹਿੰਦਾ ਤੁਹਾਨੂੰ ਕੌਣ ਨਹੀਂ ਜੀ ਜਾਣਦਾ। ਉਹ ਜਾਣਦੇ ਹੁੰਦੇ ਲੋਕ, ਇਹ ਪਹਿਚਾਣ ਥੋੜੀ ਪਰ ਥੋੜੇ ਕੰਮ ਨੇ ਬਣਾਉਣੀ ਹੈ, ਇਹਦੀ ਸਾਨੂੰ ਫਿਕਰ ਵੀ ਨਹੀਂ ਕਰਨਾ ਚਾਹੀਦਾ, ਸਾਨੂੰ ਆਪਣਾ ਕੰਮ ਕਰਦੇ ਰਹਿਣਾ ਚਾਹੀਦਾ। ਵਾਹ ਜੀ ਵਾਹ, ਬਹੁਤ ਬਹੁਤ ਸ਼ੁਕਰੀਆ ਦਵਿੰਦਰ ਦਮਨ ਜੀ ਨੇ ਕਿਹਾ ਕਿ ਸਾਨੂੰ ਆਪਣਾ ਕੰਮ ਕਰਦੇ ਰਹਿਣਾ ਚਾਹੀਦਾ ਹੈਗਾ। ਬਹੁਤ ਜਿਹੜੇ ਦਰਸ਼ਕ ਨੇ ਬਹੁਤ ਖੂਬਸੂਰਤ ਟਿੱਪਣੀਆਂ, ਮਹੱਤਵਪੂਰਨ ਟਿੱਪਣੀਆਂ ਕਰ ਰਹੇ ਨੇ। ਉਹਨਾਂ ਚੋਂ ਇੱਕ ਟਿੱਪਣੀ ਜਿਹੜੀ ਹੈਗੀ ਹੈ ਚੰਦਰ ਅਦੀਪ ਜੀ ਦੀ ਮੈਨੂੰ ਦਿਖੀ ਸੀ, ਜਿਹਦੇ ਚ ਉਹਨਾਂ ਨੇ ਕਿਹਾ ਸੀ ਕਿ ਲੋਕ ਪਛਾਣ ਵਾਸਤੇ ਸਾਨੂੰ ਗੁਰਸ਼ਰਨ ਭਾ ਦੇ ਜਿਹੜਾ ਰਾਹ ਹੈਗਾ ਉਹੋ ਜਿਹਾ ਰਾਹ ਅਪਣਾਉਣਾ ਪਊਗਾ। ਬਿਲਾ ਸ਼ੱਕ ਜਦੋਂ ਵੀ ਅਸੀਂ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਰਲ ਕੇ, ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਕੰਮ ਕਰਦੇ ਹੈਗੇ ਆ, ਤਾਂ ਲੋਕ ਉਦੋਂ ਸਾਨੂੰ ਜਾਣਦੇ ਪਛਾਣਦੇ ਵੀ ਹੈਗੇ ਨੇ, ਹਨਾ। ਮੁੱਦਾ ਇਹ ਹੁੰਦਾ ਹੈ ਕਿ ਜਦੋਂ ਸਾਰਾ ਕੁਝ ਲੰਘ ਜਾਂਦਾ ਹੈਗਾ, ਜਿਵੇਂ ਪਾਤਰ ਦੀ ਕਵਿਤਾ ਹੈਗੀ ਹੈ ਕਿ ਉਹ ਪੁਲ ਤੋਂ ਜਦੋਂ ਲੋਕ ਲੰਘ ਜਾਂਦੇ ਨੇ ਹਨਾ, ਤਾਂ ਪੁਲ ਨੂੰ ਅਕਸਰ ਭੁੱਲ ਜਾਂਦੇ ਹੈਗੇ ਨੇ। ਤਾਂ ਦਮਨ ਜੀ ਨੇ ਬੜੀ ਜਿਹੜੀ ਹੈ ਗੱਲ ਕੀਤੀ ਹੈਗੀ ਹੈ ਹੁਲਾਰਾ ਦੇਣ ਵਾਲੀ, ਕਿ ਜਦੋਂ ਬੰਦਾ ਕੰਮ ਕਰਦਾ ਹੈਗਾ ਤਾਂ ਉਹਦੀ ਪਛਾਣ ਹੈ ਉਹ ਆਪਣੇ ਆਪ ਜਿਹੜੀ ਹੈ ਬਣਦੀ ਜਾਂਦੀ ਹੈਗੀ ਹੈ। ਸੰਜੀਵਨ ਜੀ, ਜਾਂਦੇ ਹੋਏ ਬਸ ਜਿਹੜਾ ਹੈਗਾ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਜਾਂਦੇ ਹੋਏ, ਮੈਂ ਇਸ ਗੱਲ ਤੇ ਐਗਰੀ ਕਰ ਰਿਹਾ, ਜਿਹੜੇ ਬਾਕੀ ਸਾਰੇ ਗੱਲ ਕਰ ਰਹੇ ਨੇ, ਕਿ ਇਪਟਾ ਪੰਜਾਬ ਦੇ ਵਿੱਚ ਇੱਕ ਵੱਡੀ ਸੰਸਥਾ ਹੈਗੀ ਹੈ ਤੇ ਇਹ ਸੰਸਥਾ ਜਿਹੜੀ ਹੈਗੀ ਹੈ ਇਹਨੂੰ ਹੀ ਇਸ ਜਿਹੜਾ ਗੱਲ ਹੈ ਇਹਦਾ ਕਾਰਜਭਾਰ ਚੁੱਕਣਾ ਚਾਹੀਦਾ ਹੈਗਾ। ਇਹਨੂੰ ਆਪਾਂ ਉਹਦੇ ਤੋਂ ਬਾਅਦ, ਟਾਕ ਤੋਂ ਬਾਅਦ ਆਪਾਂ ਰਲ ਮਿਲ ਕੇ ਇਸ ਵਿਸ਼ੇ ਤੇ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਢੰਗ ਦੇ ਨਾਲ ਜਿਹੜੀ ਇਹ ਸੰਸਥਾ ਹੈਗੀ ਹੈ ਇਹ ਸਾਰੇ ਪੰਜਾਬੀ ਰੰਗਕਰਮੀਆਂ ਵਾਸਤੇ ਇੱਕ ਜਿਹੜਾ ਹੈਗਾ ਸਾਂਝਾ ਪਲੇਟਫਾਰਮ ਉਸਾਰੇ, ਕਿਉਂਕਿ ਇਹ ਅੱਗੇ ਆਪਾਂ ਨੈਸ਼ਨਲ ਲੈਵਲ ਤੱਕ ਵੀ ਜਿਹੜਾ ਹੈਗਾ ਵਿਸ਼ਾਲ ਕਰ ਸਕਦੇ ਹੈਗੇ ਆ। ਹਾਂ ਸੰਜੀਵਨ ਜੀ। ਸਰਬਜੀਤ, ਮੇਰੇ ਵੀ ਇਹ ਗੱਲ ਸੀ ਦਿਮਾਗ 'ਚ ਆਈ ਸੀ ਵੀ ਇਹ, ਕਿਉਂਕਿ ਜੇ ਆਪਾਂ ਇੱਕ ਘਰ ਬਣਾ ਲਿਆ ਉਹ ਠੀਕ ਨਹੀਂ ਬਣਿਆ, ਫਿਰ ਦੂਆ ਬਣਾ ਲਈਏ ਉਹ ਠੀਕ ਨਹੀਂ, ਫਿਰ ਤੀਆ ਬਣਾ ਲਈਏ, ਤਾਂ ਜਿੰਨੇ ਮਰਜ਼ੀ ਤੁਸੀਂ ਚੁੱਲ੍ਹੇ ਬਣਾਈ ਜਾਓ ਉਹ ਗੱਲ ਨਹੀਂ ਬਣਦੀ। ਇੱਕ ਜਿਹੜੀ ਸੰਸਥਾ ਹੈ ਇਪਟਾ ਨੈਸ਼ਨਲ ਲੈਵਲ ਦੀ ਸੰਸਥਾ ਹੈ, ਬਿਲਕੁਲ ਜੀ। ਉਹ ਗੱਲ ਜਿਹੜੀ ਗੱਲ ਹੁਣ ਆਪਣੇ ਪੰਜਾਬ ਉੱਠੀ ਹੈ, ਜਦੋਂ ਮੈਂ ਮੁੱਦਾ ਨੈਸ਼ਨਲ ਸਾਡੀ ਮੀਟਿੰਗ ਸੀ ਆਨਲਾਈਨ ਪਰਸੋਂ, ਗੱਲ ਕੀਤੀ, ਸਾਰੇ ਮਤਲਬ ਵੀ ਜਿੰਨੇ 12-15 ਸਟੇਟ ਦੇ ਬੰਦੇ ਬੈਠੇ ਸੀ, ਸਭ ਨੇ ਇੱਕ ਆਵਾਜ਼ 'ਚ ਕਿਹਾ ਵੀ ਇਹ ਬੜੀ ਨਿਖੇਧੀਯੋਗ ਗੱਲ ਹੋਈ ਹੈ। ਤੇ ਸਾਡੇ ਵੱਲੋਂ ਹਮੇਸ਼ਾ ਹੀ ਯਤਨ, ਦਮਨ ਸਾਹਿਬ ਪ੍ਰਧਾਨ ਰਹੇ ਨੇ, ਡਾਕਟਰ ਆਦਮਜੀਤ ਪ੍ਰਧਾਨ ਰਹੇ ਨੇ ਇਪਟਾ ਦੇ, ਦਲਵੀਰ ਹੋਣੀ ਪ੍ਰਧਾਨ ਰਹੇ ਨੇ, ਤੇਰਾ ਸਿੰਘ ਚੰਦ ਜਨਰਲ ਸੈਕਟਰੀ ਰਹੇ ਨੇ, ਮੈਂ ਵੀ ਜਨਰਲ ਸੈਕਟਰੀ ਰਿਹਾ। ਤੇ ਇਸ ਕਿਸਮ ਦੇ ਜਿਹੜੇ ਮਤਲਬ ਵੀ ਸ਼ਖਸੀਅਤਾਂ ਇਸ ਨਾਲ ਜੁੜੀਆਂ ਰਹੀਆਂ, ਰਹਿਨੁਮਾਈ ਕੀਤੀ ਹੈ। ਬਿਲਕੁਲ ਇਹ ਹੋਣਾ ਚਾਹੀਦਾ ਹੈ ਵੀ ਜੇ ਮਤਲਬ ਵੀ ਇਪਟਾ ਇਸ ਗੱਲ ਲਈ ਅਸੀਂ ਯਤਨ ਕਰਾਂਗੇ, ਬਲਕਿ ਸੁਹਿਰਦ ਯਤਨ ਕਰਾਂਗੇ ਵੀ ਇਹ ਜਿਹੜੀਆਂ ਘਟਨਾਵਾਂ ਹੋ ਰਹੀਆਂ ਇਹਨਾਂ ਨੂੰ ਇੱਕ ਮੁੱਠ ਤੇ ਇਕਜੁੱਟ ਹੋ ਕੇ ਇਹਦਾ ਮੁਕਾਬਲਾ ਕਰੀਏ। ਤੇ ਇਪਟਾ ਦੀ ਆਪਣੇ ਕੁਲਦੀਪ ਦੀਪ ਹੋਣੀ ਕਾਫੀ ਐਕਟਿਵ ਨੇ, ਇਪਟਾ ਸਾਡੇ ਐਡਵਾਈਜ਼ਰ ਵੀ ਨੇ, ਤੇ ਸਾਰਾ ਮਤਲਬ ਵੀ ਇੱਕ ਅੱਛੀ ਸੇਧ ਵੀ ਦੇ ਰਹੇ ਨੇ, ਜਿਸ ਤਰ੍ਹਾਂ ਸਲਾਹ ਦੇ ਰਹੇ ਨੇ ਵੀ ਇਹ ਹੋਣਾ ਚਾਹੀਦਾ, ਇਹ ਹੋਣਾ ਚਾਹੀਦਾ। ਇਹ ਇੱਕ ਤੁਸੀਂ ਬੜਾ ਵਧੀਆ ਇੱਕ ਵਾਜਬ ਸਮੇਂ ਤੇ ਵਾਜਬ ਇੱਕ ਤੁਸੀਂ ਆਪਣੇ ਸਵਾਲ ਕੀਤਾ ਵੀ ਇਹ ਕੀ
ਇਪਟਾ ਇਹ ਕੰਮ ਜ਼ਿੰਮੇਵਾਰੀ ਆਪਣੇ ਨਿਭਾਊਗੀ। ਇਪਟਾ ਬਿਲਕੁਲ ਆਪਣੇ ਇਹ ਜ਼ਿੰਮੇਵਾਰੀ ਨਿਭਾਉਣ ਨੂੰ ਤਿਆਰ ਹੈ। ਜਦੋਂ ਵੀ ਜਿੱਥੇ ਵੀ ਲੋੜ ਪੈਂਦੀ ਹੈ, ਵੈਸੇ ਵੀ ਇਪਟਾ ਜਿਹੜੀ ਸਮਾਜਿਕ ਸਰੋਕਾਰ ਨੇ, ਜਿਵੇਂ ਲਚਰ ਗਾਇਕੀ ਦੀ ਗੱਲ ਹੈ, ਹੋਰ ਹੈ, ਉਹਨਾਂ ਤੇ ਵੀ ਇੱਕ ਬੜਾ ਅਗਰੈਸਿਵਲੀ ਦਖਲ ਦਿੰਦੀ ਹੈ ਵੀ ਇਹ ਗਲਤ ਹੋ ਰਿਹਾ, ਸਮਾਜ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਇਹਦੇ ਰਾਹੀਂ ਵੀ। ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਸਰਬਜੀਤ ਵੀ ਤੁਸੀਂ ਇਪਟਾ ਨੂੰ ਇਸ ਕਿਸਮ ਦੀ ਸੰਸਥਾ ਸਮਝਿਆ ਵੀ ਅਸੀਂ ਗੰਭੀਰ ਮਸਲਿਆਂ ਤੇ ਨਾਟਕ ਕਰਨ ਤੋਂ ਇਲਾਵਾ, ਨਾਟਕ ਤਾਂ ਹਰ ਜਥੇਬੰਦੀ ਆਪਣੇ ਪੱਧਰ ਤੇ ਕਰਦੇ ਨੇ, ਮਤਲਬ ਵੀ ਪੰਜਾਬ 'ਚ ਮੇਰੇ ਖਿਆਲ 80, 90, 100 ਦੇ ਕਰੀਬ ਨਾਟਕ ਮੰਡਲੀਆਂ ਹੋਣਗੀਆਂ, ਨਾਟਕ ਕਰ ਰਹੇ ਨੇ, ਨਾਟਕ ਹੋ ਰਹੇ ਨੇ। ਲੇਕਿਨ ਜਿਹੜੇ ਨਾਟਕਾਂ ਦੇ ਪਿੱਛੇ ਬਿਹਾਈਂਡ ਦਾ ਕਰਟਨ ਕੀ ਵਾਪਰ ਰਿਹਾ, ਕਲਾਕਾਰਾਂ ਨਾਲ ਕੀ ਵਾਪਰ ਰਿਹਾ, ਸਮੱਸਿਆਵਾਂ ਕੀ ਨੇ, ਆਪਾਂ ਨੂੰ ਉਹਨਾਂ ਬਾਰੇ ਵੀ ਸੋਚਣ ਦੀ ਲੋੜ ਹੈ, ਉਹ ਚਿੰਤਤ ਹੋਣ ਦੀ ਲੋੜ ਹੈ ਵੀ ਜਿਹੜੇ ਰੰਗ ਕਰਮੀਆਂ ਦੇ ਮਸਲੇ ਨੇ, ਰੰਗ ਕਰਮੀ ਲੋਕਾਂ ਦੇ ਮਸਲੇ ਉਠਾਉਂਦੇ ਨੇ, ਰੰਗ ਕਰਮੀਆਂ ਦੇ ਮਸਲੇ ਕੌਣ ਉਠਾਵੇ? ਜਿਵੇਂ ਪੱਤਰਕਾਰ ਨੇ, ਆਪਾਂ ਮੀਡੀਆ ਦੀ ਗੱਲ ਕਰਦੇ ਹਾਂ, ਮੀਡੀਆ ਆਪਣੇ ਲੋਕਾਂ ਦੇ ਮਸਲੇ, ਪ੍ਰਿੰਟ ਮੀਡੀਆ ਲੋਕਾਂ ਦੇ ਮਸਲੇ ਬੜੀ ਸ਼ਿੱਦਤ ਨਾਲ ਉਭਾਰਦਾ ਹੈ ਤੇ ਉਹਨਾਂ ਨੂੰ ਲੋਕਾਂ ਤੱਕ ਪਹੁੰਚਾ ਕੇ ਲੈ ਕੇ ਜਾਂਦਾ ਹੈ। ਲੇਕਿਨ ਜਿੰਨਾ ਐਕਸਪਲੋਇਟ ਮੀਡੀਆ ਪਰਸਨ ਹੋ ਰਿਹਾ, ਉਹ ਕਿਹਨੂੰ ਕਹੇ? ਇਹੀ ਮਸਲਾ ਰੰਗ ਕਰਮੀਆਂ ਬਾਰੇ ਵੀ ਰੰਗ ਕਰਮੀ ਲੋਕਾਂ ਦੇ ਮਸਲੇ ਤਾਂ ਰੱਖ ਦਿੰਦਾ, ਪੇਸ਼ ਕਰਦਾ, ਲਓ ਜੀ ਰੰਗ ਕਰਮੀਆਂ ਦੇ ਮਸਲਿਆਂ ਲਈ ਵੀ ਇੱਕ ਸੰਸਥਾ ਜਿਵੇਂ ਇਪਟਾ ਹੈ। ਅਸੀਂ ਦਮਨ ਸਾਹਿਬ ਵੀ ਹੈਗੇ, ਕੁਲਦੀਪ ਦੀਪੋਣੀ ਨੇ, ਕੇਵਲ ਧਾਲੀਵਾਲ ਸਲਾਹਕਾਰ ਨੇ ਇਪਟਾ ਦੇ, ਤੇ ਸਾਨੂੰ ਖੁਸ਼ੀ ਹੋਊਗੀ ਕਿ ਅਸੀਂ ਮੋਹਰਲੀਆਂ ਸਫਾਂ ਤੇ ਰਹਿ ਕੇ ਇਹ ਜ਼ਿੰਮੇਵਾਰੀ ਨਿਭਾਵਾਂਗੇ। ਮਿਹਰਬਾਨੀ। ਸ਼ੁਕਰੀਆ ਸੰਜੀਵਨ ਜੀ, ਤੁਸੀਂ ਸਾਡੀ ਜਿਹੜੀ ਗੱਲ ਹੈਗੀ ਹੈ, ਸਾਡੀ ਗੱਲ ਨੂੰ ਵੱਡਾ ਕੀਤਾ ਹੈਗਾ, ਕਿਉਂਕਿ ਜਿਵੇਂ ਕੁਲਦੀਪ ਦੀਪ ਜੀ ਨੇ ਇਹ ਗੱਲ ਕੀਤੀ ਸੀ, ਮਹੱਤਵਪੂਰਨ ਗੱਲ ਹੈਗੀ ਹੈ ਕਿ ਹੋਰ ਘਰ ਬਣਾਉਣ ਨਾਲੋਂ ਚੰਗਾ ਹੈਗਾ ਕਿ ਜਿਹੜਾ ਘਰ ਪਹਿਲਾਂ ਹੀ ਬਣਿਆ ਹੈਗਾ ਉਹਦੇ ਰਾਹੀਂ ਅਸੀਂ ਇੱਕ ਜਿਹੜਾ ਹੈਗਾ ਉਹਨੂੰ ਅਸੀਂ ਆਪਣਾ ਆਸਰਾ ਬਣਾਈਏ, ਉਹਨੂੰ ਸ਼ੈਲਟਰ ਸਮਝੀਏ ਤੇ ਉਹਦੀ ਰਹਿਨੁਮਾਈ ਨੂੰ ਅਸੀਂ ਕਬੂਲ ਕਰਦੇ ਹੋਏ ਇੱਕ ਸਾਂਝੇ ਮੁਹਾਜ਼ ਤੇ ਅਸੀਂ ਜਿਹੜਾ ਹੈਗਾ ਉਹ ਅਸੀਂ ਜੁੜ ਸਕੀਏ। ਅਸੀਂ ਜਦੋਂ ਇਹ ਗੱਲ ਸ਼ੁਰੂ ਕੀਤੀ ਸੀ ਸੰਜੀਵਨ ਜੀ, ਤਾਂ ਅਸੀਂ ਇਹਦਾ ਜਿਹੜਾ ਟਾਈਟਲ ਸੋਚਿਆ ਸੀ, ਢੁੱਕ ਦੀ ਗੱਲ, ਇਸੇ ਕਰਕੇ ਸੋਚਿਆ ਸੀ ਕਿ ਅਸੀਂ ਚਾਹੁੰਦੇ ਸੀ ਕਿ ਜਿਹੜੇ ਵੀ ਕਰੰਟ ਇਸ਼ੂ ਹੈਗੇ ਨੇ, ਜਿਹੜੇ ਹੁਣੇ ਤੁਰੰਤ ਵਾਪਰੇ ਹੈਗੇ ਨੇ, ਉਹਨਾਂ ਦੇ ਤੁਰੰਤ ਹੱਲ ਵਾਸਤੇ ਕੋਈ ਨਾ ਕੋਈ ਜਿਹੜੀ ਹੈਗੀ ਗੱਲ ਹੋਣੀ ਚਾਹੀਦੀ ਹੈ। ਮੇਰੀ ਜਿਹੜੇ ਆਪਣਾ ਬੋਹੇਮੀਅਨਸ ਦੇ ਹੈਗੇ ਨੇ ਗੁਰਵਿੰਦਰ ਜੀ, ਜਿਹੜੇ ਇਹ ਸਾਰੇ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰ ਰਹੇ ਨੇ, ਉਹਨਾਂ ਨਾਲ ਇੱਕ ਇਹ ਗੱਲ ਵੀ ਹੋਈ ਸੀ ਕਿ ਸਾਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਸਰਕਾਰੀ ਜਾਂ ਗੈਰ ਸਰਕਾਰੀ ਤੌਰ ਤੇ ਸਾਨੂੰ ਕੋਈ ਨਾ ਕੋਈ ਇੱਕ ਅਜਿਹਾ ਕੋਈ ਜਿਹੜੀ ਹੈਗੀ ਹੈ ਯੋਜਨਾ ਵੀ ਤਿਆਰ ਕਰਨੀ ਚਾਹੀਦੀ ਹੈਗੀ ਹੈ ਕਿ ਜਿਹੜੇ ਸਾਡੇ ਲੋੜਵੰਦ ਜਿਹੜੇ ਰੰਗ ਕਰਮੀ ਹੈਗੇ ਨੇ, ਜਦੋਂ ਵੀ ਉਹਨਾਂ ਨੂੰ ਖਾਸ ਤੌਰ ਤੇ ਆਰਥਿਕ ਤੌਰ ਤੇ ਸਹਾਇਤਾ ਦੀ ਲੋੜ ਪੈਂਦੀ ਹੈਗੀ ਹੈ, ਜਿਵੇਂ ਕਿ ਜਿਹੜੇ ਅਸੀਂ ਲਾਕਡਾਊਨ ਦੇ ਦੌਰ ਦੇ ਵਿੱਚੋਂ ਅਸੀਂ ਹੁਣ ਇਸ ਦੌਰ ਦੇ ਵਿੱਚੋਂ ਲੰਘੇ ਹੈਗੇ ਆ, ਹਨਾ, ਰੰਗ ਕਰਮੀਆਂ ਕੋਲੇ ਕੰਮਕਾਰ ਕੋਈ ਨਹੀਂ ਹੈਗਾ ਸੀ, ਤਾਂ ਉਸ ਦੌਰ ਦੇ ਵਿੱਚ ਕੁਝ ਸਹਾਇਤਾ ਜਿਹੜੀ ਹੈਗੀ ਹੈ, ਵਿੱਤੀ ਸਹਾਇਤਾ, ਉਹ ਵੀ ਪੈਦਾ ਕੀਤੀ ਜਾ ਸਕੇ, ਜਾਂ ਜਦੋਂ ਸਾਡਾ ਕੋਈ ਰੰਗ ਕਰਮੀ ਦੋਸਤ ਕੋਈ ਬਿਮਾਰ ਹੋ ਜਾਂਦਾ, ਕਿਸੇ ਸਮੱਸਿਆ ਦੇ ਵਿੱਚ ਫਸ ਜਾਂਦਾ ਹੈਗਾ, ਤਾਂ ਉਦੋਂ ਵੀ ਕੋਈ ਨਾ ਕੋਈ ਇੱਕ ਅਜਿਹਾ ਮੰਚ ਹੋਵੇ ਜਿਹਦੇ ਰਾਹੀਂ ਕਿ ਅਸੀਂ ਜਿਹੜਾ ਕੋਈ ਨਾ ਕੋਈ ਜਿਹੜਾ ਵਿੱਤੀ ਸਹਿਯੋਗ ਹੈਗਾ ਉਹਨੂੰ ਦੇ ਸਕੀਏ। ਇਹਦੇ ਬਾਰੇ ਆਪਾਂ ਫਿਰ ਗੱਲ ਕਰਾਂਗੇ। ਤਾਂ ਹੁਣ ਮੈਂ ਚਾਹੁੰਦਾ ਹੈਗਾ ਕਿ 2-3 ਮਿੰਟਾਂ ਦੇ ਵਿੱਚ ਹੀ ਵਿੱਕੀ ਮਹੇਸ਼ਰੀ ਤੁਸੀਂ ਇਸ ਗੱਲ ਨੂੰ ਜਿਹੜਾ ਹੈਗਾ ਵੱਡਾ ਕਰੋਗੇ, ਤੇ ਉਸ ਤੋਂ ਬਾਅਦ ਆਪਾਂ ਕੇਵਲ ਧਾਲੀਵਾਲ ਜੀ ਤੇ ਕੁਲਦੀਪ ਦੀਪ ਜੀ ਤੋਂ 2-2 ਮਿੰਟਾਂ ਦੇ ਵਿੱਚ ਜਿਹੜਾ ਹੈਗਾ ਅਗਲੀ ਗੱਲ ਸ਼ੁਰੂ ਕਰਾਂਗੇ। ਵਿੱਕੀ ਜੀ। ਵਿੱਕੀ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ ਹੈਗੀ। ਕੀ ਮੇਰੀ ਆਡੀਓ ਆ ਰਹੀ ਹੈ ਜੀ? ਹਾਂਜੀ, ਹੁਣ ਆ ਰਹੀ ਹੈ ਵਿੱਕੀ ਜੀ। ਜੀ, ਲਾਸਟ ਵਾਲੇ 2-3 ਮਿੰਟ ਦੀ ਗੱਲ ਮੈਂ ਡਿਸਕਨੈਕਟ ਹੋਣ ਕਰਕੇ ਸੁਣ ਨਹੀਂ ਪਾਇਆ, ਬਟ ਪਿਛਲੀਆਂ ਗੱਲਾਂ ਦੇ ਆਧਾਰ ਤੇ ਮੈਂ ਫਿਰ ਉਹੀ ਗੱਲ ਦੁਹਰਾਉਣੀ ਚਾਹੁੰਦਾ ਦੋਸਤੋ ਕਿ ਇਸ ਜਿਹੜਾ ਪੋਲੀਟੀਕਲ ਸਿਸਟਮ ਜਿਹਦੇ ਖਿਲਾਫ ਇਹ ਲੜਾਈ ਆ, ਆਪਾਂ ਸਾਰੇ ਜਾਣਦੇ ਹਾਂ ਕਿ ਬੜੀਆਂ ਸਾਰੀਆਂ ਵੱਖਰੀਆਂ ਯੂਨੀਅਨਸ ਬੋਡੀਜ਼ ਬਣੀਆਂ ਹੋਈਆਂ, ਚਾਹੇ ਉਹ ਬੰਬੇ ਦੀ ਫਿਲਮ ਇੰਡਸਟਰੀ ਦੀਆਂ ਹੋਣ, ਚਾਹੇ ਪੰਜਾਬੀ ਇੰਡਸਟਰੀ ਦੀਆਂ ਹੋਣ, ਜਿਹੜੀਆਂ ਉਹਨਾਂ ਦੇ ਰਾਈਟਸ ਨੂੰ ਲੈ ਕੇ ਕੰਮ ਕਰਦੀਆਂ। ਪਰ ਮੈਂ ਫਿਰ ਉਸੇ ਗੱਲ ਤੇ ਸਟ੍ਰੈਸ ਦਿੰਦਾ ਹੋਇਆ ਆਪਦੀ ਗੱਲ ਹੈ ਜਿਹੜੀ ਉਹਨੂੰ ਲਾਸਟ ਨੋਟ ਵਾਲੇ ਪਾਸੇ ਜਾਣਾ ਕਿ ਜਿਹੜੀ ਸੁਸਾਇਟੀ ਦੀ ਕਲੈਕਟਿਵ ਕੌਨਸ਼ੀਅਸਨੈਸ ਆ, ਉਹਦੇ ਤੇ ਕੰਮ ਕਰਨ ਦੀ ਲੋੜ ਆ। ਜਿਹੜੇ ਲੋਕਾਂ 'ਚ ਜਾ ਕੇ ਕੰਮ ਕਰਦੇ ਆ, ਉਹ ਲੋਕਾਂ ਦੇ ਹੀਰੋ ਵੀ ਹੁੰਦੇ, ਉਹਨਾਂ ਦੀ ਪਹਿਚਾਣ ਵੀ ਹੁੰਦੀ ਆ, ਤੇ ਉਹੀ ਉਹਨਾਂ ਦੇ ਪਹਿਚਾਣ ਪੱਤਰ ਵੀ ਆ। ਮੈਂ ਇਹ ਇਸ ਕਰਕੇ ਕਹਿ ਰਿਹਾ ਕਿਉਂਕਿ ਜਦੋਂ ਕੋਈ ਕਿਸੇ ਤਰੀਕੇ ਦਾ ਅਟੈਕ ਹੁੰਦਾ, ਜਿਨ੍ਹਾਂ ਲੋਕਾਂ ਦੇ ਲਈ ਤੁਸੀਂ ਕੰਮ ਕਰਦੇ ਹੋ,
ਲੋਕ ਕਿਸੇ ਜਥੇਬੰਦੀ ਦੀ ਕੌਲ ਜਾਂ ਲੋਕ ਕਿਸੇ ਪੋਲੀਟੀਕਲ ਪਾਰਟੀ ਦੀ ਇਕੱਲੀ ਕੌਲ ਹੀ ਨਹੀਂ ਡੀਕਦੇ, ਲੋਕ ਆਪ ਵੀ ਸੜਕਾਂ ਤੇ ਨਿਕਲ ਕੇ ਉਸ ਗੱਲ ਦੇ ਪ੍ਰਤੀ ਆਪਦੀ ਗੱਲ ਕਰਨ ਦੇ ਲਈ ਆਉਂਦੇ ਆ। ਆਪਾਂ ਜਾਣਦੇ ਆ ਪਾਕਿਸਤਾਨ ਦੀ ਟੀਮ, ਮਦੀਹਾ ਗੌਰ ਜੀ ਦੀ ਟੀਮ ਦਾ ਨਾਟਕ ਉਹਨਾਂ ਨੇ ਰਖਵਾਇਆ ਤੇ ਦਿੱਲੀ ਦੇ ਲੋਕਾਂ ਨੇ ਚੌਂਕ 'ਚ ਖੜੇ ਹੋ ਕੇ ਉਹਨਾਂ ਦਾ ਨਾਟਕ ਕਰਵਾਉਣ ਦੀ ਜ਼ਰੂਰਤ ਵਿਖਾਈ। ਸਫਦਰ ਹਾਸ਼ਮੀ ਦਾ ਜਿਹੜਾ ਨਾਟਕ ਜਿਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਜਿਹਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ, ਹਜੇ ਖੂਨ ਵੀ ਨਹੀਂ ਸੁੱਕਿਆ ਹੋਏਗਾ ਉਸ ਸੜਕ ਤੇ, ਫਿਰ ਵੀ ਉਹ ਨਾਟਕ ਦੁਬਾਰਾ ਉੱਥੇ ਹੋਇਆ। ਉਹਨਾਂ ਦੀ ਮੌਤ ਤੋਂ ਬਾਅਦ ਉਹ ਨਾਟਕ ਉੱਥੇ ਉਹਨਾਂ ਦੀ ਟੀਮ ਨੇ ਕੀਤਾ, ਉਹ ਲਗਾਤਾਰ ਹੋ ਵੀ ਰਿਹਾ। ਸੋ ਸੁਹਿਰਦ ਹੋ ਕੇ ਸਾਨੂੰ ਸਾਰੇ ਲੋਕਾਂ ਨੂੰ ਉਮੀਦ ਇਹ ਰੱਖਣੀ ਚਾਹੀਦੀ ਹੈ ਕਿ ਉਹ ਸਾਰੀਆਂ ਬੋਡੀਜ਼ ਜਿਹੜੀਆਂ ਵੱਖਰੇ ਤਰੀਕੇ ਨਾਲ ਗਵਰਨਮੈਂਟ ਨਾਲ ਵੀ ਚੱਲਦੀਆਂ ਜਾਂ ਮਤਲਬ ਕਿਸੇ ਤਰੀਕੇ ਨਾਲ ਸਰਕਾਰੀ ਗੈਰ ਸਰਕਾਰੀ ਸਾਰੀਆਂ ਸੰਸਥਾਵਾਂ ਇਕੱਠੀਆਂ ਹੋਣ, ਪਰ ਉਹ ਸਾਰੇ ਲੋਕ ਜਿਹੜੇ ਇਸ ਸੁਸਾਇਟੀ ਨੂੰ ਬਦਲਣ ਲਈ, ਪੋਲੀਟੀਕਲ ਨੈਰੇਟਿਵ ਨੂੰ ਚੇਂਜ ਕਰਨ ਦੇ ਲਈ ਕੰਮ ਕਰ ਰਹੇ ਆ, ਉਹਨਾਂ ਦੀ ਇੱਕੋ ਹੀ ਸੰਸਥਾ ਹੋ ਸਕਦੀ, ਉਹ ਸੰਸਥਾ ਹੈ ਕਿ ਲੋਕ ਉਹਨਾਂ ਦੇ ਨਾਲ ਖੜੇ ਆ ਕਿ ਨਹੀਂ ਖੜੇ। ਲੋਕ ਉਦੋਂ ਹੀ ਖੜਦੇ ਆ ਜਦੋਂ ਲੋਕਾਂ 'ਚ ਜਾ ਕੇ ਤੁਸੀਂ ਕੰਮ ਕਰਦੇ ਹੋ। तो लोकां च जाके जिन्हां ने काम कीता, लोकां ने उन्हां दा आके साथ मोड़वे रूप दित्ता ही दित्ता। दिस इज द टाइम व्हेन वी नीड टू वर्क ऑन सोशल कलैक्टिव कॉन्शियसनेस। ते ना असीं पुलिस पार्टी नूं ना किसी होर किसी भी एक संस्था नूं आइसोलेट करके देखण दी गलती ना करिए। बड़ी वड्डी जिम्मेवारी ये बनदी है अज दे रंग कर्मियां दे सिर ते कि की ओह इस इतिहासक कड़ी च जदों सरमाएदारी दियां जड़ां पुट्टण वास्ते पूरी दुनिया दा किरती वर्ग लग्या होया, भावें वो किसान होवे, मजदूर होवे, नौजवान होवे, प्रोलेतारी जमात दा हर बंदा उस वेले रंग कर्मी आपदा किन्ना क योगदान पा रहे आ। जदों रंग कर्मी नाल उस मूवमेंट नूं होर ज़्यादा निखारन दे लई, उस मूवमेंट नूं बिल्ड करन दे लई आपदा योगदान पाएगी। बड़ा जरूरी है कि इस सिस्टम नूं नत्थ पाउण दे लई जे समाज दा सुपना असीं रंगमंच विच दिखाउने, दिस इज द ब्यूटी ऑफ थिएटर बेसिकली। जे इस रंगमंच दी असीं गल करदे आ, उस रंगमंच नूं लोक हितां नूं बनाया होया रंगमंच बनाइए। किसे तकलीफ, किसे घटना, किसे जबर जुलम तो डरन दी लोड़ किसे नूं भी नहीं पैगी। इसे गल नाल मैं अपनी गल कंक्लूड करदा। नेटवर्क इशू होने करके थोड़ी जी दिक्कत आ रही है, तो मैं करदा साडा बोहेमियंस प्लेटफॉर्म दा ते गुरविंदर पीर दा तुहाडा जिन्हां ने होस्ट कीता। ठीक है विक्की जी, शुक्रिया विक्की जी। मैं हुण क्योंकि समा काफी ज्यादा हो चुका हैगा, लगभग 1.5 घंटे दे नेड़े तेड़े हो चुका हैगा। मैं इस प्रोग्राम नूं बाइंड अप करन दी कोशिश कर रहा हैगा। विक्की जी बस मैं एक गल कहूंगा कि कई बारी ये हुंदा है कि जे साडे हत्थ दे विच डला होवे ना, रोड़ा होवे, कोई इट होवे, पत्थर होवे, तां जिहड़े कुत्ते हुंदे ने ना आसे पासे तुरदे फिरदे, जिहड़े तुहाडे पिछे भी आ सकदे ने, वड्ड भी सकदे ने, भौंक भी सकदे ने, घट्टो घट्ट रोड़े तो डर के ना वो अपना जिहड़ा हैगा पासा वट जांदे ਹੈਗੇ ਨੇ ਹਨਾ। ਤਾਂ ਕੇਵਲ ਭਾਜੀ ਬਸ ਜ਼ਿਆਦਾ ਸਮਾਂ ਨਹੀਂ, 1-2 ਮਿੰਟ ਦੇ ਵਿੱਚ ਹੀ ਗੱਲ ਚੱਲ ਰਹੀ ਸੀ ਸੰਜੀਵਨ ਜੀ ਨਾਲ ਕਿ ਇਪਟਾ ਜਿਹੜੀ ਹੈਗੀ ਹੈ ਉਹ ਵੱਡੀ ਸੰਸਥਾ ਹੈਗੀ ਹੈ। ਉਹ ਸੰਸਥਾ ਦੇ ਨਾਲ ਜੁੜ ਕੇ ਅਸੀਂ ਇੱਕ ਅਜਿਹਾ ਸਾਂਝਾ ਮੁਹਾਜ਼ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜਾ ਕਿ ਰੰਗ ਕਰਮੀ ਜਿਹੜੇ ਹੈਗੇ ਨੇ ਉਹਨਾਂ ਨੂੰ ਘੱਟੋ ਘੱਟ ਇੱਕ ਜਿਹੜੀ ਆਇਡੈਂਟੀਟੀ ਜ਼ਰੂਰ ਬਖਸ਼ੂਗਾ। ਉਹ ਆਇਡੈਂਟੀਟੀ ਜਿਹੜੀ ਕਿ ਉਹ ਕਿਤੇ ਲੋੜ ਵੇਲੇ ਵਰਤ ਸਕਦੇ ਹੈਗੇ ਨੇ ਤੇ ਆਪਾਂ ਇਸ ਤੋਂ ਬਾਅਦ ਜਿਹੜਾ ਹੈਗਾ ਇਹਦੇ ਬਾਰੇ ਬਹਿ ਕੇ ਗੱਲਬਾਤ ਕਰ ਸਕਦੇ ਹੈਗੇ ਆ। ਤੁਸੀਂ ਕੇਵਲ ਭਾਜੀ 1-1.5 ਮਿੰਟ ਵਾਸਤੇ ਜੋ ਕੁਛ ਕਹਿਣਾ ਚਾਹੁੰਦੇ ਹੋ ਜੀ। ਹਾਂ ਬਿਲਕੁਲ ਸਰਬਜੀਤ, ਮੈਂ ਸਮਝਦਾ ਕਿ ਇਹ ਸੁਝਾਅ ਵੀ ਬਹੁਤ ਵਧੀਆ ਵਾ ਕਿਉਂਕਿ ਆਲਰੇਡੀ ਸਾਡੇ ਕੋਲ ਇਪਟਾ ਹੈਗੀ ਹੈ ਤੇ ਇਪਟਾ ਨੂੰ ਕਿਉਂਕਿ ਆਲਰੇਡੀ ਨੈਸ਼ਨਲ ਲੈਵਲ ਦੀ ਬੋਡੀ ਹੈ ਔਰ ਉਹਦਾ ਬਹੁਤ ਲੰਮਾ ਇਤਿਹਾਸ ਹੈ, ਪਰ ਉਸ ਨੂੰ ਹੁਣ ਜੇਕਰ ਅਸੀਂ ਆਪਣੇ ਪੰਜਾਬ ਦੇ ਵਿੱਚ ਇਸ ਘਟਨਾ ਤੋਂ ਬਾਅਦ, ਮੈਨੂੰ ਲੱਗਦਾ ਇਸ ਘਟਨਾ ਤੋਂ ਸਾਨੂੰ ਇੱਕ ਨਵੀਂ ਰੋਸ਼ਨੀ ਲੈਣੀ ਚਾਹੀਦੀ ਹੈ ਔਰ ਇਪਟਾ ਨੂੰ ਵੀ ਹੋਰ ਜ਼ਿਆਦਾ ਜਿਹੜਾ ਪ੍ਰਚੰਡ ਕਰਨਾ ਚਾਹੀਦਾ ਉਸ ਲਹਿਰ ਨੂੰ। ਔਰ ਮੈਨੂੰ ਲੱਗਦਾ ਇਪਟਾ ਨੂੰ ਜਿਹੜਾ ਕਿ ਸਥਾਨਕ ਜਿਹੜੇ ਕਿ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਾ ਕੇ, ਸ਼ਹਿਰਾਂ ਵਿੱਚ ਜਾ ਕੇ ਉਹਨਾਂ ਦੇ ਆਲਰੇਡੀ ਕੁਝ ਇਹਨਾਂ ਨੇ ਬਣਾਏ ਹੋਏ ਨੇ ਗਰੁੱਪ, ਪਰ ਬਹੁਤ ਐਕਟਿਵ ਨਹੀਂ ਹੈ। ਇਹ ਮੈਂ ਬੜਾ ਹਾਂਜੀ ਕੇਵਲ ਭਾਜੀ ਮੈਨੂੰ ਲੱਗਦਾ ਜੀ ਨੈਟਵਰਕ ਇਸ਼ੂ ਹੋ ਗਿਆ ਕੇਵਲ ਭਾਜੀ ਦੇ ਨਾਲ, ਪਰ ਉਹ ਆਪਣੀ ਜਿਹੜੀ ਗੱਲ ਹੈਗੀ ਆ ਲਗਭਗ ਹੈਲੋ ਹਾਂਜੀ ਭਾਜੀ। ਹਾਂ ਬਸ ਮੈਂ ਉਸ ਤੋਂ ਮੇਰੀ ਗੱਲ ਇਹ ਸੀ ਕਿ ਇਪਟਾ ਵਾਲਾ ਪਲੇਟਫਾਰਮ ਜਿਹੜਾ ਹੈ ਉਸ ਨੂੰ ਜ਼ਿਆਦਾ ਪ੍ਰਚੰਡ ਕੀਤਾ ਜਾਏ, ਤੇਜ਼ ਕੀਤਾ ਜਾਏ ਔਰ ਉਹਦੀਆਂ ਇਕਾਈਆਂ ਜਿਹੜੀਆਂ ਜ਼ਿਆਦਾ ਤੋਂ ਜ਼ਿਆਦਾ ਬਣਾਈਆਂ ਜਾਣ। ਇਪਟਾ ਇੱਕ ਵੱਡਾ ਨਾਮ ਹੈ ਔਰ ਉਸ ਬੈਨਰ ਨੂੰ ਹੀ ਜਿਹੜਾ ਕਿ ਮੈਨੂੰ ਲੱਗਦਾ ਸੰਜੀਵਨ ਹੋਰੀ ਖੁਦ ਬੜੇ ਸਿਆਣੇ ਨੇ ਔਰ ਉਸ ਨੂੰ ਜ਼ਿਆਦਾ ਤਰੀਕੇ ਦੇ ਨਾਲ ਜਿਹੜਾ
ਫੈਲਾਇਆ ਜਾਏ, ਉਹਦੇ ਨਾਲ ਮੈਕਸਿਮਮ ਥੀਏਟਰ ਗਰੁੱਪ ਜਿਹੜੇ ਕਿ ਮੈਕਸਿਮਮ ਕਿ ਹਰ ਇੱਕ ਨੂੰ ਜੁੜਨਾ ਹੀ ਚਾਹੀਦਾ ਉਹਦੇ ਨਾਲ, ਜਿਹੜਾ ਇਪਟਾ ਦੇ ਨਾਲ, ਤਾਂ ਇਹਨਾਂ ਚੀਜ਼ਾਂ ਦਾ ਮੁਕਾਬਲਾ ਕੀਤਾ ਜਾ ਸਕਦਾ। ਬਿਲਕੁਲ ਠੀਕ ਹੈ ਭਾਜੀ, ਬਹੁਤ ਬਹੁਤ ਸ਼ੁਕਰੀਆ ਕੇਵਲ ਭਾਜੀ। ਤੇ ਕੇਵਲ ਭਾਜੀ ਤੋਂ ਬਾਅਦ ਇਸ ਗੋਸ਼ਟੀ ਦੇ ਨਾਲ ਜੁੜੇ ਹੋਏ ਜਿੰਨੇ ਵੀ ਸਤਿਕਾਰਤ ਸਾਡੇ ਸੱਜਣ ਹੈਗੇ ਨੇ, ਦਵਿੰਦਰ ਦਮਨ ਜੀ ਨੇ, ਕੁਲਦੀਪ ਦੀਪ ਜੀ ਨੇ, ਸੰਜੀਵਨ ਜੀ ਨੇ, ਡਾਕਟਰ ਸਾਹਿਬ ਸਿੰਘ ਨੇ, ਵਿੱਕੀ ਮਹੇਸ਼ਰੀ ਨੇ, ਮੈਂ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈਗਾ। ਮੈਂ ਇਸ ਮੰਚ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ ਹੈਗਾ, ਤੇ ਆਪਣੇ ਵੱਲੋਂ ਮੈਂ ਇਸ ਮੰਚ ਦਾ ਗੁਰਵਿੰਦਰ ਜੀ ਦਾ ਧੰਨਵਾਦ ਕਰਦਾ, ਜਿਨ੍ਹਾਂ ਨੇ ਕਿ ਇਹ ਇੱਕ ਮੰਚ ਉਸਾਰਿਆ ਜਿਸ ਮੰਚ ਤੇ ਆ ਕੇ ਅਸੀਂ ਕੋਈ ਇੱਕ ਢੁੱਕ ਦੀ ਗੱਲ ਜਿਹੜੀ ਹੈਗੀ ਹੈ ਸਮੇਂ ਦੇ ਅਨੁਸਾਰ ਉਹ ਅਸੀਂ ਕੀਤੀ ਹੈਗੀ ਹੈ। ਮੈਂ ਸਾਰੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਮੈਂ ਸ਼ੁਕਰੀਆ ਅਦਾ ਕਰਦਾ, ਜਿਹੜੇ ਕਿ ਇਸ 1.5 ਘੰਟੇ ਦੇ ਦੌਰਾਨ ਸਾਡੇ ਨਾਲ ਜੁੜੇ ਰਹੇ। ਉਹਨਾਂ ਨੇ ਆਪਣੀਆਂ ਜਿਹੜੀਆਂ ਕੀਮਤੀ ਰਾਵਾਂ ਨੇ ਉਹ ਸਾਡੇ ਨਾਲ ਸਾਂਝੀਆਂ ਕੀਤੀਆਂ, ਨਵੇਂ ਜਿਹੜੇ ਰਸਤੇ ਹੈਗੇ ਨੇ ਉਹਨਾਂ ਬਾਰੇ ਸਾਨੂੰ ਉਹਨਾਂ ਨੇ ਜਿਹੜਾ ਹੈਗਾ ਇਸ਼ਾਰਾ ਕੀਤਾ ਹੈਗਾ। ਸੋ ਅਸੀਂ ਹੁਣ ਇਹ ਗੱਲ ਨੂੰ ਬਾਈਂਡ ਅਪ ਕਰਦੇ ਹੈਗੇ ਆ ਕਿ ਅਸੀਂ ਇਹ ਚਾਹੁੰਦੇ ਸੀ ਜਦੋਂ ਇਹ ਗੱਲ ਸ਼ੁਰੂ ਹੋਈ ਹੈ ਕਿ ਸਾਡੇ ਕੋਲੇ ਹੱਥ ਦੇ ਵਿੱਚ ਘੱਟੋ ਘੱਟ ਇੱਕ ਸਾਡੀ ਆਇਡੈਂਟੀਟੀ ਦੇ ਰੂਪ ਦੇ ਵਿੱਚ ਕੋਈ ਨਾ ਕੋਈ ਕਾਗਜ਼ ਪੱਤਰ, ਕੋਈ ਅਥਾਰਟੀ ਪੱਤਰ, ਕੋਈ ਆਇਡੈਂਟੀਟੀ ਕਾਰਡ ਹੋਣਾ ਚਾਹੀਦਾ। ਤਾਂ ਹੁਣ ਅਸੀਂ ਜਦੋਂ ਇਹ ਢੁਕਦੀ ਗੱਲ ਨੂੰ ਅਸੀਂ ਬਾਈਂਡ ਅਪ ਕਰ ਰਹੇ ਹਾਂ, ਅਸੀਂ ਸੰਪੂਰਨਤਾ ਵੱਲ ਵੱਧ ਰਹੇ ਹਾਂ, ਤਾਂ ਬੜੀ ਖੁਸ਼ੀ ਦੀ ਗੱਲ ਹੈਗੀ ਹੈ ਕਿ ਸਾਡੇ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਜੀ ਵੀ ਜਿਹੜੇ ਨੇ ਉਹ ਇਸ ਗੱਲ ਤੇ ਐਗਰੀ ਕਰ ਰਹੇ ਨੇ ਕਿ ਹਾਂ, ਜਿਹੜੀ ਇਪਟਾ ਸੰਸਥਾ ਹੈਗੀ ਹੈ ਉਹ ਨੈਸ਼ਨਲ ਲੈਵਲ ਦੀ ਸੰਸਥਾ ਹੈਗੀ ਹੈ। ਇਸ ਸੰਸਥਾ ਦੇ ਨਾਲ ਹੀ ਜਿਹੜੇ ਪੰਜਾਬ ਦੇ ਰੰਗਕਰਮੀ ਹੈਗੇ ਨੇ ਉਹ ਜੁੜਨ, ਤਾਂ ਜੋ ਕੱਲ ਨੂੰ ਜਦੋਂ ਵੀ ਕਦੇ ਉਹਨਾਂ ਨੂੰ ਕਿਸੇ ਵੀ ਮੁਕਾਮ ਤੇ, ਕਿਸੇ ਵੀ ਮੋੜ ਤੇ ਜਦੋਂ ਲੋੜ ਪਵੇ, ਤਾਂ ਘੱਟੋ ਘੱਟ ਜਿਹੜੇ ਸਾਡੇ ਇਸ ਰੰਗਮੰਚ ਨਾਲ ਜੁੜੇ ਹੋਏ ਜਿੰਨੇ ਵੀ ਸਾਥੀ ਹੈਗੇ ਨੇ ਉਹ ਤੁਰੰਤ ਕਿਸੇ ਨਾ ਕਿਸੇ ਢੰਗ ਦੇ ਨਾਲ ਜਿਹੜਾ ਹੈਗਾ ਉਹ ਕੋਈ ਨਾ ਕੋਈ ਕਾਰਵਾਈ ਕਰ ਸਕਣ, ਤੇ ਕਿਸੇ ਵੀ ਜਿਹੜੀ ਕੋਈ ਅਣਸੁਖਾਵੀ ਘਟਨਾ ਹੈਗੀ ਹੈ ਉਹਨੂੰ ਵਾਪਰਨ ਤੋਂ ਪਹਿਲਾਂ ਜਾਂ ਵਾਪਰ ਰਹੀ ਨੂੰ ਉਹ ਰੋਕ ਸਕਣ। ਨੋ ਡਾਊਟ ਜਿਹੜੇ ਲੋਕ ਹੁੰਦੇ ਨੇ, ਲੋਕ ਹਮੇਸ਼ਾ ਹੀ ਜਿਹੜੀ ਲੋਕ ਤਾਕਤ ਹੁੰਦੀ ਹੈ ਇਹੀ ਜਿਹੜੀਆਂ ਬੁਰੀਆਂ ਤਾਕਤਾਂ ਦੇ ਨਾਲ ਖੜਦੀ ਹੈਗੀ ਹੈ ਮੋਢੇ ਨਾਲ ਮੋਢਾ ਜੋੜ ਕੇ। ਪਰ ਕਈ ਵਾਰੀ ਇਹ ਹੁੰਦਾ ਹੈ ਕਿ ਜਿਹੜੀ ਲੋਕ ਤਾਕਤ ਹੈਗੀ ਹੈ ਉਹਨੂੰ ਥੋੜਾ ਜਿਹਾ ਸਮਾਂ ਲੱਗ ਜਾਂਦਾ ਹੈਗਾ, ਪਰ ਉਹਦੇ ਤੋਂ ਪਹਿਲਾਂ ਜਿਵੇਂ ਅਸੀਂ ਕਹਿੰਦੇ ਆ ਕਿ ਰਿਸ਼ਤੇਦਾਰ ਬਾਅਦ ਚ ਆਉਂਦੇ ਨੇ, ਗਵਾਂਢੀ ਪਹਿਲਾਂ ਆ ਜਾਂਦੇ ਨੇ। ਇਹ ਇੱਕ ਸੰਸਥਾ ਤਿਆਰ ਹੋ ਰਹੀ ਹੈਗੀ ਹੈ ਇਪਟਾ। ਮੈਂ ਪੰਜਾਬ ਦੇ ਸਾਰੇ ਰੰਗਕਰਮੀਆਂ ਨੂੰ ਬੇਨਤੀ ਕਰਦਾ ਕਿ ਜਿਹੜੀ ਇਪਟਾ ਸੰਸਥਾ ਹੈਗੀ ਹੈ ਉਹਦੇ ਨਾਲ ਜੁੜਨ। ਅਸੀਂ ਇਹਦੇ ਬਾਰੇ ਕੋਈ ਨਾ ਕੋਈ ਇੱਕ ਰੂਪਰੇਖਾ ਤਿਆਰ ਕਰਾਂਗੇ, ਤੇ ਉਸ ਰੂਪਰੇਖਾ ਦੇ ਤਹਿਤ ਜਿਹੜੇ ਪੰਜਾਬ ਦੇ ਸਾਰੇ ਰੰਗਕਰਮੀ ਹੈਗੇ ਨੇ ਉਹਨਾਂ ਨੂੰ ਇੱਕ ਕਿਸੇ ਸਾਂਝੇ ਪਲੇਟਫਾਰਮ ਤੇ ਜੋੜਾਂਗੇ, ਤਾਂ ਜੋ ਭਵਿੱਖ ਦੇ ਵਿੱਚ ਜਿਹੜੀਆਂ ਇਹ ਅਣਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਨੇ ਇਹਨਾਂ ਦੀ ਘੱਟੋ ਘੱਟ ਗਿਣਤੀ ਜਿਹੜੀ ਹੈਗੀ ਆ ਉਹ ਘੱਟ ਕੀਤੀ ਜਾ ਸਕੇ। ਸੋ ਪਿਆਰੇ ਦਰਸ਼ਕੋ, ਤੁਸੀਂ ਇੰਨਾ ਸਮਾਂ ਇਸ ਮੰਚ ਨੂੰ ਦਿੱਤਾ ਹੈਗਾ, ਉਹਦੇ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮੈਂ ਸ਼ੁਕਰੀਆ ਕਰਦਾ ਬਹਾਮੀਅਨਸ ਦਾ, ਮੈਂ ਸ਼ੁਕਰੀਆ ਕਰਦਾ ਗੁਰਵਿੰਦਰ ਜੀ ਦਾ, ਜਿਨ੍ਹਾਂ ਨੇ ਕਿ ਇੰਨਾ ਇੱਕ ਵਧੀਆ ਪਲੇਟਫਾਰਮ ਬਣਾ ਕੇ ਜਿਹੜੀ ਢੁੱਕ ਦੀ ਗੱਲ ਹੈਗੀ ਹੈ ਉਹ ਬਿਲਕੁਲ ਮੌਕੇ ਤੇ ਕੀਤੀ ਹੈਗੀ ਹੈ। ਸੋ ਦੋਸਤੋ, ਇਜਾਜ਼ਤ ਦਿਓ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ, ਸ਼ੱਬਾ ਖੈਰ।